ਕਰਦਾ ਸਮਝਣ ਵਾਲੇ ਅੱਛਾ ਭੱਟ ਸਾਹਿਬ ਤੁਹਾਡੀ ਗੱਲ ਕੱਟੀ ਜਾਂਦੀ ਹੈ ਇਹ ਜਿਹੜਾ ਕਹਿੰਦੇ ਨੇ ਨਾ ਕਿ ਨਿਊਟਰਲ ਹੋਵੇ ਬਰਾਡ ਅਸੀਂ ਇੰਜ ਕਰਾਂਗੇ ਨਾ ਕਿ ਇਹ ਅਗਰ ਆ ਜਾਣ ਇੱਥੇ ਤੇ ਅਸੀਂ ਸਿਰਫ ਤਾਹਰ ਭਾਈ ਨੂੰ ਰਹਿਣ ਦੇਾਂਗੇ ਉੱਤੇ ਬਤੌਰ ਮੋਡਰੇਟਰ ਮੀਰ ਸਾਹਿਬ ਤੇ ਇਹ ਹੋਣਗੇ ਅਸੀਂ ਸਾਰੇ ਥੱਲੇ ਚੱਲ ਜਾਾਂਗੇ ਤੇ ਅਸੀਂ ਦੇਖ ਲੈਂਦੇ ਹਾਂ ਕੀ ਕਹਿਣਾ ਮਤਲਬ ਹੈ ਕਿ ਮੀਰ ਸਾਹਿਬ ਤੇ ਰੋਜ਼ ਇੱਥੇ ਆਉਂਦੇ ਨੇ ਉਹ ਜਾਂ ਤੇ ਨਾਮ ਦੇ ਹਾਂ ਮੈਂ ਉਹੀ ਕਹਿ ਰਿਹਾ ਨਾ ਕਿ ਇਹਨਾਂ ਨੂੰ ਜ਼ਿਆਦਾ ਇਹ ਹੈ ਨਾ ਕਿ ਜੀ ਜਦੋਂ ਹੋਣਗੇ ਮੀਰ ਸਾਹਿਬ ਜਾਂ ਇਹ ਆਮਰ ਨਜ਼ੀਰ ਸਾਹਿਬ ਔਰ ਤੁਸੀਂ ਸਿਰਫ ਮੋਡਰੇਟਰ ਹੋਵੋਗੇ ਤੁਸੀਂ ਵਿੱਚ ਬੋਲੋਗੇ ਨਹੀਂ ਤੇ ਫਿਰ ਮੇਰਾ ਮਤਲਬ ਹੈ ਕਿ ਕੋਈ ਵੀ ਬਰਾਡ ਹੋਵੇ ਫਿਰ ਕੋਈ ਮਸਲਾ ਹੀ ਨਹੀਂ ਹੋਣਾ ਚਾਹੀਦਾ ਸਮਝ ਲੱਗੀ ਨਾ ਦੋ ਬੰਦੇ ਸਿਰਫ ਉੱਪਰ ਹੋਣਗੇ ਬਾਕੀ ਥੱਲੇ ਚੱਲ ਜਾਣਗੇ ਸਾਰੇ ਜੀ ਕਰੋ ਭੱਟ ਸਾਹਿਬ ਆ ਗਏ ਜੀ ਫਿਰ ਮੁਜਾਦੇ ਖਤਮ ਨਬੂਤ ਪੈਸੇ ਵਾਲੇ ਜੀ ਵਾਹ ਸਾਹਿਬ ਆ ਗਏ ਨੇ ਤੇ ਉਹਨਾਂ ਨੂੰ ਕਹੋ ਕਿ ਅਸੀਂ ਥੱਲੇ ਚੱਲ ਜਾਾਂਗੇ ਸਾਰੇ ਆਮਰ ਸਾਹਿਬ ਹੋਣਗੇ ਮੀਰ ਸਾਹਿਬ ਹੋਣਗੇ ਤੇ ਤਾਹਰ ਸਾਹਿਬ ਮੋਡਰੇਟਰ ਹੋਣਗੇ ਬੰਦੇ ਨੂੰ ਫਾਰਗ ਕਰ ਲਈਏ ਜ਼ਰਾ ਕਮਾਲਾ ਤੋਂ ਭਾਈਏ ਬੰਦੇ ਨੂੰ ਮੈਂ ਥੱਲੇ ਜਾ ਰਿਹਾ ਉਹ ਕਹਿੰਦੇ ਮੈਨੂੰ ਕਾਲ ਚੁੱਕੋ ਜੀ ਤੁਸੀਂ ਬੈਠੇ ਰਹੋ ਤੁਸੀਂ ਜਾਓ ਬੈਠੇ ਰਹੋ ਹਾਂਜੀ ਕਾਲ ਚਲੋ ਜੀ ਚੁੱਕੋ ਜੀ ਮੀਰ ਸਾਹਿਬ ਤੁਸੀਂ ਗੱਲ ਕਰਨਾ ਬਾਕੀ ਸਾਰੇ ਭਾਈ ਖਾਮੋਸ਼ ਰਹਿਣ ਮੀਰ ਸਾਹਿਬ ਤੇ ਆਮਰ ਸਾਹਿਬ ਗੱਲ ਕਰਨਗੇ ਜੀ ਜੀ ਇੱਧਰ ਉੱਧਰ ਗੱਲ ਨਹੀਂ ਕਰਨੀ ਜੀ ਬਾਕੀ ਦੋਸਤ ਮਿਊਟ ਕਰ ਲੈਣ ਭੱਟ ਸਾਹਿਬ ਤੁਸੀਂ ਜ਼ਰਾ ਨਾ ਹਾਂਜੀ ਅਮਰ ਨਜ਼ੀਰ ਸਾਹਿਬ ਵੈਲਕਮ ਜੀ ਅਸਲਾਮ ਵਾਲੇਕਮ ਵਾਲੇਕੁਮ ਸਲਾਮ ਅੱਛਾ ਜੀ ਪਹਿਲੇ ਤੇ ਗੱਲ ਇਹ ਦੱਸੋ ਜਿਹੜਾ ਮੀਰ ਸਾਹਿਬ ਕਹਿੰਦੇ ਮੀਰ ਸਾਹਿਬ ਬੈਠੇ ਨੇ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਜੇ ਜਿਹੜੀ ਬਾਕੀ ਬੰਦੇ ਥੱਲੇ ਲਾਓ ਬਾਕੀ ਬੰਦੇ ਗੱਲ ਕਰ ਲਓ ਨਾ ਗੱਲ ਕੀ ਕਰਨੀ ਤੁਸੀਂ ਗੱਲ ਕਰਨੀ ਹੁਣ ਤੁਸੀਂ ਗੱਲ ਕੀਤੀ ਹੈ ਹੁਣ ਤੁਸੀਂ ਗੱਲ ਕੀਤੀ ਬਾਕੀ ਬੰਦੇ ਥੱਲੇ ਲਾ ਦਿੰਦੇ ਆ ਥੱਲੇ ਲਾਓ ਬਾਕੀ ਬੰਦੇ ਨਹੀਂ ਗੱਲ ਕਰਨਾ ਗੱਲ ਨਿਬੇੜਨੀ ਹੈ ਕਿ ਉਂਝ ਹੀ ਬਸ ਵੈਸੇ ਥੱਲੇ ਲਵਾਉਣੀ ਗੱਲ ਕਰਨਾ ਤੂੰ ਪਹਿਲਾਂ ਗੱਲ ਕਰਨੀ ਮੀਰ ਸਾਹਿਬ ਨਾਲ ਗੱਲ ਨਿਬੇੜਨੇ ਆ ਮੀਰ ਸਾਹਿਬ ਨਾਲ ਗੱਲ ਕਰਾਓ ਥੱਲੇ ਲਾਓ ਬਾਕੀ ਬੰਦੇ ਕਿਹੜਾ ਆਰਡਰ ਹੈ ਦੇਣਾ ਚੱਲ ਗੱਲ ਕਰ ਮੀਰ ਸਾਹਿਬ ਬੈਠੇ ਨੇ ਨਾ ਥੱਲੇ ਲਾਓ ਬੰਦੇ ਨਹੀਂ ਗੱਲ ਦੇ ਪਹਿਲਾਂ ਕੋਈ ਪੰਜਾ ਤੇ ਪਤਾ ਲੱਗੇ ਨਾ ਕੀ ਉਹਦੇ ਪੰਜਾ ਕਰਦੇ ਕਿ ਪੰਜਾ ਕਰਨੇ ਆ ਬਾਕੀ ਬੰਦੇ ਥੱਲੇ ਲਾ ਬੋਲੇਗਾ ਤੁਸੀਂ ਗੱਲ ਤੈਅ ਕਰ ਲਓ ਇਹ ਨਹੀਂ ਗੱਲ ਕਮਾਲ ਗੱਲ ਤੈਅ ਕਰਕੇ ਫਿਰ ਤਾਂ ਗੱਲ ਕਰਨ ਦੇ ਗੱਲ ਹੋਣੀ ਕੀ ਹੈ ਸ਼ਾਇਦ ਹਾਂਜੀ ਗੱਲ ਇਸਲਾਮ ਸਾਹਿਬ ਗੱਲ ਸੁਣ ਗੱਲ ਹੁਸ਼ਿਆਰੀਆਂ ਚਲਾਕੀਆਂ ਨਾ ਕਰਿਆ ਕਰ ਇਸਲਾਮ ਸਾਹਿਬ ਕਿੱਧਰ ਗਏ ਨੇ ਗੱਲ ਚਲੇ ਗਏ ਨੇ ਇਹ ਨਵਾਂ ਬੰਦਿਆਂ 'ਚ ਬਹਿ ਕੇ ਗੱਲ ਕਰਦੇ ਨੇ ਮੀਰ ਸਾਹਿਬ ਇਕੱਲੇ ਬੰਦੇ ਨਾਲ ਗੱਲ ਕਰ ਸਕਦੇ ਕਿ ਆਪਣੀ ਕਿਤਾਬਾਂ ਦੇ ਵਿੱਚੋਂ ਆਪਣੇ ਤਫਸੀਰਾਂ ਦੇ ਬਾਕੀ ਬੰਦੇ ਥੱਲੇ ਲਾਓ ਆਪਣੇ ਉਲਮਾ ਦਾ ਅਕੀਦਾ ਬਿਆਨ ਕਰੋ ਆ ਕਰਨੇ ਆ ਬਿਆਨ ਬਾਕੀ ਬੰਦੇ ਮੈਨੂੰ ਗੱਲ ਕਰ ਬਾਕੀ ਬੰਦੇ ਥੱਲੇ ਲਾਓ ਬਿਆਨ ਕਰੀਏ ਖਲੋ ਚੁੱਪ ਕਰ ਗੱਲ ਸੁਣ ਲੈ ਕਮਲਾ ਬਾਕੀ ਬੰਦੇ ਥੱਲੇ ਲਾਓ ਆਪਣਾ ਤਾਹਿਰ ਸਾਹਿਬ ਮੈਂ ਚੁੱਕ ਕੇ ਫੜਾ ਮਾਰਨੀ ਜਲੇ ਹੱਡੀਆਂ ਫੜਾਂ ਜਿਹੜੀਆਂ ਮਾਰਨੀਆਂ ਕਿੱਧਰੋਂ ਮਾਰੀ ਥੱਲੇ ਲਾ ਤਾਂ ਮੈਨੂੰ ਲੋਕਾਂ ਨੂੰ ਪਤਾ ਰਿਕਾਰਡਿੰਗ ਹੋਣ ਲੱਗੀ ਲੋਕਾਂ ਨੂੰ ਪਤਾ ਲੱਗ ਜਾਏਗਾ ਆਪਣੀ ਗੱਲ ਕੀਤੀ ਸੀ ਮਾਰੀ ਜਿੰਨੇ ਟਾਈਮ ਲੈ ਕੇ ਆਇਆ ਅਸੀਂ 1 to 1 ਗੱਲ ਕਰਾਂਗੇ ਜਿਸੇ ਉੱਤੇ ਆਇਆ ਤੇ ਅਸੀਂ ਆਖਿਆ ਅਸੀਂ ਨਹੀਂ ਜਾਣਾ ਥੱਲੇ ਚਲੋ ਜੀ ਮੈਂ ਜਾਣ ਲਿਆ ਜੇ ਇਹ ਕਰੇ ਨਾ ਹੇਰ ਫੇਰ ਤੈਨੂੰ ਚੁੱਕ ਕੇ ਮਾਰਿਓ ਥੱਲੇ ਮੈਂ ਵੀ ਚੱਲਾਂ ਹਾਂਜੀ ਕਰੋ ਜੀ ਆਪਣੇ ਅਮਨ ਨਜ਼ੀਰ ਸਾਹਿਬ ਗੱਲ ਜੋ ਕਰਨੀ ਹੈ ਇਦਾਂ ਹੀ ਹੋਏਗੀ ਗੱਲ ਠੀਕ ਹੈ ਪਰ ਉਹਦਾ ਕੋਈ ਵਕਤ ਮੁਕਰਰ ਹੋਏਗਾ ਟਾਈਮ ਮੁਕਰਰ ਹੋਏਗਾ ਜਦੋਂ ਮੈਂ ਤੇ ਮੀਰ ਸਾਹਿਬ ਅਸੀਂ ਗੱਲ ਕਰ ਲਾਂਗੇ ਤੁਸੀਂ ਨਾ ਫਿਕਰ ਕਰੋ ਤੁਸੀਂ ਗੱਲ ਇੱਕ ਪਹਿਲਾਂ ਖਲੋ ਜੋ ਤੁਸੀਂ ਚੁੱਪ ਕਰ ਜਾਓ ਮੀਰ ਸਾਹਿਬ ਕਿੱਥੇ ਕੱਲ ਗੱਲ ਹੋਈ ਹੈ ਮੇਰੀ ਮੀਰ ਸਾਹਿਬ ਨਾਲ ਜਿਹੜੀ ਪਿਆਂਦੇ ਹੋ ਕੱਲ ਬੜੀ ਇਹਦੇ ਨਾਲ ਹੋਈ ਹੈ ਖਤਮੇ ਨਬੂਵਤ ਦੇ ਮੌਜੂਦ ਕਿੱਥੇ ਮਨਾਜ਼ਰਾ ਮੇਰਾ ਹੋਇਆ ਕੱਲ ਸੁਣੀ ਹੈ ਪੂਰੀ ਨਹੀਂ ਸੁਣੀ ਮੈਂ ਕੱਲ ਜਾਂ ਪਰਸੋਂ ਸੁਣੀ ਐਕਸ ਤੇ ਹਾਂਜੀ ਕਿੱਥੇ ਮਨਾਜ਼ਰਾ ਹੋਇਆ ਹੈ ਐਕਸ ਤੇ ਮੈਨੂੰ ਕੀ ਪਤਾ ਕਿੱਥੇ ਹੋਇਆ ਮੈਂ ਤਾਂ ਸੁਣੀ ਹੈ ਇਹ ਤੁਸੀਂ ਕਹਿੰਦੇ ਹੋ ਕੱਲ ਬੜੀ ਉਹਨਾਂ ਮੀਰ ਸਾਹਿਬ ਨੇ ਨਾਲ ਉਹ ਕੀਤੀ 2 ਦਿਨ ਹੋਏ ਨੇ ਜਾਂ 1 ਦਿਨ ਹੋਇਆ ਮੈਂ ਐਕਸ ਤੇ ਸੁਣਿਆ ਮੈਂ ਦੱਸ ਤੇ ਰਿਹਾ ਕਿੱਥੇ ਹੋਇਆ 2 ਦਿਨ ਪਹਿਲੇ ਵੀ 1 ਦਿਨ ਪਹਿਲੇ ਵੀ 3 ਦਿਨ ਪਹਿਲੇ ਵੀ ਮੇਰਾ ਕੋਈ ਮੌਜੂਦ ਜਿਹੜਾ ਹੈ ਕਿ ਨਹੀਂ ਸਾਡਾ ਉਹ ਨਾਲ ਗੱਲ ਕਰਨੀ ਹੈ ਤੇ ਕਰੋ ਚਲੋ ਮੌਜੂਦ ਤੇ ਗੱਲ ਕਰ ਲੈ ਮੈਂ ਕਿਹਾ ਭਲਾ ਇਹ ਕਲੀਅਰ ਕਰ ਲਈ ਨਾ ਜਿਹੜਾ ਮੈਂ ਦੱਸਦਾ ਜਿਹੜਾ ਮੈਨੂੰ ਪਤਾ ਮੈਂ ਖੁਦ ਸੁਣਿਆ ਅਦੀਲ ਭਾਈ ਨੂੰ ਚੁੱਕਦੀ ਹੈ ਇਹ ਵੀ ਵਿੱਚ ਸ਼ਾਮਲ ਤੁਸੀਂ ਸੁਣਿਆ ਕਿੰਨੂੰ ਅਦੀਲ ਨੂੰ ਕਿਸੇ ਨੂੰ ਨਹੀਂ ਚੁੱਕਣਾ ਕਿਹੜਾ ਅਦੀਲ ਕਿਸੇ ਨੂੰ ਨਹੀਂ ਚੁੱਕਣਾ ਜੇ ਤੁਸੀਂ ਜਾਂ ਚੁੱਕਣਾ ਮੈਨੂੰ ਲਾ ਦੇਣਾ ਥੱਲੇ ਠੀਕ ਹੈ ਕਿਸੇ ਬੰਦੇ ਨੂੰ ਤਾਂ ਚੁੱਕਣਾ ਤਾਂ ਮੈਨੂੰ ਥੱਲੇ ਲਾ ਦੇਣਾ ਪਰ ਇਹ ਅੱਜ ਗੱਲ ਦਾ ਇੱਥੇ ਫੈਸਲਾ ਨਹੀਂ ਹੋਣਾ ਗੱਲ ਮਾਮਲਾ ਤੈਅ ਹੋਣਾ ਵੀ ਕਦੋਂ ਗੱਲ ਤੱਕ ਤੁਸੀਂ ਬਹਿ ਕੇ ਕਰ ਸਕਦੇ ਮੀਰ ਸਾਹਿਬ ਕੋ ਕਦੋਂ ਟਾਈਮ ਤੁਹਾਡੇ ਕੋ ਕਦੋਂ ਟਾਈਮ ਹੈ ਇਹ ਨਹੀਂ ਸ਼ਾਇਦ ਇੱਥੇ ਬਣਨਾ
ਮੀਰ ਸਾਹਿਬ ਕਿਸੇ ਗੈਰ ਜਾਨਬਦਾਰ ਜਗ੍ਹਾ ਦੇ ਉੱਤੇ ਬਹਿ ਕੇ ਗੱਲ ਨਹੀਂ ਕਰ ਸਕਦੇ। ਇਹਨਾਂ ਦੇ ਨਾਲ 8-10 ਬੰਦੇ ਬੈਠੇ ਹੋਣ ਤਾਂ ਇਹ ਗੱਲ ਤੁਸੀਂ ਕਰ ਜਿੱਥੇ ਸਕਦੇ। ਨਹੀਂ ਐਂਜੀ ਬਹਿਣਗੇ ਤੁਹਾਡੇ ਨਾਲ, ਜਿੱਥੇ ਵੀ ਬਾਹੋਗੇ ਐਂਜੀ ਅਸੀਂ ਇੰਜ ਬਵਾਂਗੇ। ਬੈਠੇ ਸਨ, ਇੰਜ ਉੱਥੇ ਬੈਠੇ ਸਨ, ਨਾਲ ਇਹਨਾਂ ਦੇ 3 ਬੰਦੇ ਆਪਣੇ ਸਾਥੀ ਸਨ, ਉਹਨਾਂ ਨੂੰ ਛੱਡ ਕੇ ਦੌੜ ਗਏ ਕੋਈ ਸਨ। ਬੰਦਾ ਉੱਤੇ ਨਹੀਂ ਆਏਗਾ, ਇਹ ਤੁਹਾਡੇ ਨਾਲ ਸਾਡਾ ਵਾਅਦਾ ਹੈ। ਮੈਂ ਕਹਿੰਦਾ ਵੀ ਮੀਰ ਸਾਹਿਬ ਨੂੰ ਆਪਣੇ ਬੰਦਿਆਂ 'ਚ ਹੋਰ ਕਿਸੇ ਬੰਦੇ ਦੀ ਸ਼ਾਹਦ ਭੱਟੀ ਦੀ, ਉਹਦੀ ਤਲਜ਼ ਔਰ ਮਲਕ ਦੀ, ਅਲੀਮ ਅਹਿਮਦ ਦੀ, ਕਿਸੇ ਦੀ ਬਰਾੜ ਪਸੰਦ ਨਹੀਂ ਹੈ। ਨਹੀਂ ਤੇ ਇਹ ਤੇ ਬਰਾੜ ਹੀ ਉਹਨਾਂ ਦੀ ਆਪਣੀ ਹੈ। ਆਪਣੀ ਬਰਾੜ ਹੋਵੇ। ਇੱਕ ਥਾਂ ਮੌਜੂਦ ਰਹੇ, ਉਹਦੀ ਆਪਣੀ ਬਰਾੜ ਹੈ। ਮਤਲਬ ਇਹ ਆਪਣੇ ਘਰ ਬਹਿ ਕੇ ਗੱਲ ਕਿਉਂ ਕਰਦੇ ਨੇ? ਦੂਜੇ ਦੇ ਘਰ ਜਾ ਕੇ ਗੱਲ ਕਰਨਾ ਜਾਂ ਕਿਸੇ ਤੀਸਰੇ ਘਰ ਬਹਿ ਕੇ ਗੱਲ ਕਰਨਾ ਕਿਉਂ ਨਹੀਂ ਮਨਾਸਬ ਸਮਝਿਆ? ਅਮਨ ਨਜ਼ੀਰ ਸਾਹਿਬ, ਸੋਸ਼ਲ ਮੀਡੀਆ ਹੈ, ਕਿਸੇ ਦਾ ਘਰ ਨਹੀਂ ਹੈ ਇੱਥੇ। ਹਰ ਬੰਦੇ ਨੂੰ ਆਜ਼ਾਦੀ ਹੈ, ਜਿੱਦਾਂ ਮਰਜ਼ੀ ਕੋਈ ਗੱਲ ਕਰ ਤਾਹਰ ਸਕਦਾ। ਸਾਹਿਬ ਇਹ ਘਰ ਹੀ ਹੁੰਦਾ ਨਾ। ਹੁਣ ਤੁਸੀਂ, ਤੁਹਾਡੇ ਕੋਲ ਇਖਤਿਆਰ ਹੈ, ਤੁਸੀਂ ਮੈਨੂੰ ਮਿਊਟ ਕਰ ਸਕਦੇ ਹੋ, ਥੱਲੇ ਲਾ ਸਕਦੇ ਹੋ, ਮੈਂ ਤੁਹਾਨੂੰ ਮਿਊਟ ਨਹੀਂ ਕਰ ਸਕਦਾ। ਨਹੀਂ ਅਸੀਂ ਲਾਣਾ ਨਹੀਂ ਕਿਸੇ ਨੂੰ, ਅਸੀਂ ਬਸ ਇਹ ਹੁਣ ਕਿਸੇ ਜ਼ਮਾਨਤ, ਤੁਹਾਡੀ ਜ਼ਮਾਨਤ ਤੇ ਕੋਈ ਨਾ, ਤੁਸੀਂ ਨਹੀਂ ਲਾਣਾ। ਇਹ ਤੁਹਾਡੀ ਕੋਈ ਗਾਰੰਟੀ ਤੇ ਕੋਈ ਨਾ, ਤੁਸੀਂ ਮੈਨੂੰ ਨਹੀਂ ਲਾਣਾ ਜਾਂ ਮੈਨੂੰ ਮਿਊਟ ਨਹੀਂ ਕਰਨਾ, ਕੋਈ ਗਾਰੰਟੀ ਹੈ? ਕੋਈ ਗਾਰੰਟੀ ਨਹੀਂ। ਤੁਹਾਡੀ ਜ਼ੁਬਾਨ ਤੇ ਕੌਣ ਤਬਾਰ ਕਰੇਗਾ? ਨਹੀਂ, ਜੋ ਤੈਅ ਹੋਏਗਾ, ਜੋ ਅਸੂਲ ਤੈਅ ਹੋਣਗੇ ਉਹ ਹੀ ਚੱਲਣਗੇ। ਤੈਅ ਕਰਕੇ ਮੈਂ ਉਹੀ ਪਿਆ ਕਹਿਣਾ, ਜਿਹੜਾ ਬੰਦਾ ਤੈਅ ਕਰੇ, ਜੇ ਉਹ ਬਰਾਬਰੀ ਦੀ ਸਤ੍ਹਾ ਤੇ ਤੈਅ ਕਰ ਸਕਦਾ ਹੋਵੇ ਤੇ ਉਹ ਬਰਾਬਰੀ ਸਤ੍ਹਾ ਤੇ ਗੱਲ ਵੀ ਕਰ ਲੈਂਦਾ ਹੈ ਕਿਸੇ ਗੈਰ ਜਾਨਬਦਾਰ ਬਰਾੜ ਤੇ। ਯਾਰ ਜਾਂ ਤੁਸੀਂ ਮੀਰ ਸਾਹਿਬ ਨਾਲ ਗੱਲ ਕਰ ਲਓ, ਉਹ ਜੇ ਕਿਤੇ ਮੰਨਦੇ ਨੇ ਤੇ ਉਹਨਾਂ ਨੂੰ ਤੁਸੀਂ ਸੋ ਬਿਸਮਿਲ੍ਲਾ, ਅਸੀਂ ਕੋਈ ਇਨਫੋਰਸ ਨਹੀਂ ਕਰਦੇ। ਮੀਰ ਸਾਹਿਬ ਇਮਾਨਦਾਰੀ ਦੀ ਗੱਲ ਹੈ ਕਿ ਗੈਰ ਜਾਨਬਦਾਰ ਜਗ੍ਹਾ ਤੇ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਆਪਣੀ ਫੇਵਰ ਵਾਲੀ ਜਗ੍ਹਾ ਤੇ ਬਹਿ ਕੇ ਗੱਲ ਕਰਨੀ ਚਾਹੀਦੀ ਹੈ? ਤੁਸੀਂ ਆਪਣਾ ਅਕੀਦਾ ਨਹੀਂ ਦੱਸ ਸਕੇ, ਬਸ ਗੱਲਾਂ ਚਸਰਬਾਜ਼ੀਆਂ ਤੋਂ ਇਲਾਵਾ ਹੋਰ ਤੋਂ ਹੁੰਦਾ ਕੀ ਹੈ? 2 ਮਹੀਨੇ ਹੋ ਗਏ ਅੱਛਾ ਨੇ, ਮੀਰ ਸਾਹਿਬ, ਕਿਤਾਬਾਂ ਤੁਹਾਡੇ ਕੋਲ ਨੇ, ਉਹਦੇ ਚੋਂ ਪੜ੍ਹ ਕੇ ਅਕੀਦਾ ਵੀ ਨਹੀਂ ਦੱਸ ਸਕਦੇ। ਉਹ ਅਕੀਦਾ ਜਿੱਥੋਂ ਦੱਸੋ ਤੁਸੀਂ ਗੱਲ ਮੁੱਕੇ ਵਿੱਚੋਂ। ਮੇਰੀ ਗੱਲ ਸੁਣੋ, ਜਿੱਥੋਂ ਤੁਸੀਂ ਆਖੋਗੇ ਅਕੀਦਾ ਦੱਸੋ, ਤਦ ਗੱਲ ਸੁਣਾਂਗਾ। ਉਹ ਕੀਦਾ ਹੀ ਦੱਸਣ ਲੱਗੇ ਆ ਵੀ ਮੈਂ ਪਿਆ ਨਾ, ਤੁਹਾਨੂੰ ਸਾਡੇ ਕੀਦੇ ਦਾ ਤੇ ਆਪ ਪਤਾ, ਤਾਂ ਹੀ ਤੁਸੀਂ ਆਖਿਆ ਵੀ ਡਾਕਟਰ ਅਹਿਮਦ ਦੀ ਦਾਤ ਆ, ਉਹ ਕੀਦਾ ਨਹੀਂ ਜਿਹੜਾ ਇਹਨਾਂ ਦਾ ਹੈ। ਤੁਸੀਂ ਸਾਡਾ ਵੀ ਬਿਆਨ ਕਰ ਦਿਓ, ਉਹਨਾਂ ਦਾ ਵੀ ਬਿਆਨ ਕਰ ਦਿਓ। ਕਿਆਮਤ ਤੱਕ ਨਹੀਂ ਦੱਸੋਗੇ, ਮੈਂ ਕਿਉਂ ਬਿਆਨ ਕਰਾਂ? ਤੁਹਾਡਾ ਅਕੀਦਾ ਤੁਸੀਂ ਬਿਆਨ ਕਰੋ। ਜਿਹੜਾ ਮੈਂ ਬਿਆਨ ਕਰਾਂਗਾ ਮੰਨ ਲਓਗੇ? ਨੇ ਪਹਿਲਾਂ ਤੁਸੀਂ ਬਿਆਨ ਕਰੋਗੇ ਨਾ ਤੇ ਫਿਰ ਮੰਨਣ ਨਾ ਚੁੱਪ ਕਰ ਜਾਓ, ਤੁਸੀਂ ਚੁੱਪ ਕਰ ਜਾਓ। ਤਾਹਰ ਸਾਹਿਬ ਤੁਸੀਂ ਚੁੱਪ ਕਰ ਜਾਓ, ਇੱਕ ਮਿੰਟ ਖਾਮੋਸ਼ ਰਹੋ। ਐਸੇ ਗੱਲੇ ਮੈਂ ਨਾ, ਤੁਸੀਂ ਨਹੀਂ ਵਿੱਚ ਬੋਲਣਾ, ਇਹਦਾ ਨਾਂ ਹੁੰਦਾ ਜਾਨਬਦਾਰੀ। ਤੁਸੀਂ ਖਾਮੋਸ਼ ਰਹਿਣਾ, ਤੁਸੀਂ ਨਹੀਂ ਬੋਲਣਾ। ਮੀਰ ਸਾਹਿਬ ਜਿਹੜਾ ਕੀਦਾ ਮੈਂ ਬਿਆਨ ਕਰਾਂਗਾ ਕਬੂਲ ਕਰ ਉਹ ਲਓਗੇ? ਭਾਈ ਤੁਹਾਡੀ ਕੀ ਹਸੀਅਤ ਹੈ? ਤੁਹਾਡਾ ਅਕੀਦਾ, ਮੈਂ ਤੁਹਾਡਾ ਅਕੀਦਾ ਨਹੀਂ ਪੁੱਛ ਰਿਹਾ, ਮੈਂ ਤੁਹਾਡੀ ਤਫਸੀਰਾਂ ਜੋ ਅਕੀਦਾ ਲਿਖਿਆ ਉਹ ਪੁੱਛ ਰਿਹਾ ਵਾਂ। ਅਹਿਲੇ ਹਦੀਸ ਤਫਸੀਰ, ਦੇਵਬੰਦੀ ਤਫਸੀਰ, ਬਰੇਲਵੀ ਤਫਸੀਰ, ਸ਼ੀਆ ਦੀ ਤਫਸੀਰ, ਉਹਨਾਂ ਦੀ ਜੋ ਅਕੀਦਾ ਲਿਖਿਆ ਉਹ ਦੱਸੋ ਕੀ ਲਿਖਿਆ ਹੈ? ਤੂੰ ਕੀ ਪਤਾ ਕੀ ਲਿਖਿਆ? ਤੁਸੀਂ ਦੱਸਣੇ ਕੀ ਲਿਖਿਆ ਭਾਈ ਮੈਂ ਉਹੀ ਪਿਆਨਾ, ਜੇ ਤੇ ਸਾਡਾ ਕੀਦਾ ਸੂਰਾ ਨਿਸਾ ਦੀ ਆਇਤ ਨੰਬਰ 157 ਦੀ ਜੋ ਤਫਸੀਰ ਲਿਖੀ ਪੜ੍ਹ ਕੇ ਸੁਣਾ ਦਿਓ। ਜੋ ਮੈਂ ਕਹਿੰਦਾ ਤੁਸੀਂ ਆਂਦੇ ਹੋ ਜਾਂ ਤੇ ਉਹ ਮੈਂ ਬਿਆਨ ਕਰ ਦੇਣਾ। ਮੈਂ ਇਹ ਗੱਲ ਇੱਕ ਬੱਚੇ ਨੂੰ ਵੀ ਕਹੇ ਨਾ ਸਮਝ ਆ ਜਾਂਦੀ ਹੈ ਮੈਨੂੰ ਜੀ, ਜਾਂ ਮੈਂ ਦੱਸਦਾ ਸੂਰਾ ਨੂਰ, ਸੂਰਾ ਨਿਸਾ ਆਇਤ ਨੰਬਰ 157 ਉਹਦੀ ਤਫਸੀਰ ਦੱਸ ਦਿਓ ਕੀ ਲਿਖੀ ਹੈ। ਅੱਛਾ ਠੀਕ ਹੈ, ਮੈਂ ਉਹੀ ਪੇਰਜ ਕਰਨਾ। ਜੇ ਤੇ ਉਹ ਤਫਸੀਰ ਪੜ੍ਹ ਕੇ ਸੁਣਾਣੀ ਹੈ, ਉਹ ਤੁਹਾਡੇ ਕੋਲ ਵੀ ਤਫਸੀਰ ਹੈ, ਮੇਰੇ ਕੋਲ ਵੀ ਹੈ, ਤੁਸੀਂ ਆਪ ਪੜ੍ਹ ਕੇ ਸੁਣਾ ਦਿਓ। ਹੁਣ ਤੁਹਾਨੂੰ ਕੀ ਹੁੰਦਾ ਸੁਣਾਉਂਦੇ ਆ? ਮੈਂ ਤੇ ਫਿਰ ਆਪਣੀ ਜੋ ਮੇਰਾ ਅਕੀਦਾ ਉਹ ਮੈਂ ਬਿਆਨ ਕਰਨਾ ਕਿ ਤੁਸੀਂ ਮੈਂ ਬਿਆਨ ਤੁਹਾਡਾ ਕਰਨਾ? ਅਕੀਦਾ ਤੇ ਪੁੱਛ ਹੀ ਨਹੀਂ ਰਿਹਾ। ਤੁਸੀਂ ਮੇਨ ਸਟ੍ਰੀਮ ਮੁਸਲਮਾਨ ਹੋ, ਤੁਹਾਨੂੰ ਤਾਂ ਕਾਫਰ ਸਮਝਦੇ ਨੇ ਸਾਰੇ। ਮੇਨ ਸਟ੍ਰੀਮ ਮੁਸਲਮਾਨਾਂ ਦਾ ਨਹੀਂ, ਅਗਰ ਤੁਹਾਨੂੰ ਮੈਂ ਤਾਂ ਸਾਰੇ ਕਾਫਰ ਸਮਝਦੇ ਨੇ, ਤੁਸੀਂ ਮੇਨ ਸਟ੍ਰੀਮ ਵਿੱਚ ਹੈ ਹੀ ਨਹੀਂ। ਤੁਸੀਂ ਤਾਂ ਕਲੀਲ ਜਿਹਾ ਛੋਟਾ ਜਿਹਾ ਫਿਰਕਾ ਹੋ। ਠੀਕ ਤੁਸੀਂ ਹੈ, ਕਿੱਥੋਂ ਆ ਮੈਨੂੰ ਗਏ ਤੁਸੀਂ ਮੇਨ ਸਟ੍ਰੀਮ? ਮੀਰ ਸਾਹਿਬ ਗੱਲ ਸਿੱਧੀ ਮੁੱਕ ਕਰੋ। ਗਈ ਯਾਰ, ਮੈਂ ਜ਼ਿਆਦਾ ਚਤਰਬਾਜ਼ੀ ਨਹੀਂ ਜਾਣਦਾ। 2 ਮਹੀਨੇ ਤੋਂ ਇੱਕ ਹੀ ਗੱਲ ਕਰ ਰਿਹਾ ਵਾਂ, ਉਹਦਾ ਹੀ ਜਵਾਬ ਕੋਈ ਨਹੀਂ ਅੱਜ ਤੱਕ। ਤੁਸੀਂ ਬੇਬੁਨਿਆਦ ਗੱਲ ਕਰ ਰਹੇ ਹੋ ਨਾ, ਬੇਬੁਨਿਆਦ ਗੱਲ ਕਰ ਰਹੇ ਹੋ। ਬੇਬੁਨਿਆਦ ਸਮਝੋ ਤਾਂ ਫਿਰ ਬੇਬੁਨਿਆਦ ਕਿਹੜੀ ਗੱਲ ਤੋਂ ਹੈ? ਤੁਸੀਂ ਕਹਿੰਦੇ ਹੋ ਕਿ ਆਪਣਾ ਅਕੀਦਾ ਬਿਆਨ ਕਰੋ। ਮੈਂ ਬੇਸੀ ਮੁਸਲਮਾਨ ਦਾ ਅਕੀਦਾ, ਮੈਂ ਤੁਹਾਡੀ ਜ਼ਾਤੀ ਅਕੀਦਾ ਨਹੀਂ ਪੁੱਛਿਆ। ਸਾਰਿਆਂ ਨੂੰ ਪਤਾ ਹੈ, ਅੰਨਿਆਂ ਨੂੰ ਪਤਾ ਹੈ। ਮੀਰ ਸਾਹਿਬ ਮੇਰੀ ਗੱਲ ਤਾਂ ਸੁਣੋ ਨਾ। ਜਿਹੜੀ ਗੱਲ ਦੇ ਉੱਤੇ ਮੈਂ ਤੁਹਾਨੂੰ ਅਕੀਦਾ ਨਹੀਂ ਦੱਸੋਗੇ। ਆਹੋ ਦੱਸਣਾ, ਮੈਂ ਕਹਿੰਦਾ ਜਿਹੜੀ ਗੱਲ ਦੇ ਉੱਤੇ ਗੱਲ ਸੁਣ ਲਿਆ। ਅੱਜ ਤੱਕ ਅਕੀਦਾ ਦੱਸਣ ਦੀ ਜ਼ਰੂਰਤ ਨਹੀਂ ਹੋਈ। ਰੌਲਾ ਨਾ ਪਾਓ, ਰੌਲਾ ਨਾ ਪਾਓ। ਨਹੀਂ ਰੌਲਾ ਨਾ ਪਾਓ ਤੇ ਹੋਰ ਮੈਂ ਕੀ ਕਰਾਂ? ਜਿਹੜੀ ਗੱਲ ਦੇ ਉੱਤੇ ਮੈਂ ਤੁਹਾਨੂੰ ਚੈਲੰਜ ਕੀਤਾ ਉਹ ਕੀ ਗੱਲ ਹੈ? ਮੈਨੂੰ ਨਹੀਂ ਪਤਾ। ਮੈਂ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਕਿਆ ਹੈ ਕਿ ਮੇਨ ਸਟ੍ਰੀਮ ਮੁਸਲਮਾਨਾਂ ਦੇ ਕੀਤੇ ਉੱਤੇ ਤੁਹਾਨੂੰ ਚੈਲੰਜ ਨਹੀਂ ਕੀਤਾ ਗਿਆ। ਤੁਹਾਨੂੰ ਚੈਲੰਜ ਕੀਤਾ ਗਿਆ ਉਸ ਝੂਠ ਉੱਤੇ ਜਿਹੜਾ ਡਾਕਟਰ ਅਹਿਮਦ ਦੀਦਾਤ ਦੇ ਨਾਂ ਉੱਤੇ ਤੁਸੀਂ ਬੋਲੇ। ਲੇਕਿਨ ਮੈਂ ਜੋ ਡਾਕਟਰ ਅਹਿਮਦ ਦੀਦਾਤ ਦਾ ਇੱਕ ਮਿੰਟ
ਮੈਂ ਨਹੀਂ ਇੱਕ ਮਿੰਟ ਨਹੀਂ ਮੈਂ ਜੋ ਕਿਹਾ ਮੈਂ ਕਿਹਾ ਅਹਿਮਦ ਦਿਦਾਰ ਦਾ ਕੀਦਾ ਉਹ ਨਹੀਂ ਜੋ ਮੇਨਸਟ੍ਰੀਮ ਮੁਸਲਮਾਨਾਂ ਦਾ ਜਿੰਨਾ ਚ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਵਿੱਚ ਨਹੀਂ ਬੋਲੋ ਵਿੱਚ ਨਹੀਂ ਬੋਲੋ ਅਗਰ ਵਿੱਚ ਬੋਲੋਗੇ ਤਾਂ ਫਿਰ ਸਾਨੂੰ ਹੱਕਾਂ ਸਿਰੇ ਤੁਹਾਨੂੰ ਮਿਊਟ ਕਰ ਦਈਏ ਜ਼ਾਹਿਰ ਤੁਸੀਂ ਹੱਕ ਤੁਹਾਡਾ ਆਪਣਾ ਹੱਕ ਰੱਖ ਕੇ ਤੇ ਤੁਸੀਂ ਗੱਲ ਕਰਦੇ ਹੋ ਨਹੀਂ ਜੋ ਅਸੂਲ ਦੀ ਖਿਲਾਫਵਰਜ਼ੀ ਕਰੇ ਉਹ ਨਾਲ ਉਹੀ ਸ਼ੁਰੂ ਅਸੂਲ ਇੱਥੇ ਨਹੀਂ ਹੁੰਦਾ ਅਸੂਲ ਤਾਂ ਹੀ ਮੈਂ ਕਿਹਾ ਕਿਸੇ ਗੈਰ ਜਾਨਵਰ ਮੈਂ ਇਹ ਗੱਲ ਕਹੀ ਹੈ ਕਿ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਜੋ ਹੈ ਉਹ ਅਹਿਮਦ ਦਿਦਾਰ ਦਾ ਅਕੀਦਾ ਨਹੀਂ ਜਦੋਂ ਤੱਕ ਇਹ ਨਹੀਂ ਪਤਾ ਲੱਗੇਗਾ ਕਿ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਕੀ ਹੈ ਕਿਵੇਂ ਪਤਾ ਲੱਗੇਗਾ ਕਿ ਉਹਦਾ ਅਕੀਦਾ ਉਹ ਹੈ ਕਿ ਨਹੀਂ ਹੈ ਉਹ ਦੱਸੋ ਬਸ ਠੀਕ ਆ ਗਈ ਹੁਣ ਗੱਲ ਹੁਣ ਤੁਸੀਂ ਮਿਊਟ ਕਰ ਲਓ ਗੱਲ ਇਹ ਮੀਰ ਸਾਹਿਬ ਮੈਂ ਤੁਹਾਨੂੰ ਇਸ ਗੱਲ ਉੱਤੇ ਤੇ ਚੈਲੰਜ ਹੀ ਨਹੀਂ ਕੀਤਾ ਹੈ ਜਿਹੜੀ ਤੁਸੀਂ ਬਿਆਨ ਕਰਦੇ ਹੋ ਮੈਂ ਤੁਹਾਨੂੰ ਇਸ ਗੱਲ ਉੱਤੇ 500 ਯੂਰੋ ਦਾ ਇਨਾਮ ਦਾ ਚੈਲੰਜ ਕੀਤਾ ਸੀ ਕਿ ਤੁਸੀਂ ਇਹ ਗੱਲ ਕਹੀ ਸੀ ਕਿ ਡਾਕਟਰ ਅਹਿਮਦ ਦਿਦਾਰ ਦਾ ਇਹ ਅਕੀਦਾ ਸੀ ਕਿ ਈਸਾ ਅਲੈਹਿਸਸਲਾਤੁ ਵਸਲਾਮ ਨੂੰ ਸਲੀਬ ਉੱਤੇ ਚੜਾਇਆ ਗਿਆ ਲੇਕਿਨ ਸਲੀਬ ਉੱਤੇ ਉਹਨਾਂ ਨੂੰ ਮੌਤ ਨਹੀਂ ਅੱਲਾਹ ਤਾਲਾ ਨੇ ਦਿੱਤੀ ਮੈਂ ਤੁਹਾਨੂੰ ਆਖਿਆ ਸੀ ਇਹ ਅਕੀਦਾ ਡਾਕਟਰ ਅਹਿਮਦ ਦਿਦਾਰ ਦਾ ਤੁਸੀਂ ਸਾਬਤ ਕਰਨਾ ਹੈ ਮੈਂ ਤੁਹਾਨੂੰ 500 ਯੂਰੋ ਇਨਾਮ ਦੇਣਾ ਹੈ ਇਹਦੇ ਵਾਸਤੇ ਮੇਨ ਸਟ੍ਰੀਮ ਮੁਸਲਮਾਨਾਂ ਦਾ ਕਿੱਦਾਂ ਜਾਣਨ ਦੀ ਇੱਕ ਮਿੰਟ ਮੇਰੀ ਗੱਲ ਨਾ ਬੋਲੋ ਮੇਰੀ ਤੁਹਾਡੀ ਗੱਲ ਨਹੀਂ ਬੋਲਿਆ ਮੀਰ ਸਾਹਿਬ ਮੇਰੀ ਗੱਲ ਨਾ ਬੋਲੋ ਮੈਂ ਉਸੇ ਵੇਲੇ ਜਿਸ ਬੰਦੇ ਨਾਲ ਗੱਲ ਹੋਈ ਸੀ ਮੇਰੀ ਗੱਲ 'ਚ ਨਾ ਬੋਲੋ ਤੁਹਾਡੀ ਵਾਰੀ ਮੈਂ ਬੋਲਿਆ ਮੈਂ ਹੌਸਲਾ ਕਰਕੇ ਸੁਣੋ ਵਕਤ ਮੁਕਰਰ ਹੋਣਾ ਚਾਹੀਦਾ ਨਾ ਇਹ ਨਹੀਂ ਕਿ ਤੁਸੀਂ 10 ਘੰਟੇ ਬੋਲਦੇ ਰਹੋ ਮੈਂ ਕੋਈ 10 ਘੰਟੇ 2 ਮਿੰਟ ਵੀ ਪੂਰੇ ਨਹੀਂ 1 ਮਿੰਟ ਮੈਂ ਗੱਲ ਕੀਤੀ ਤੁਸੀਂ ਰੌਲਾ ਪਾ ਦਿੱਤਾ ਹੈ ਮੈਂ ਤੁਹਾਨੂੰ ਇੰਨੀ ਅਰਜ਼ ਕਰਨਾ ਜੇ ਆਂਦੇ ਹੋ ਤਾਂ ਮੈਂ ਉਹ ਵੀਡੀਓ ਪਲੇ ਕਰ ਦੇਣਾ ਦੁਬਾਰਾ ਤੁਸੀਂ ਉਹ ਵੀਡੀਓ ਸੁਣ ਲਵੋ ਜਿਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚੈਲੰਜ ਕੀਤਾ ਹੈ ਜੇ ਤੁਸੀਂ ਉਸ ਚੈਲੰਜ ਨੂੰ ਪ੍ਰੂਵ ਕਰ ਸਕਦੇ ਹੋ ਤੇ ਇੱਥੇ ਮੈਂ ਬੈਠਾ ਪ੍ਰੂਵ ਕਰ ਦਿਓ ਜੇ ਤੁਸੀਂ ਤੁਹਾਡੇ ਕੋਲ ਉਹਦਾ ਸਬੂਤ ਨਹੀਂ ਹੈ ਤੇ ਕਿਆਮਤ ਦੀ ਪਹਿਲੀ ਤਰੀਕ ਤਾਈਂ ਵੀ ਤੁਹਾਡੇ ਕੋਲ ਉਹਦਾ ਸਬੂਤ ਨਹੀਂ ਹੋਣਾ ਤੁਸੀਂ ਫਿਰ ਇੰਜ ਕਰੋ ਕਿ ਇੱਕ ਮਾਜ਼ਰਤ ਦੀ ਵੀਡੀਓ ਬਣਾ ਦਿਓ ਕਿ ਮੇਰੇ ਕੋਲੋਂ ਗਲਤੀ ਹੋ ਗਈ ਇੰਨੀ ਗੱਲ ਹੈ ਬਾਕੀ ਫਜ਼ੂਲ ਗੱਲਾਂ ਨੇ ਮੇਨ ਸਟ੍ਰੀਮ ਮੁਸਲਮਾਨਾਂ ਦਾ ਕੀਦਾ ਦੱਸੋ ਫਲਾਣੇ ਦਾ ਕੀਦਾ ਦੱਸੋ ਉਹ ਮੇਰੀ ਤੁਹਾਡੀ ਬਹਿਸ ਹੀ ਨਹੀਂ ਹੈ ਜੀ ਹਾਂਜੀ ਮੋਹਤਰਮ ਮੈਂ ਉਸੇ ਵੇਲੇ ਸਬੂਤ ਦਿੱਤਾ ਸੀ ਜਿਸ ਬੰਦੇ ਨੇ ਤੁਹਾਨੂੰ ਇਹ ਗੱਲ ਜਾ ਕੀਤੀ ਹੈ ਨਾ ਮੈਂ ਉਸੇ ਵੇਲੇ ਉਹ ਸਬੂਤ ਦਿੱਤਾ ਸੀ ਖੁਦ ਜਿਨ੍ਹਾਂ ਲੋਕਾਂ ਨਾਲ ਮੁਨਾਜ਼ਰੇ ਹੋ ਰਹੇ ਹੋਣਗੇ ਉਹਨਾਂ ਇਹ ਗੱਲ ਕਹੀ ਹੈ ਕਿ ਇਹਦੇ ਅਕੀਦੇ ਉਹੀ ਨੇ ਜੋ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਅਕੀਦੇ ਨੇ ਤੇ ਮੈਂ ਤਾਂ ਉਸੇ ਵੇਲੇ ਸਬੂਤ ਦਿੱਤਾ ਸੀ ਠੀਕ ਮਿਊਟ ਕਰੋ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਉਸੇ ਵੇਲੇ ਸਬੂਤ ਦੇ ਦਿੱਤਾ ਸੀ ਤੇ ਮੀਰ ਸਾਹਿਬ ਮੇਰਾ 500 ਯੂਰੋ ਫਰੈਂਕਫਰਟ ਓਫਨਬਾਗ ਕਿਉਂ ਜਮ੍ਹਾਂ ਕਰਵਾਇਆ ਸੀ ਤਬਸਮ ਸਾਹਿਬ ਕੋਲ ਤੁਸੀਂ ਮੈਨੂੰ ਇਸ ਗੱਲ ਵਾਸਤੇ ਇਹ ਪੈਸੇ ਜਮ੍ਹਾਂ ਕਰਵਾਏ ਸੀ ਕਿ ਤੁਸੀਂ ਮੈਨੂੰ ਸਬੂਤ ਦੇਣਾ ਸੀ ਜੇ ਤੁਸੀਂ ਪਹਿਲੇ ਹੀ ਸਬੂਤ ਦੇਤਾ ਸੀ ਤਾਂ ਮੈਨੂੰ ਦੱਸੋ ਮੈਨੂੰ ਕਹਿੰਦੇ ਪੈਸੇ ਆਖਿਆ ਜੇ ਜਮ੍ਹਾਂ ਕਰਵਾਇਆ ਉੱਥੇ ਫਰੈਂਕਫਰਟ ਮੈਂ ਸ਼ਰਮਾਂਦਾ ਰਿਹਾ ਮੇਰਾ ਉਹ ਕਜ਼ਨ ਹੈ ਮੈਂ ਕਿਸ ਤਰ੍ਹਾਂ ਉਹਨੂੰ ਆਖਾਂ ਲੇਕਿਨ ਇਨ ਦਾ ਐਂਡ ਉਹਨਾਂ ਤੁਹਾਨੂੰ ਮੈਸੇਜ ਕੀਤਾ ਹੁਣ ਤੁਸੀਂ ਸਬੂਤ ਮੈਨੂੰ ਦੇਣਾ ਹੈ ਨਾ ਕਿ ਤੁਸੀਂ ਉਹਨੂੰ ਜਿਹੜਾ ਪਿਆ ਦਿਓ ਮੈਂ ਦੇ ਦਿੱਤਾ ਸਬੂਤ ਲਿਆਓ ਜਿਹੜਾ ਦੇ ਦਿੱਤਾ ਦੁਬਾਰਾ ਦੇ ਦਿਓ ਸਬੂਤ ਕਿਹੜਾ ਸਬੂਤ ਹੈ ਤੁਹਾਡੇ ਕੋਲ ਅੱਛਾ ਜੇ ਤੁਸੀਂ ਉਹਨੂੰ ਕੋਲ ਪੁੱਛਿਆ ਸੀ ਕਿ ਤੁਹਾਨੂੰ ਕੋਈ ਸਬੂਤ ਦਿੱਤਾ ਹੈ ਕਿਹਦੇ ਕੋਲ ਪੁੱਛਿਆ ਸੀ ਉਸਨੇ ਤੁਹਾਨੂੰ ਇਤਲਾਹ ਦਿੱਤੀ ਸੀ ਕਿ ਉਹਨੇ ਇਹ ਗੱਲ ਕੀਤੀ ਹੈ ਮੈਂ ਤੁਹਾਡੀ ਵੀਡੀਓ ਖੁਦ ਰਿਕਾਰਡ ਕੀਤੀ ਨਹੀਂ ਸੀ ਮੈਂ ਉਹ ਗੱਲ ਸੁਣੋ ਮੈਂ ਗੱਲ ਹੀ ਇੱਕ ਜਗ੍ਹਾ ਕੀਤੀ ਹੈ ਤੇ ਉਹਨੇ ਤੁਸੀਂ ਕੀਤਾ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਉਹ ਬੰਦੇ ਨੂੰ ਪੁੱਛਿਆ ਸੀ ਉਹਨੇ ਕੋਈ ਸਬੂਤ ਦਿੱਤਾ ਉਹਨੂੰ ਪੁੱਛਣ ਦੀ ਲੋੜ ਨਹੀਂ ਖੁਦ ਵੇਖਦਾ ਸੀ ਅੱਜ ਵੀ ਉਹਦੇ ਉਸੇ WhatsApp ਤੇ ਪਿਆ ਹੈ ਜਿਹੜਾ ਮੈਂ ਦਿੱਤਾ ਉਸੇ ਵੇਲੇ ਮੈਂ ਦਿੱਤਾ ਸੀ ਸਬੂਤ ਮੀਰ ਸਾਹਿਬ ਮੈਂ ਪੈਰਸ ਕਰਨਾ ਨਹੀਂ ਮੈਂ ਜਿਹੜੀ ਗੱਲ ਕਿ ਤੁਸੀਂ ਉਹਨੂੰ ਪੁੱਛਿਆ ਜਿਹਨੇ ਤੁਹਾਨੂੰ ਇਹ ਪੈਗਾਮ ਦਿੱਤਾ ਸੀ ਉਹਨੂੰ ਪੁੱਛਿਆ ਭਾਈ ਉਹਨੇ ਕੋਈ ਸਬੂਤ ਦਿੱਤਾ ਜਦੋਂ ਮੈਂ ਅੱਖਾਂ ਨਾਲ ਵੇਖ ਰਿਹਾ ਉਹਨੂੰ ਪੁੱਛਣ ਦੀ ਮੈਨੂੰ ਕੀ ਜ਼ਰੂਰਤ ਹੈ ਕੀ ਅੱਖਾਂ ਨਾਲ ਵੇਖ ਰਿਹਾ ਜੀ ਤੁਹਾਡੀ ਗੁਫ਼ਤਗੂ ਸਾਰੀ ਸੁਣ ਰਿਹਾ ਸੀ ਨਹੀਂ ਗੱਲ ਤੇ ਤੁਹਾਨੂੰ ਉਹਨੇ ਦੱਸੀ ਹੈ ਤੁਸੀਂ ਕਿੱਥੇ ਅੱਖਾਂ ਨਾਲ ਵੇਖ ਰਹੇ ਮੈਂ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਸੀ ਤੇ ਹੱਥਾਂ ਨਾਲ ਰਿਕਾਰਡ ਕਰ ਰਿਹਾ ਸੀ ਤੁਹਾਡੀ ਗੁਫ਼ਤਗੂ ਕੀ ਵੇਖ ਰਿਹਾ ਸੀ ਜਿਹੜੀ ਤੁਹਾਡੀ ਗੁਫ਼ਤਗੂ ਬਲਾਲ ਨਾਲ ਹੋ ਰਹੀ ਸੀ ਨਾ ਮੈਂ ਖੁਦ ਰਿਕਾਰਡ ਕਰ ਰਿਹਾ ਸੀ ਉਦੋਂ ਮੈਂ ਸਬੂਤ ਨਹੀਂ ਦਿੱਤਾ ਤੁਸੀਂ ਖੁਦਾ ਨੂੰ ਹਾਜ਼ਰ ਨਾਲ ਕਹਿ ਗਏ ਕਿ ਮੈਂ ਕੋਈ ਸਬੂਤ ਨਹੀਂ ਉਦੋਂ ਦਿੱਤਾ ਮੈਂ ਕਹਿੰਦਾ ਜਿਹੜਾ ਤੁਹਾਡੇ ਕੋਲ ਸਬੂਤ ਉਦੋਂ ਐ ਸੀ ਹੁਣ ਪੇਸ਼ ਕਰੋ ਮੈਂ ਗੱਲ ਹੀ ਨਹੀਂ ਕਰਦਾ ਜਦੋਂ ਉਦੋਂ ਮਿਲ ਗਿਆ ਸਬੂਤ ਤੇ ਫਿਰ ਦੂਜੀ ਵਾਰੀ ਕਿਉਂ ਕੀ ਸਬੂਤ ਲੈਣ ਦੀ ਜ਼ਰੂਰਤ ਹੈ ਦੂਜੀ ਵਾਰੀ ਇਸ ਗੱਲ ਕਿ ਤੁਸੀਂ ਖੁਦਾ ਨੂੰ ਹਾਜ਼ਰ ਨਾਲ ਜਾਣ ਕਹਿ ਗਏ ਕਿ ਮੈਂ ਉਸ ਵੇਲੇ ਕੋਈ ਸਬੂਤ ਨਹੀਂ ਦਿੱਤਾ ਮੀਰ ਸਾਹਿਬ ਤੁਸੀਂ ਮੈਨੂੰ ਕਿਹਾ ਨਾ 500 ਯੂਰੋ ਜਮ੍ਹਾਂ ਕਰਵਾ ਨਹੀਂ ਖੁਦਾ ਨੂੰ ਹਾਜ਼ਰ ਨਾਲ ਜਾਣ ਕੇ ਕਸਮ ਦੇ ਦਿਓ ਕਿ ਅਗਰ ਮੈਂ ਝੂਠ ਬੋਲਣਾ ਤਾਂ ਅੱਲਾਹ ਤਾਲਾ ਮੇਰਾ ਤਬਾਹ ਬਰਬਾਦ ਕਰ ਦੇ ਅਗਰ ਮੈਂ ਉਸ ਨੂੰ ਨਾ ਦਿੱਤਾ ਹੋਵੇ ਮੀਰ ਸਾਹਿਬ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਕਹਿ ਲਓ ਮੈਂ ਸੁਣ ਰਿਹਾ ਸਾਂ ਤੁਸੀਂ ਸ਼ਹਾਦਤ ਦੇ ਝੂਠ ਕਿਉਂ ਬੋਲ ਰਹੇ ਹੋ ਉਹ ਜੋ ਕੋਈ ਤੁਸੀਂ ਗੱਲਾਂ ਕਰ ਰਹੇ ਸੋ ਉਹਨਾਂ ਨੂੰ ਸਬੂਤ ਨਹੀਂ ਕਹਿੰਦੇ ਤੁਸੀਂ ਸ਼ਹਾਦਤ ਦਿਓ ਤੁਸੀਂ ਮੈਂ ਉਸ ਨੂੰ ਸਬੂਤ ਦਿੱਤਾ ਕਿ ਨਹੀਂ ਦਿੱਤਾ ਭਾਈ ਉਹਨੂੰ ਕੌਣ ਸਬੂਤ ਕਹਿੰਦਾ ਮੁਖਾਲਫਾਂ ਦੇ ਇਲਜ਼ਾਮਾਤ ਨੂੰ ਉਹ ਸਬੂਤ ਹੈ ਤੁਹਾਡੇ ਕੋਲ ਇਹ ਮੁਖਾਲਫਾਂ ਦੇ ਇਲਜ਼ਾਮ ਨਹੀਂ ਮੈਂ ਜਿਹੜਾ ਪੜਿਆ ਉਸੇ ਵੇਲੇ ਦੱਸ ਦਿੱਤਾ
ਮੈਂ ਕਹਿੰਦਾ ਉਹੀ ਤੁਹਾਡੇ ਕੋਲ ਟੋਟਲ ਸਬੂਤ ਹੈ। ਆਹ ਤੇ ਪਹਿਲਾਂ ਫਿਰ ਮੇਨਸਟ੍ਰੀਮ ਮੁਸਲਮਾਨ ਦਾ ਅਕੀਦਾ ਦੱਸੋ ਫਿਰ। ਤੇ ਕਿਉਂ ਨਹੀਂ ਦੱਸ ਰਹੇ? ਉਹੀ ਮੈਨੂੰ ਗੱਲ। ਸਮਝ ਨਹੀਂ ਆਉਂਦੀ ਵਜ੍ਹਾ ਕੀ ਹੈ, ਕਿਉਂ ਨਹੀਂ ਦੱਸ ਰਹੇ? ਮੁਸਲਮਾਨ ਦਾ ਉਹ ਕੁਫਰੀਆ ਤੱਲਕ ਅਕੀਦੇ ਹੀ ਕੋਈ ਨਹੀਂ। ਉਹ ਕੁਫਰੀਆ ਅਕੀਦੇ ਨੇ ਇਸ ਮੀਰ ਵਾਸਤੇ ਸਾਹਿਬ। ਨਹੀਂ ਦੱਸ ਰਹੇ। ਉਹ ਇਸਲਾਮ ਸਾਹਿਬ, ਦੇ ਕੁਰਾਨ ਦੇ ਖਿਲਾਫ ਨੇ ਇਸ ਵਾਸਤੇ ਨਹੀਂ ਦੱਸ ਰਹੇ। ਮੀਰ ਸਾਹਿਬ ਮੇਰੀ ਗੁਜ਼ਾਰਿਸ਼ ਨਹੀਂ ਕਿਉਂ ਨਹੀਂ ਦੱਸ ਰਿਹਾ? ਵਜ੍ਹਾ ਤੇ ਦੱਸੋ ਕਿਉਂ ਨਹੀਂ ਦੱਸ ਰਿਹਾ? ਇੰਜ ਵਿੱਚ ਨਾ ਬੋਲੋ, ਫਿਰ ਇੰਜ ਲੜਨਾ ਹੀ ਹੈ ਛੜਾ। ਨਹੀਂ ਤਾਂ ਮੁਨਾਜ਼ਰਾ ਹੁੰਦਾ ਹੀ, ਲੜਾਈ ਹੋਰ ਕੀ ਹੁੰਦਾ ਤੁਹਾਡੇ ਜਾਂ ਬੰਦੇ ਨਾਲ? ਨਹੀਂ ਲੜਾਈ ਕਾ ਮਤਲਬ ਹੋਰ ਕੀ ਹੁੰਦਾ? ਇਹ ਮੁਨਾਜ਼ਰਾ ਨਹੀਂ, ਮੁਜਾਦਲਾ ਹੈ। ਕਿਉਂਕਿ ਤੁਹਾਡੇ ਮੈਂ ਲੋਕਾਂ ਨੂੰ ਸਿਰਫ ਮੁਜਾਦਲੇ ਦੀ ਆਦਤ ਹੈ, ਮੁਨਾਜ਼ਰੇ ਦੀ ਆਦਤ ਹੈ ਹੀ ਨਹੀਂ। ਮੀਰ ਸਾਹਿਬ ਮੁਨਾਜ਼ਰੇ ਦੀ ਜ਼ਰੂਰਤ ਹੀ ਨਹੀਂ ਹੈ। ਬਜ਼ੁਰਗੋ ਤੁਸੀਂ ਮੈਂ ਸਿਰਫ ਪਹਿਲਾਂ ਸਬੂਤ ਆਪਣਾ ਦੇਣਾ। ਅਕੀਦਾ ਦੱਸ ਦਿਓ। ਮੈਂ ਸ਼ਰਤ ਲਾਈ ਹੈ, ਇਸ ਸ਼ਰਤ ਤੋਂ ਬਗੈਰ ਮੇਰੀ ਗੱਲ। ਕੋਈ ਗੱਲ ਨਹੀਂ ਕਰਾਂਗਾ। ਅਕੀਦਾ ਦੱਸੋ ਆਪਣੀ। ਮੇਰੀ ਗੱਲ ਮੈਂ ਗੱਲ ਸੁਣੀ ਕੋਈ ਨਹੀਂ। ਆਪਣਾ ਅਕੀਦਾ ਦੱਸੋ, ਸਿੱਧੀ ਗੱਲ ਮੀਰ ਹੈ। ਸਾਹਿਬ ਮੈਂ ਤੁਹਾਨੂੰ ਜਿਹੜੀ ਗੱਲ ਤੇ ਚੈਲੰਜ ਕੀਤਾ। ਅਕੀਦਾ ਦੱਸੋ। ਰੋਲਾ ਨਾ ਪਾਓ। ਮੈਂ ਕਹਿੰਦਾ ਜਿਹੜੀ ਗੱਲ ਤੇ ਮੈਂ ਤੁਹਾਨੂੰ 500 ਯੂਰੋ ਇਸ ਤੋਂ ਤੁਸੀਂ ਮੇਰੇ ਕੋਲ ਬਾਅਦ ਜਮ੍ਹਾਂ ਕੋਈ ਕਰਵਾਇਆ। ਜਵਾਬ ਨਹੀਂ ਹੋਵੇਗਾ। ਪਹਿਲਾਂ ਅਕੀਦਾ ਦੱਸੋ, ਵਰਨਾ ਫਰਾਰ ਇਖਤਿਆਰ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਕੁਫਰੀਆ ਅਕੀਦੇ ਕਹਿ ਰਹੇ ਹੋ, ਜਿਹੜੇ ਕਿਹੜਾ ਅਕੀਦਾ ਮੁਸਲਮਾਨਾਂ ਤੁਸੀਂ- ਤੁਹਾਡੇ ਮੁਸਲਮਾਨਾਂ ਨੇ ਲਿਖੇ ਨੇ। ਤੁਸੀਂ ਚਾਹੁੰਦੇ ਹੋ? ਤੁਸੀਂ ਕਹਿੰਦੇ ਹੋ ਕੁਰਾਨ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ। ਤੁਸੀਂ ਕਹਿੰਦੇ ਹੋ ਇਸਰਾਈਲੀ ਰਵਾਇਤ ਨੇ, ਤੇ ਫਿਰ ਕਹੋ ਕਿ ਉਹਨਾਂ ਨੇ ਕੁਫਰੀਆ ਕੰਮ ਕੀਤਾ ਹੈ। ਇਸਲਾਮ ਦੇ ਖਿਲਾਫ, ਕੁਰਾਨ ਦੇ ਖਿਲਾਫ ਅਕੀਦੇ ਲਿਖੇ ਨੇ ਕੁਰਾਨ ਆਪਣੀ ਤਫਸੀਰਾਂ 'ਚ। ਉਹਨਾਂ ਦੇ ਕੁਫਰ ਦਾ ਫਤਵਾ ਲਾਓ ਫਿਰ। ਮੀਰ ਸਾਹਿਬ ਜਿਹੜੀ ਗੱਲ ਉੱਤੇ ਤੁਸੀਂ 500 ਯੂਰੋ ਜਮ੍ਹਾਂ ਕਰਵਾਇਆ, ਉਹਦਾ ਮੇਨ ਸਟ੍ਰੀਮ ਮੁਸਲਮਾਨ ਦੇ ਕੀਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਤੁਸੀਂ ਇਹ ਸਾਬਤ ਕਰਨਾ ਹੈ ਕਿ ਡਾਕਟਰ ਅਹਿਮਦ ਦਿਦਾਦ ਦਾ ਅਕੀਦਾ ਸੀ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ ਹੈ, ਲੇਕਿਨ ਉਹਨਾਂ ਨੂੰ ਸਲੀਬ ਦੇ ਉੱਤੇ ਮੌਤ ਨਹੀਂ ਆਈ। ਇਹਦਾ ਸਬੂਤ ਦੇ ਦਿਓ। ਤੁਸੀਂ ਰੋਜ਼ ਕਹਿੰਦੇ ਮੇਰੇ ਸਾਹਮਣੇ ਆ ਕੇ ਬਵੇ, ਮੇਰੇ ਇੱਥੇ ਆਵੇ, ਉੱਥੇ ਮੈਂ ਆ ਗਿਆ, ਦਿਓ ਸਬੂਤ। ਮੈਂ ਇੱਕ ਗੱਲ ਕਰ ਦਿੱਤੀ ਹੈ, ਉਹਦਾ ਜਵਾਬ ਹੈ ਜੇ ਤੇ ਦਿਓ, ਨਹੀਂ ਤੇ ਫਰਾਰ ਇਖਤਿਆਰ ਕਰੋ। ਕੁਫਰ ਦਾ ਮੀਰ ਫਤਵਾ ਸਾਹਿਬ, ਲਾਓ। ਅਗਰ ਅਕੀਦਾ ਨਹੀਂ ਦੱਸ ਮੀਰ ਸਕਦੇ ਸਾਹਿਬ, ਤਾਂ ਕੁਫਰ ਦਾ ਫਤਵਾ ਲਾਓ ਕਿ ਉਹਨਾਂ ਮੀਰ ਖਿਲਾਫ ਸਾਹਿਬ। ਕੁਰਾਨ ਅਕੀਦਾ ਉਹਦਾ ਹੀ ਬਿਆਨ ਕੀਤਾ ਆਪਣੀ ਤਫਸੀਰਾਂ 'ਚ। ਉਹਦਾ ਕੁਰਾਨ ਨਾਲ ਸਾਹਿਬ, ਲੋ ਜੀ ਤਾਹਰ ਸਾਹਿਬ, ਮੇਰੀ ਫਰਮਾਇਸ਼ ਤੇ ਨਾ ਤੁਸੀਂ ਤਾਰਕ ਸਾਹਿਬ ਨੂੰ ਚੁੱਕਣਾ, ਜਿਨ੍ਹਾਂ ਦਾ ਨਾਂ ਸਟੇਰੀਅਲ ਹੈ, ਉਹਨਾਂ ਨੂੰ ਉੱਤੇ ਚੁੱਕਣਾ। ਤੇ ਮੈਂ 1 ਮਿੰਟ ਚ ਆਇਆ ਥੱਲੇ ਹੋ ਕੇ। ਹੋਰ ਨਾ ਕਿਸੇ ਬੰਦੇ ਨੂੰ ਚੁੱਕਿਆ ਕਿਸੇ ਜਾਏ। ਹੋਰ ਕੋਈ ਲੜਾਈ ਤੇ ਨਹੀਂ ਨਾ ਬੰਦੇ ਨੂੰ ਹੋਵੇਗੀ। ਨਹੀਂ ਚੁੱਕਣਾ। ਗੱਲ ਹੋਈ ਹੈ ਕਿ ਮੇਰੀ ਉਹਨਾਂ ਕੋਲ ਗੱਲ ਹੋਵੇਗੀ। ਉਹਨਾਂ ਕੋਲ ਇਨਸਾਫ ਕਰਵਾਉਂਦੇ ਆ ਨਾ, ਤੁਹਾਡੀ ਜਮਾਤ ਦੇ ਬੰਦਿਆਂ ਕੋਲ ਇਨਸਾਫ ਕਰਵਾਉਂਦੇ ਆ, ਉਹਨਾਂ ਨੂੰ ਪੁੱਛਨੇ ਆ ਨਾ ਕਿਆ ਮੀਰ ਸਾਹਿਬ ਇਹ ਜਾਇਜ਼ ਗੱਲ ਪੇ ਕਰਦੇ ਨੇ। ਅੱਲਾਹ ਦੇ ਅੱਲਾਹ ਦੇ ਨਹੀਂ ਅੱਜ ਤੇ ਆਪਣੇ ਅਮਨ ਨਜ਼ੀਰ ਕਿੱਥੋਂ ਸਾਹਿਬ ਮੁਸ਼ਰਕ ਆ ਗਏ ਹੋ? ਕੀ ਕਰਨਾ ਕੀ ਨਹੀਂ, ਜਦੋਂ ਹੋ ਕਿਤੇ ਗਿਆ ਤੈਅ ਸਿੱਟਾਂਗੇ ਅੱਖਾਂ ਦੇ ਸਾਹਮਣੇ ਆ ਗਿਆ। ਇਹ ਉਹਨਾਂ ਕੋਲ ਸਬੂਤ ਹੈ ਸਾਰਾ। ਆ ਗਿਆ, ਹੋ ਨਹੀਂ ਗਿਆ ਨਤਾਰਾ, ਹੋ ਨਹੀਂ ਗਿਆ, ਤਾਂ ਨਜ਼ਰ ਆ ਨਹੀਂ ਗਿਆ। ਨਹੀਂ ਜੋ ਉਹਨਾਂ ਨੇ ਕਿਹਾ ਤੁਸੀਂ ਉਹ ਸਾਬਤ ਕਰੋ ਨਾ। ਮੇਨ ਸਟ੍ਰੀਮ ਮੁਸਲਮਾਨਾਂ ਦਾ ਮੈਂ ਤਾਂ ਕੁਝ ਵੀ ਨਹੀਂ ਸਾਬਤ ਕਰਨਾ, ਸਾਬਤ ਉਹਨਾਂ ਕਰਨਾ ਹੈ। ਤੁਸੀਂ ਖਾਮੋਸ਼ ਹੋ ਜਾਓ। ਤੁਸੀਂ ਤਾਰਕ ਸਾਹਿਬ ਨੂੰ ਚੁੱਕੋ, ਸਟੇਰੀਅਲ ਸਾਹਿਬ ਨੂੰ ਉੱਤੇ। ਮੈਂ ਉਹਨਾਂ ਨੂੰ ਪੁੱਛਾਂ ਬਈ ਕਿਆ ਹੈ ਮੀਰ ਸਾਹਿਬ ਜਿਹੜੀ ਗੱਲ ਪੇ ਕਰਦੇ ਨੇ ਜਾਇਜ਼ ਹੈ? ਉਹਨਾਂ ਨੂੰ ਚੁੱਕ ਲਓ। ਨਹੀਂ ਫਿਰ ਨਾਲ ਕਿਸੇ ਪਾਸੋਂ ਕੋਈ ਬੰਦਾ ਨਹੀਂ ਚੁੱਕਿਆ ਜਾਣਾ। ਤੁਹਾਡੀ ਤੇ ਮੀਰ ਸਾਹਿਬ ਦੀ ਗੱਲ ਹੋਣੀ ਹੈ, ਜਿਹੜੀ ਵੀ ਹੋਣੀ ਹੈ। ਮੀਰ ਸਾਹਿਬ ਦੀ ਤਾਂ ਮੇਰੀ ਗੱਲ ਮੁੱਕ ਗਈ। ਸੀ ਨਾ ਕਿ ਤੁਸੀਂ ਬੰਦੇ ਭਾਗ ਕੇ ਤੇ ਆਪਣੇ ਬੰਦੇ ਸੱਦ ਕੇ ਤੇ ਇੰਜ ਬੜਾ ਇਲਜ਼ਾਮ ਲਾਏ ਤੁਸੀਂ ਮੇਰੇ ਤੇ ਅੱਜ ਨਹੀਂ, ਉਹ ਤਾਂ- ਵੇਖੋ ਕਿ ਉਹ ਤਾਂ- ਖੁਦਾ ਤਾਲਾ ਨੇ ਮੈਨੂੰ ਤੌਫੀਕ ਦਿੱਤੀ ਕਿ ਮੈਂ ਖਰਾ ਸਾਬਤ ਹੋਇਆ, ਸੱਚਾ ਸਾਬਤ ਹੋਇਆ। ਤੁਹਾਨੂੰ ਮੈਂ ਮੀਰ ਸਾਹਿਬ ਨੂੰ ਤੇ ਤੁਹਾਨੂੰ ਸਭ ਸਾਹਮਣੇ ਕਰਦਾਰ ਇਹ ਤਾਂ ਤੁਹਾਡਾ ਕਰਦਾਰ ਠੀਕ ਹੈ। ਮੈਂ ਹੁਣ ਵੀ ਕਹਿਣਾ ਜਾਂ ਕਮਾਲਤ ਇਸਲਾਮ ਨੂੰ ਨਹੀਂ ਸਾਡਾ ਅੱਲਾ ਦੇ ਫਜ਼ਲ ਨਾਲ ਉਂਝ ਹੀ ਕਰਦਾਰ ਠੀਕ ਹੈ। ਅੱਛਾ ਠੀਕ ਹੈ ਮੈਂ ਪਿਆਨਾ। ਮੈਂ 1 ਮਿੰਟ ਬਾਅਦ ਥੱਲੇ ਚੱਲਿਆ। ਤੁਸੀਂ ਅੱਜ ਤੋਂ ਬਾਅਦ ਮੀਰ ਸਾਹਿਬ ਦੀ ਫੋਟੋ ਨਹੀਂ ਲਾਣੀ ਆਪਣੀ। ਫਰਾਰ ਇਖਤਿਆਰ ਕਰ ਰਹੇ ਨੇ, ਖੁਦ ਵਾਅਦਾ ਕੀਤਾ ਕਿ ਮੇਰੀ ਉਹਨਾਂ ਦੀ ਗੱਲ ਹੋਵੇਗੀ। ਹੁਣ ਦੂਜੇ ਨੂੰ ਚੁੱਕੋ ਜੀ, ਚੌਥੇ ਨੂੰ ਚੁੱਕੋ ਜੀ, ਪੰਜਵੇਂ ਨੂੰ ਚੁੱਕੋ ਜੀ। ਚਲੋ ਠੀਕ ਹੈ, ਕਿਸੇ ਨੂੰ ਨਾ ਚੁੱਕੋ। ਖੁਦਾ ਦੀ ਇਜਾਜ਼ਤ ਤੋਂ ਕਰਵਾਓ ਫੈਸਲਾ, ਰਸੂਲ ਦੀ ਇਜਾਜ਼ਤ ਤੋਂ ਤੁਸੀਂ ਕਰਵਾਓ। ਅਕੀਦਾ ਨਹੀਂ ਦੱਸਿਆ, ਤੁਸੀਂ ਵਾਅਦਾ ਕਰਨਾ ਕਿ ਮੁਸ਼ਰਕਾਨਾ ਕਾਇਦ ਨੇ ਕਿ ਖੁਦਾ ਸਾਹਿਬ ਕਿਸੇ ਨੂੰ ਚੁੱਕਣਾ, ਮੈਂ ਆਣ ਲਗਾ। ਅਵਾਮੀ ਅਦਾਲਤ में फैसला जी, वाह जी वाह। अवामी दूसरे को कहने मुशरक ने, ठीक हो गया, ठीक हो गया और खुद शिरक कर रहे हैं। ਚਲੋ ਠੀਕ ਹੋ ਗਿਆ ਜੀ। ਕਿਸੇ ਨੂੰ ਨਹੀਂ ਚੁੱਕਣਾ। ਮੈਂ 1 ਮਿੰਟ ਬਾਅਦ ਮਿਊਟ ਕਰਕੇ ਵਾਪਸ ਆਣਾ। ਕਿਸੇ ਨੂੰ ਨਹੀਂ ਚੁੱਕਣਾ। ਠੀਕ ਹੋ। ਜੇ ਕੋਈ ਹਦਾਇਤ ਲੈਣ ਜਾਣੀ ਜੇ ਤੇ ਫੇਰ ਵੀ ਦੱਸ ਦਿਓ। ਸਾਡੇ ਤੇ ਇਦਾਂ ਵੀ ਰੋਹ ਪਾਉਂਦੇ ਨੇ ਜਿੱਦਾਂ ਅਸੀਂ ਇਹਨਾਂ ਦੇ ਸ਼ਾਹਦ ਭੱਟੀ ਨਹੀਂ ਸਾਰੇ ਇੱਥੇ ਵੀ ਜਿਹੜੇ ਵੀ ਡਰਾ ਧਮਕਾ ਕੇ ਤੇ ਉਹ ਗੱਲਾਂ ਕਰ ਲੋਗੇ, ਇਹ ਕਰ ਲੋਗੇ। ਇਹ ਤੁਹਾਨੂੰ ਮੈਂ ਤਾਂ ਹੀ ਕਿਹਾ ਵੀ ਤੁਸੀਂ ਆਮਣੇ ਸਾਹਮਣੇ ਮੀਰ ਸਾਹਿਬ ਨਾਲ ਗੱਲ ਕਰ ਲਓ, ਤੈਅ ਕਰ ਲਓ ਵੀ ਕਿਹੜੇ ਦਿਨ ਜੋ ਵੀ ਕਰਨਾ ਕਰੋ, ਅਕੀਦਾ ਤੁਸੀਂ ਸਾਬਤ ਕਰੋ ਤੇ ਮੀਰ ਸਾਹਿਬ ਦਾ ਜੋ ਮੌਕਫ ਹੋਏਗਾ ਅਸੀਂ ਤੁਹਾਨੂੰ ਪੇਸ਼ ਕਰ ਦਾਂਗੇ। ਕਿਉਂ ਜੀ ਮੀਰ ਸਾਹਿਬ, ਸਹੀ ਗੱਲ ਹੈ ਨਾ?
ਬਿਲਕੁਲ ਨਹੀਂ, ਜਾਂ ਅਕੀਦਾ ਦੱਸਣ ਜਾਂ ਉਸ ਬਿਲਕੁਲ, ਕੁਫਰ ਦਾ ਆਪਣੇ ਮੇਨ ਫਤਵਾ ਸਟਰੀਮ ਮੁਸਲਮਾਨਾਂ ਦਾ ਕੀਤਾ ਹੈ, ਖਿਲਾਫੇ ਸਿੰਪਲ ਕੁਰਾਨ ਜੀ ਗੱਲ ਤਫਸੀਰ ਕੀਤੀ ਹੈ। ਜਿੰਨੇ ਮਰਜ਼ੀ ਬੰਦੇ ਬਹਾ ਕੇ ਪੁੱਛਣਾ, ਮੇਨ ਸਟਰੀਮ ਮੁਸਲਮਾਨਾਂ ਦਾ ਅਕੀਦਾ ਇਹਨਾਂ ਨੇ ਦੱਸਣਾ, ਅਸੀਂ ਥੋੜਾ ਦੱਸਣਾ ਹੈ। ਅਹਿਮਦ ਦਿਦਾਦ ਦਾ ਵੀ ਹੁਣ ਜਾ ਕੇ ਅਸੀਂ ਦੱਸਣਾ ਇਹਨਾਂ ਨੂੰ। ਨਾਲੇ ਥੋੜਾ ਵੀ ਹੁਣ ਅਸੀਂ ਆਪਣੀਆਂ ਬਰਾਡਾਂ ਵੀ ਹਾਈਜੈਕ ਕਰਾਈਏ ਤੇ ਇਹ ਕਰੀਏ ਉਹ ਕਰੀਏ ਜੀ, ਇਹ ਫਲਾਣਾ ਬੰਦਾ ਨਹੀਂ ਆਉਣਾ ਤੇ ਇਹ ਨਹੀਂ ਆਉਣਾ। ਅਸੀਂ ਕੋਈ ਮਤਲਬ ਕਿ ਅਮਨ ਨਜ਼ੀਰ ਤੇਰੇ ਤਰ੍ਹਾਂ ਤੂੰ ਆਪ ਜਿੰਨੇ ਮਰਜ਼ੀ ਬੰਦੇ ਉੱਥੇ ਬਹਾ ਕੇ ਤੇ ਸਾਡੇ ਕਾਬਰੀਨ ਦੀ ਮੁਖਾਲਫਤ ਕਰੇ ਜਾਂ ਸਾਡੇ ਵੱਡੇ ਜਿਹੜੇ ਨੇ ਉਹਨਾਂ ਦੀ ਇੱਜ਼ਤ ਛਾਲੇ ਪਗੜੀਆਂ ਸਾਹਿਬ ਸਾਹਿਬ ਇਹ ਜਿਹੜੇ ਨੇ ਆਪਣਾ ਇਹ ਵੀ ਸਾਰੇ ਬੰਦ ਕਰ ਦਿਓ, ਥੱਲੇ ਉਹ ਜਿਹੜੇ ਰਿਮਾਰਕਸ ਆ ਰਹੇ ਨੇ ਜਾਂ ਕਮੈਂਟਸ ਵਗੈਰਾ ਵੀ ਬੰਦ ਕਰ ਦਿਓ। ਬਿਲਕੁਲ ਮੈਂ ਕਰਨਾ। ਸਟੇਰੀਓ ਸਾਹਿਬ ਸਾਨੂੰ ਨਾ ਤੁਸੀਂ ਵੀ ਕਾਲ ਪਾਓ, ਤੁਹਾਡੀ ਬੜੀ ਮਿਹਰਬਾਨੀ। ਤੇ ਜਦੋਂ ਕਿਤੇ ਵੀ ਕੋਈ ਨਿਸ਼ਚਿਤ ਹੋਏਗੀ ਫੈਸਲਾ ਕਰਨ, ਉਦੋਂ ਫਿਰ ਤੁਹਾਨੂੰ ਦਾਵਤ ਦਿੱਤੀ ਜਾਏਗੀ। ਅੱਛਾ ਜੀ, ਤੇ ਜੀ ਫਿਰ ਨਹੀਂ ਕਿਸੇ ਨੂੰ ਚੁੱਕਣਾ, ਆਪ ਹੀ ਗੱਲ ਕਰਨੀ ਹੈ। ਹਾਂਜੀ ਤੁਸੀਂ ਇੱਕ ਟਾਈਮ ਮੁਕਰਰ ਕਰ ਲਓ, ਮੀਰ ਸਾਹਿਬ ਕੋਲ ਵੀ ਟਾਈਮ ਹੋਣਾ ਚਾਹੀਦਾ, ਤੁਹਾਡੇ ਕੋਲ ਵੀ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਅਸੀਂ ਵੀ ਮਤਲਬ ਕਿ ਬੜੇ ਇੱਥੇ ਵੀ ਬੈਠੇ ਆ, ਜੱਜ ਬੈਠੇ, ਅਦਾਲਤ ਲੱਗੀ ਹੈ ਇਹ ਉਹ। ਤੁਸੀਂ ਇੱਕ ਟਾਈਮ ਮੁਕਰਰ ਕਰ ਲਓ, ਜਦੋਂ ਉਹਨਾਂ ਕੋਲ ਟਾਈਮ ਹੋਏ ਉਹਨਾਂ ਨੂੰ ਪੁੱਛ ਲਓ, ਜੇ ਤੁਹਾਡੇ ਕੋਲ ਟਾਈਮ ਹੋਏ ਤੁਹਾਡੇ ਕੋਲ ਪੁੱਛ ਲਓ, ਜਿੱਥੇ ਬਹਿਣਾ ਤੁਸੀਂ ਉਹ ਤੈਅ ਕਰ ਲਓ। ਠੀਕ ਹੋ ਗਿਆ, ਮਿਊਟ ਲਾ ਲਓ ਤੁਸੀਂ। ਅੱਛਾ ਜੀ ਮੀਰ ਸਾਹਿਬ, ਕੋਈ ਟਾਈਮ ਤੈਅ ਕਰਨਾ ਹੈ, ਕੋਈ ਵੱਖਰਾ ਉਹਦੇ ਵਾਸਤੇ ਕੋਈ ਡੋਲੀ ਸ਼ੋਲੀ ਲਿਆਵਣੀ ਹੈ? ਨਹੀਂ, ਸਭ ਤੋਂ ਪਹਿਲੇ ਅਕੀਦਾ ਦੱਸਣਾ ਮੋਸੋ ਆਪਣੇ। ਪਹਿਲਾਂ ਤਾਂ ਇਹ ਜਿਹੜਾ ਇਮਰਾਨ ਪੁਣਾ ਇਹਨੂੰ ਖਤਮ ਕਰੋ। ਤੁਸੀਂ ਹੁਣ ਖਾਮੋਸ਼ ਹੋ ਜਾਓ, ਮੈਂ ਜਾਣਾ ਤੇ ਮੀਰ ਸਾਹਿਬ। ਮੀਰ ਨਹੀਂ ਸਾਹਿਬ ਪਹਿਲਾਂ ਇਹ ਮਰਾਸਪੁਣਾ ਜਿਹੜਾ ਕਿ ਨਹੀਂ ਇਹ ਖਤਮ ਕਰੋ, ਇਲਮੀ ਗੱਲ ਕਰੋ ਜੀ ਮੇਰੇ ਨਾਲ ਕਰਨੀ ਜੇ ਤੇ। ਹਾਂਜੀ ਮੀਰ ਤੇ ਸਾਹਿਬ ਮੈਂ ਜੀ, ਤੁਹਾਨੂੰ ਇਲਮੀ ਵੱਡਾ ਗੱਲ- ਬਰਾਸੀ ਆ, ਅਗਰ ਮੈਂ ਮਰਾਸਪੁਣੇ ਤੇ ਆ ਗਿਆ ਨਾ ਨਹੀਂ ਨਹੀਂ ਮੀਰ ਸਾਹਿਬ, ਕੋਈ ਤੁਹਾਨੂੰ ਮਿਲੇਗੀ। ਕਰਦੇ ਕੋਈ ਮਰਾਸ नहीं आप कर रहे हो मरासपुना मैं क्यों ये करना है जी वो करना है सीधी सी गल है ਤੁਸੀਂ ਆਪਣੀ ਵੀਡੀਓ ਬਣਾਓ ਉਹਦੇ ਵਿੱਚ ਆਪ ਅਕੀਦਾ ਦੱਸੋ ਆਪਣੀ ਤਫਸੀਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਤੁਸੀਂ ਮੁਸਲਮਾਨ ਸਮਝਦੇ ਹੋ। ਕਿਉਂ ਦੱਸਾਂ ਕਿਉਂ ਦੱਸਾਂ ਤੇ ਕਿਵੇਂ ਪਤਾ ਲੱਗੇਗਾ ਉਹਦਾ ਅਕੀਦਾ ਕੀ ਸੀ ਤੇ ਉਹਨਾਂ ਦਾ ਅਕੀਦਾ ਕੀ ਸੀ? ਮੈਂ ਦੱਸਣਾ ਹੁਣ ਨਹੀਂ ਉਹ ਕਿਵੇਂ ਪਤਾ ਲੱਗੇਗਾ? ਮੈਂ ਦੱਸਣਾ ਮਿਊਟ ਲਾ। ਮੈਂ ਪਤਾ ਕਰਨਾ ਹੈ ਕਿ ਅਹਿਮਦ ਇਜ਼ਾਦ ਦਾ ਅਕੀਦਾ ਮੇਨ ਸਟ੍ਰੀਮ ਮੁਸਲਮਾਨਾਂ ਨਾਲ ਰਲਦਾ ਹੈ ਜਾਂ ਜਮਾਤ ਅਹਿਮਦੀ ਨਾਲ ਰਲਦਾ ਹੈ? ਆਹੋ ਦੱਸਣਾ ਮੈਂ ਹਾਂਜੀ ਤੇ ਉਹਨਾਂ ਤੇ ਕਿਵੇਂ ਪਤਾ ਲੱਗੇਗਾ ਜਿਨ੍ਹਾਂ ਤੇ ਤੁਸੀਂ ਦੱਸੋਗੇ ਨਹੀਂ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਕੀ ਹੈ? ਮੈਂ ਕਰਨਾ, ਮੈਨੂੰ ਮੌਕਾ ਤੇ ਦਿਓ ਨਾ, ਮਿਊਟ ਤੇ ਲਾਓ ਨਾ, ਗਲਤ ਕਰ। ਨਹੀਂ ਮੈਂ ਗੱਲ ਤਾਂ ਪੂਰੀ ਕਰ ਲਵਾਂ ਨਾ, ਅਬ ਗੱਲ ਅੱਧੀ ਰਹੇਗੀ। ਮੈਂ ਜੋ ਗੱਲ ਕਰ ਰਿਹਾ ਪਹਿਲਾਂ ਪੂਰੀ ਸੁਣੋ। ਤੁਸੀਂ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਦੱਸੋ, ਵੀਡੀਓ ਬਣਾਓ ਇੱਕ ਆਇਆ ਅਕੀਦਾ। ਮੈਂ ਜਮਾਤ ਅਹਿਮਦੀ ਦਾ ਅਕੀਦਾ ਦੱਸਾਂਗਾ। ਤੁਸੀਂ ਜੋ ਤੁਹਾਡੇ ਕੋਲ ਮਵਾਦ ਹੈ ਉਹ ਲਾਓ ਅਹਿਮਦ ਦੀਦਾਦ ਦਾ ਕਿ ਅਹਿਮਦ ਦੀਦਾਦ ਦੇ ਅਕੀਦੇ ਐ ਸਨ। ਮੈਂ ਜੋ ਮੇਰੇ ਕੋਲ ਮਾਲੂਮਾਤ ਨੇ ਉਹਦੇ ਮੁਤਾਬਕ ਅਕੀਦਾ ਲਾਵਾਂਗਾ ਕਿ ਉਹਨਾਂ ਦਾ ਅਕੀਦਾ ਜਮਾਤ ਅਹਿਮਦੀ ਨਾਲ ਮਿਲਦਾ ਹੈ। ਗੱਲ ਖਤਮ ਹੋ ਜਾਏਗੀ, ਫੈਸਲਾ ਹੋ ਜਾਏਗਾ। ਅੱਲਾਹ ਖੈਰ ਸਲਾ, ਉਸ ਤੋਂ ਬਗੈਰ ਪਤਾ ਹੀ ਨਹੀਂ ਲੱਗ ਸਕਦਾ। ਦੋਵਾਂ ਦੇ ਅਕੀਦੇ ਸਾਹਮਣੇ ਹੋਣ, ਅਹਿਮਦ ਦੀਦਾਦ ਦਾ ਅਕੀਦਾ ਸਾਹਮਣੇ ਹੋਵੇ, ਪਤਾ ਲੱਗ ਜਾਏਗਾ ਅਕੀਦਾ ਕਿਸ ਨਾਲ ਮਿਲਦਾ ਹੈ। ਅੱਲਾਹ ਖੈਰ ਸਲਾ। ਤੁਹਾਡੀ ਗੱਲ ਮੁਕੰਮਲ ਹੋਈ ਤੇ ਮਿਊਟ ਕਰ ਲਓ। ਮੇਰ ਸਾਹਿਬ ਗੱਲ ਇਹ ਹੈ ਕਿ ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਨਾ ਕੋਈ ਸ਼ਰਤ ਲਾਈ ਹੈ, ਨਾ ਮੈਂ ਤੁਹਾਨੂੰ ਕੋਈ ਇਨਾਮ ਦੇਣ ਦਾ ਵਾਅਦਾ ਕੀਤਾ ਹੈ ਕਿ ਬਈ ਮੇਨ ਸਟ੍ਰੀਮ ਮੁਸਲਮਾਨਾਂ ਦੇ ਨਾਲ ਅਕੀਦੇ ਦਾ ਕੋਈ ਫਰਕ। ਮੇਨ ਸਟ੍ਰੀਮ ਮੁਸਲਮਾਨਾਂ ਦਾ ਉੱਥੇ ਮੈਂ ਸਵਾਲ ਹੀ ਨਹੀਂ ਕੀਤਾ। ਮੈਂ ਜਿਹੜੀ ਵੀਡੀਓ ਤੁਹਾਨੂੰ 500 ਯੂਰੋ ਹਵਾ ਵਿੱਚ ਲਹਿਰਾ ਕੇ ਚੈਲੰਜ ਕੀਤਾ ਸੀ, ਮੈਂ ਕਿਹਾ ਸੀ ਮੀਰ ਸਾਹਿਬ ਇਹ ਜਿਹੜੀ ਗੱਲ ਪੇ ਤੁਸੀਂ ਆਖਦੇ ਹੋ ਕਿ ਡਾਕਟਰ ਅਹਿਮਦ ਦੀਦਾਦ ਦਾ ਇਹ ਅਕੀਦਾ ਸੀ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ, ਲੇਕਿਨ ਸਲੀਬ ਤੇ ਉਹਨਾਂ ਨੂੰ ਮੌਤ ਨਹੀਂ ਅੱਲਾਹ ਤਾਲਾ ਨੇ ਦਿੱਤੀ। ਤੁਸੀਂ ਇਹ ਸਾਬਤ ਕਰ ਦਿਓ ਤਾਂ ਮੈਂ ਤੁਹਾਨੂੰ 500 ਯੂਰੋ ਇਨਾਮ ਦੇ ਦਿਆਂਗਾ। ਇਹ ਸਾਬਤ ਕਰਨ ਵਾਸਤੇ ਕਿਆ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਦੱਸਣਾ ਜ਼ਰੂਰੀ ਹੈ? ਕਿੱਥੇ ਜ਼ਰੂਰਤ ਹੈ ਮੇਨ ਸਟ੍ਰੀਮ ਦੇ ਮੁਸਲਮਾਨਾਂ ਦੇ ਅਕੀਦੇ ਦੀ? ਤੁਸੀਂ ਤਾਂ ਸਿਰਫ ਔਰ ਸਿਰਫ ਇਹ ਸਾਬਤ ਕਰਨਾ ਹੈ ਕਿ ਡਾਕਟਰ ਅਹਿਮਦ ਦੀਦਾਦ ਦਾ ਇਹ ਅਕੀਦਾ ਸੀ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ, ਲੇਕਿਨ ਸਲੀਬ ਤੇ ਉਹਨਾਂ ਨੂੰ ਮੌਤ ਨਹੀਂ ਆਈ। ਇਹ ਤਾਂ ਤੁਸੀਂ ਸਬੂਤ ਦੇਣਾ ਹੈ। ਇਹਦੇ ਵਾਸਤੇ ਨਾ ਮਨਾਜ਼ਰੇ ਦੀ ਲੋੜ ਹੈ, ਨਾ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਜਾਣਨ ਦੀ ਲੋੜ। ਖਾਮ ਖਾ ਤੁਸੀਂ ਜਿਵੇਂ ਕਹਿੰਦੇ ਨੇ ਡੂਬਤੇ ਕੋ ਤਿਨਕੇ ਦਾ ਸਹਾਰਾ, ਤਿਨਕਿਆਂ ਦੇ ਸਹਾਰੇ ਨਾ ਢੂੰਡੋ। ਤੁਸੀਂ ਜਿਹੜੀ ਗੱਲ ਕੀਤੀ ਹੈ ਜਾਂ ਉਹਦਾ ਸਬੂਤ ਦੇ ਦਿਓ। ਮੈਂ 500 ਯੂਰੋ ਜਮ੍ਹਾਂ ਕਰਵਾਇਆ, ਤੁਹਾਨੂੰ ਤਬਸਮ ਸਾਹਿਬ 500 ਯੂਰੋ ਅਦਾ ਕਰ ਦੇਣਾ। ਅਗਰ ਨਹੀਂ ਤੁਹਾਡੇ ਕੋਲ ਸਬੂਤ ਤੇ ਤੁਸੀਂ ਇੱਕ ਵੀਡੀਓ ਬਣਾ ਦਿਓ ਮਾਜ਼ਰਤ ਦੀ, ਤੇ ਉਹ ਜਿਹੜਾ ਮੁੰਡਾ ਜਿਹਨੇ 600 ਦਾ ਸਾਨੂੰ ਸੁਨੇਹਾ ਦਿੱਤਾ ਉਹਦੇ ਕੋਲ ਅਸੀਂ 600 ਕਢਾ ਲਾਂਗੇ ਜਿਸ ਤਰ੍ਹਾਂ ਕਢਾਣ ਹੋਇਆ। ਬਸ ਇੰਨੀ ਗੱਲ ਹੈ। ਹਾਂਜੀ
मोहतरम मैं जो गल कीती है शुरू तो ये कीती है कि अहमद दीदार दा अकीदा मेन स्ट्रीम मुसलमान अगर तुसी अद्धी गल कीती है तो ये तुहाडा कसूर है मेरा नहीं कसूर तुसी अगर तहरीफ कीती ਉਹਦੇ ਵਿੱਚ ਤੇ ਇਹ ਤੁਹਾਡਾ ਕਸੂਰ ਹੈ ਮੈਂ ਹਨੀਫ ਸਾਹਿਬ ਨਾਲ ਬਿਲਾਲ ਹਨੀਫ ਸਾਹਿਬ ਨਾਲ ਸ਼ੁਰੂ ਤੋਂ ਇਹ ਗੱਲ ਕੀਤੀ ਹੈ ਕਿ ਉਹ ਅਹਿਮਦ ਦੀਦਾਰ ਦਾ ਅਕੀਦਾ ਉਹ ਨਹੀਂ ਜਿਹੜਾ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਹਿਮਦ ਦੀਦਾਰ ਦਾ ਅਕੀਦਾ ਹਜ਼ਰਤ ਮਿਰਜ਼ਾ ਸਾਹਿਬ ਦੇ ਅਕਾਇਦ ਨਾਲ ਮਿਲਦਾ ਹੈ ਇਸ ਸਿਲਸਿਲੇ 'ਚ ਯਾਨੀ ਤਸਲੀਬ ਮਸੀਹ ਦੇ ਬਾਰੇ ਤੇ ਮੈਂ ਉਹ ਸਬੂਤ ਦੇਣਾ ਦੋਵਾਂ ਚੀਜ਼ਾਂ ਦਾ ਕਿ ਜੋ ਮੈਂ ਗੱਲ ਕੀਤੀ ਹੈ ਅਗਰ ਤੁਸੀਂ ਅੱਧੀ ਗੱਲ ਕੀਤੀ ਤਾਂ ਮੇਰਾ ਕੋਈ ਕਸੂਰ ਨਹੀਂ ਇਹਦਾ ਹੀ ਤੁਹਾਡਾ ਕਸੂਰ ਹੈ ਅਗਰ ਮੈਂ ਇਹੋ ਹੀ ਗੱਲ ਕੀਤੀ ਹੈ ਸਿਰਫ ਤੇ ਫਿਰ ਮੇਰਾ ਕਸੂਰ ਹੈ ਕਿ ਜੀ ਦਾ ਅਕੀਦਾ ਜਿਹੜਾ ਹੈ ਉਹ ਹਜ਼ਰਤ ਮਿਰਜ਼ਾ ਸਾਹਿਬ ਦੇ ਅਕੀਦੇ ਨਾਲ ਮਿਲਦਾ ਹੈ ਤਸਲੀਬ ਮਸੀਹ ਦੇ ਬਾਰੇ ਲੇਕਿਨ ਮੈਂ ਅਗਰ ਦੋਵੇਂ ਗੱਲਾਂ ਕੀਤੀਆਂ ਤਾਂ ਤੁਸੀਂ ਤਾਰੀਫ ਕਰ ਰਹੇ ਹੋ ਦੋਵੇਂ ਅਕੀਦੇ ਜਿੰਨੇ ਚਿਰ ਸਾਹਮਣੇ ਨਹੀਂ ਹੋਣਗੇ ਫਿਰ ਪਤਾ ਲੱਗੇਗਾ ਮੁਆਜ਼ਨਾ ਕਰਕੇ ਕਿ ਅਹਿਮਦ ਦੀਦਾਰ ਦਾ ਅਕੀਦਾ ਕੀ ਹੈ ਜਿਹੜੀ ਮੇਰੇ ਕੋਲ ਮਾਲੂਮਾਤ ਨੇ ਉਹ ਮੈਂ ਦੇ ਦਿਆਂਗਾ ਜਿਹੜੀ ਤੁਹਾਡੇ ਕੋਲ ਮਾਲੂਮਾਤ ਨੇ ਤੁਸੀਂ ਦੇ ਦਿਆਗੇ ਮੈਂ ਆਪਣਾ ਅਕੀਦਾ ਦੱਸਾਂਗਾ ਕਿ ਇਸ ਸਿਲਸਿਲੇ 'ਚ ਹਜ਼ਰਤ ਮਿਰਜ਼ਾ ਸਾਹਿਬ ਦਾ ਕੀ ਅਕੀਦਾ ਹੈ ਬਕਾਇਦਾ ਵੀਡੀਓ ਬਣਾਵਾਂਗਾ ਔਰ ਤੁਸੀਂ ਦੱਸਣਾ ਹੈ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਉਹਨਾਂ ਦੀ ਤਫਸੀਰਾਂ ਦੇ ਵਿੱਚੋਂ ਕਿ ਕੀ ਹੈ ਅੱਲਾਹ ਖੈਰ ਸੱਲਾ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਣੀ ਨਾ ਮੈਂ ਵਕਤ ਜ਼ਾਇਆ ਕਰਨਾ ਅਗਰ ਇਹ ਤੁਹਾਨੂੰ ਮਨਜ਼ੂਰ ਹੈ ਤੇ ਆ ਜਾਓ ਮੈਦਾਨ 'ਚ ਵਰਨਾ ਰਾਹੇ ਫਰਾਰ ਇਖਤਿਆਰ ਹੋ ਗਿਆ ਤੁਹਾਡਾ ਮਿਊਟ ਕਰ ਲਓ ਜਿਸ ਤਰ੍ਹਾਂ ਤੁਸੀਂ ਅੱਗੇ WhatsApp ਕਾਲ ਤੇ 2 ਵਾਰੀ ਕਾਲ ਛੱਡ ਕੇ ਦੌੜ ਗਏ ਹੋ ਨਾ ਇੱਥੋਂ ਵੀ ਤੁਸੀਂ ਦੌੜ ਜਾਓ ਕਿਉਂਕਿ ਤਾਹਰ ਸਾਹਿਬ ਨੇ ਇਹ ਤਾਂ ਸਹੀ ਕਿਰਦਾਰ ਦਾ ਕੀਤਾ ਉਹ ਵਿੱਚ ਇੰਟਰਵਿਊ ਨਹੀਂ ਕਰਨਗੇ ਕਿ ਤੁਹਾਡੇ ਕੋਲ ਹੁਣ ਜਵਾਬ ਬਣ ਪੈਂਦਾ ਨਹੀਂ ਪਿਆ ਗੱਲ ਇਹ ਹੈ ਕਿ ਜਿਹੜੀ ਤੁਸੀਂ ਗੱਲ ਪੇ ਆਖਦੇ ਹੋ ਕਿ ਮੈਂ ਤੇ ਅੱਧੇ ਘੰਟੇ ਦੀ ਗੱਲ ਕੀਤੀ ਹੈ ਮੈਂ ਘੰਟੇ ਦੀ ਗੁਫ਼ਤਗੂ ਕੀਤੀ ਹੈ ਤੁਸੀਂ ਜਿੰਨੀ ਵੀ ਬਲਾਲ ਨਾਲ ਗੱਲ ਕੀਤੀ ਉਹਦਾ ਮੈਨੂੰ ਕੀ ਲੈਣ ਦੇਣ ਉਸ ਗੱਲ ਨਾਲ ਮੈਨੂੰ ਪਤਾ ਹੈ ਕਿ ਕਈ ਗੱਲਾਂ ਐਸੀਆਂ ਲੰਮੀਆਂ ਚੌੜੀਆਂ ਹੁੰਦੀਆਂ ਨੇ ਜਾਂ ਮੁਬਹਮ ਹੁੰਦੀਆਂ ਨੇ ਉਹਨਾਂ ਦੇ ਉੱਤੇ ਚੈਲੰਜ ਨਹੀਂ ਕਰੀਦਾ ਜਿਹੜੀ ਤੁਸੀਂ ਮਖਸੂਸ ਗੱਲ ਕੀਤੀ ਹੈ ਮੈਂ ਤੁਹਾਡੀ ਗੱਲ ਰਿਕਾਰਡਿੰਗ ਸੁਣਾ ਕੇ ਫਿਰ ਆਪਣੀ ਜ਼ੁਬਾਨ ਨਾਲ ਤੁਹਾਡੇ ਲਫ਼ਜ਼ ਦੁਹਰਾਏ ਨੇ ਕਿ ਮੀਰ ਸਾਹਿਬ ਜਿਹੜੇ ਤੁਸੀਂ ਲਫ਼ਜ਼ ਕਹਿ ਰਹੇ ਹੋ ਜਿਹੜਾ ਤੁਸੀਂ ਅਕੀਦਾ ਡਾਕਟਰ ਅਹਿਮਦ ਦੀਦਾਰ ਦੇ ਜ਼ਿੰਮੇ ਲਗਾ ਰਹੇ ਹੋ ਕਿ ਡਾਕਟਰ ਅਹਿਮਦ ਦੀਦਾਰ ਦਾ ਅਕੀਦਾ ਸੀ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ ਲੇਕਿਨ ਸਲੀਬ ਤੇ ਉਹਨਾਂ ਨੂੰ ਮੌਤ ਅੱਲਾਹ ਤਾਲਾ ਨੇ ਨਹੀਂ ਦਿੱਤੀ ਇਹ ਅਕੀਦਾ ਤੁਸੀਂ ਡਾਕਟਰ ਅਹਿਮਦ ਦੀਦਾਰ ਦਾ ਸਾਬਤ ਕਰਨਾ ਤੇ ਮੈਂ ਤੁਹਾਨੂੰ ਇਹ 500 ਯੂਰੋ ਜਿਹੜਾ ਮੈਂ ਹੱਥ 'ਚ ਫੜਿਆ 20 ਯੂਰੋ ਦੇ ਨੀਲੇ ਨੋਟ ਤੇ 50 ਯੂਰੋ ਦੇ ਖਾਕੀ ਨੋਟ ਉਹ ਮੈਂ ਤੁਹਾਨੂੰ ਵਿਖਾਏ ਨੇ ਮੈਂ ਤੁਹਾਨੂੰ ਆਖਿਆ ਇਹ 500 ਯੂਰੋ ਮੈਂ ਤੁਹਾਨੂੰ ਇਨਾਮ ਦੇਣਾ ਯਾਦ ਹੈ ਨਾ ਗੱਲ ਹੁਣ ਤੁਸੀਂ ਕਹਿੰਦੇ ਹੋ ਕਿ ਤੂੰ ਅੱਧੀ ਗੱਲ ਵਿੱਚੋਂ ਕਾਊਂਟ ਕੀਤੀ ਹੈ ਤੇ ਅੱਧੀ ਛੱਡ ਦਿੱਤੀ ਹੈ ਮੀਰ ਸਾਹਿਬ ਜਦੋਂ ਤੁਸੀਂ ਮੈਨੂੰ ਹੁਕਮ ਫਰਮਾਇਆ ਸੀ ਕਿ 500 ਯੂਰੋ ਆਪਣੇ ਕਜ਼ਨ ਕੋਲ ਜਮ੍ਹਾਂ ਕਰਾ ਫਰੈਂਕਫਰਟ ਤੇ ਤੁਸੀਂ ਉਦੋਂ ਵੇਖਣਾ ਸੀ ਮੈਂ ਤੁਹਾਨੂੰ ਕਹਦਾ ਚੈਲੰਜ ਕੀਤਾ ਹੈ ਇਹ ਤੁਸੀਂ ਉਦੋਂ ਚੈੱਕ ਕਰਨਾ ਸੀ ਨਾ ਹੁਣ ਤੇ ਵਕਤ ਗੁਜ਼ਰ ਗਿਆ ਹੈ ਹੁਣ ਤੇ ਮਾਜ਼ਰਤ ਕਰਨੀ ਪੈਣੀ ਹੈ ਇੱਕ ਵੀਡੀਓ ਬਣਾ ਕੇ ਉਹਦੇ 'ਚ ਮਾਜ਼ਰਤ ਕਰ ਲਓ ਕਿ ਮੈਂ ਇੱਕ ਐਸਾ ਦਾਵਾ ਡਾਕਟਰ ਅਹਿਮਦ ਦੀਦਾਰ ਦੇ ਜ਼ਿੰਮੇ ਲਗਾ ਦਿੱਤਾ ਹੈ ਜਿਹੜਾ ਉਹਨਾਂ ਦੇ ਵਿੱਚ ਨਹੀਂ ਪਾਇਆ ਜਾਂਦਾ ਮੈਂ ਮਾਫੀ ਚਾਹਨਾ ਮੁਸਲਮਾਨਾਂ ਕੋਲੋਂ ਇਹਦੇ 'ਚ ਕਿਹੜੀ ਬੁਰੀ ਗੱਲ ਹੈ ਵਰਨਾ ਇਹ ਰਿਕਾਰਡਿੰਗ ਤੇ ਹੋਣ ਲੱਗੀ ਹੈ ਤੁਹਾਨੂੰ ਵੀ ਪਤਾ ਕਿ ਤੁਸੀਂ ਕੀ ਆਖਿਆ ਤੇ ਮੈਨੂੰ ਵੀ ਪਤਾ ਕਿ ਤੁਸੀਂ ਕੀ ਆਖਿਆ ਉਹਦਾ ਮੈਂ ਸਬੂਤ ਦਿੱਤੇ ਆ ਹੁਣ ਤੁਸੀਂ ਸਿਰਫ ਉਹ ਸਾਬਤ ਸਿੰਪਲ ਜੀ ਸਵਾਲ ਹੈ ਕਿ ਤੁਸੀਂ ਇਹ ਮੁਸਲਮਾਨਾਂ ਦਾ ਅਕੀਦਾ ਨਾ ਤੁਸੀਂ ਨਾ ਇੰਟਰਵੈਨ ਕਰੋ ਤੁਸੀਂ ਖਾਮੋਸ਼ ਰਹੋ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੀ ਗੱਲ ਕੀਤੀ ਹੈ ਮੀਰ ਸਾਹਿਬ ਮੈਂ ਅਗਰ ਅਧੂਰੀ ਗੱਲ ਕੀਤੀ ਸੀ ਤੇ ਪੈਸੇ ਨਹੀਂ ਸੀ ਜਮ੍ਹਾਂ ਕਰਵਾਣੇ ਹਾਂਜੀ ਬਸ ਆਪਣਾ ਮੈਂ ਜਵਾਬ ਮੇਰਾ ਲੈ ਲਓ ਕਿ ਸਾਰੀ ਦੁਨੀਆ ਸੁਣ ਰਹੀ ਹੈ ਜੀ ਕਿ ਅਹਿਮਦ ਆਪਣਾ ਆਮਰ ਨਜ਼ੀਰ ਸਾਹਿਬ ਦੇ ਵਿੱਚ ਜ਼ਰੂਰਤ ਨਹੀਂ ਕਿ ਆਪਣੇ ਬਜ਼ੁਰਗਾਂ ਦਾ ਅਕੀਦਾ ਜਿਹੜਾ ਉਹਨਾਂ ਕੁਰਾਨ ਦੀ ਤਫਸੀਰ ਵਿੱਚੋਂ ਕੀਤਾ ਹੈ ਯਾਨੀ ਉਹ ਸਮਝਦੇ ਨੇ ਕਿ ਕੁਰਾਨ ਕਰੀਮ ਨੇ ਇਹ ਗੱਲ ਕੀਤੀ ਹੈ ਉਹ ਦੱਸਣ ਦੀ ਜ਼ਰੂਰਤ ਨਹੀਂ ਔਰ ਅੱਜ ਰਾਹ ਫਰਾਰ ਇਖਤਿਆਰ ਕਰ ਰਹੇ ਨੇ ਸਾਰੀ ਦੁਨੀਆ ਸੁਣ ਰਹੀ ਹੈ ਕਿ ਮੈਂ 2 ਮਹੀਨੇ ਤੋਂ ਇਹਨਾਂ ਦੀ ਖਿਦਮਤ 'ਚ ਅਰਜ਼ ਕਰ ਰਿਹਾ ਵਾਂ ਕਿ ਭਾਈ ਆਪਣੇ ਬਜ਼ੁਰਗਾਂ ਦਾ ਅਕੀਦਾ ਆਪਣੇ ਕੁਰਾਨ ਦੀ ਤਫਸੀਰਾਂ 'ਚੋਂ ਇਹ ਵੀ ਨਹੀਂ ਕੋਈ ਇਰਦ ਗਿਰਦ ਇੱਧਰ ਉੱਧਰ ਦੀ ਗੱਲ ਕੁਰਾਨ ਦੀ ਤਫਸੀਰਾਂ 'ਚ ਉਹਨਾਂ ਲਿਖਿਆ ਯਾਨੀ ਉਹਨਾਂ ਦੇ ਨਜ਼ਦੀਕ ਉਹ ਅਕੀਦਾ ਕੁਰਾਨ ਦਾ ਅਕੀਦਾ ਇਹਨਾਂ 'ਚ ਜ਼ਰੂਰਤ ਨਹੀਂ ਕਿ ਉਹ ਦੱਸ ਸਕਣ ਅੱਜ ਵੀ ਫਰਾਰ ਇਖਤਿਆਰ ਕਰ ਰਹੇ ਨੇ 2 ਮਹੀਨੇ ਤੋਂ ਫਰਾਰ ਇਖਤਿਆਰ ਕਰ ਰਹੇ ਨੇ ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜਿੱਦਣ ਇਹ ਅਕੀਦਾ ਦੱਸ ਦੇਣਗੇ ਉਸ ਦਿਨ ਮੈਂ ਸਾਰੇ ਸਬੂਤ ਦੇ ਲੈ ਕੇ ਨਹੀਂ ਇਹਨਾਂ ਦੀ ਖਿਦਮਤ ਉਹਨਾਂ ਤੋਂ ਬਗੈਰ ਪਤਾ ਨਹੀਂ ਲੱਗ ਸਕਦਾ ਕਿ ਅਹਿਮਦ ਦੀਦਾਰ ਸਾਹਿਬ ਦਾ ਅਕੀਦਾ ਹੈ ਕੀ ਕਿਹਦੇ ਨਾਲ ਮਿਲਦਾ ਜ਼ਿਆਦਾ
ਮੈਂ ਬੜੀ ਮੁਨਸਿਫਾਨਾ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਕਿਤਾਬਾਂ ਦੇ ਵਿੱਚੋਂ ਜਾਂ ਕਹੋ ਕਿ ਉਹਨਾਂ ਦੇ ਕੁਫਰੀ ਅਕੀਦੇ ਨੇ, ਚਲੋ ਇਹ ਹੀ ਤਸਲੀਮ ਕਰ ਲਓ ਕਿ ਉਹਨਾਂ ਜੋ ਲਿਖਿਆ ਕੁਰਾਨ ਦੀ ਤਫਸੀਰ ਦੇ ਤੌਰ ਤੇ ਉਹ ਕੁਫਰੀ ਅਕੀਦੇ ਨੇ, ਉਹਨਾਂ ਦਾ ਕੁਰਾਨ ਨਾਲ ਕੋਈ ਤਾਲੁਕ ਨਹੀਂ, ਨਾ ਕੁਰਾਨ 'ਚ ਉਹ ਗੱਲ ਹੈ ਜਿਹੜੀ ਉਹਨਾਂ 'ਚ ਲਿਖੀ। ਚਲੋ ਇੰਨੀ ਗੱਲ ਹੀ ਤਸਲੀਮ ਕਰ ਲਓ। ਅੱਜ ਸਾਰੀ ਦੁਨੀਆ ਸੁਣ ਰਹੀ ਹੈ ਕਿ ਰਾਹ ਫਰਾਰ ਇਖਤਿਆਰ ਕਰ ਰਹੇ ਨੇ 2 ਮਹੀਨੇ ਤੋਂ, ਔਰ ਅੱਜ ਵੀ ਉਹੀ ਹੈ ਕਿ ਨਹੀਂ ਜੀ ਮੈਂ ਨਹੀਂ ਦੱਸਣਾ, ਜੀ ਮੈਂ ਨਹੀਂ ਦੱਸਣਾ। ਵਜ੍ਹਾ ਇਹ ਕੋ ਸਮਝਦੇ ਨੇ ਕਿ ਦੱਸਣ ਦੇ ਕਾਬਲ ਹੈ ਹੀ ਨਹੀਂ ਉਹ ਚੀਜ਼ਾਂ। ਅੱਲਾਹ ਅੱਲਾਹ ਖੈਰ ਸੱਲਾ। ਇਸ ਤੋਂ ਬਾਅਦ ਮੇਰੇ ਨਾਲ ਗੁਫ਼ਤਗੂ ਬੰਦੇ ਭਾਵੇਂ 10 ਘੰਟੇ ਬੋਲਦੇ ਰਹੋ, ਮੈਂ ਹੁਣ ਕੋਈ ਜਵਾਬ ਨਹੀਂ ਦੇਣਾ। ਮੇਰਾ ਪਹਿਲਾ ਜਵਾਬ ਵੀ ਉਹੀ ਹੈ, ਆਖਰੀ ਜਵਾਬ ਵੀ ਉਹੀ ਹੈ। ਠੀਕ ਹੋ ਗਿਆ, ਮਿਊਟ ਕਰ ਲਓ। ਅੱਛਾ ਜੀ, ਗੱਲ ਇਹ ਹੈ ਮੀਰ ਸਾਹਿਬ ਕਿ ਜੇ ਪਤਾ ਹੁੰਦਾ ਜੱਟਾਂ ਕੇ ਚੜਦਾ ਤੇ ਨਿੱਕੀ ਹੁੰਦੀ ਤੇਲ ਮਾਰਦੀ। ਮੀਰ ਸਾਹਿਬ ਤੁਹਾਨੂੰ ਨਹੀਂ ਸੀ ਪਤਾ ਵੀ ਜਿਹੜੀ ਮੈਂ ਗੱਲ ਕੀਤੀ ਹੈ ਮੈਂ ਸਬੂਤ ਉਹਦਾ ਦੇਣਾ ਹੈ। ਇਹ ਗੱਲ ਜਿਹੜੀ ਸੀ ਇਹ ਉਦੋਂ ਸੋਚਣੀ ਸੀ ਨਾ ਵੀ ਮੈਂ ਤੇ ਇਹ ਗੱਲ ਪੁੱਛਣੀ ਹੈ, ਮੈਂ ਤੇ ਇਹ ਸ਼ਰਤ ਵਿੱਚ ਰੱਖਣੀ ਹੈ ਕਿ ਤੂੰ ਮੈਨੂੰ ਮੁਸਲਮਾਨਾਂ ਦਾ ਅਕੀਦਾ ਦੱਸੇਗਾ ਤੇ ਫਿਰ ਮੈਂ ਸਬੂਤ ਦਿਆਂਗਾ। ਲੇਕਿਨ ਕਹਿੰਦੇ ਨੇ ਕਿ ਅੱਲਾਹ ਤਾਲਾ ਦੀ ਲਾਨਤ ਹੈ ਉਹਨਾਂ ਝੂਠਿਆਂ ਤੇ ਜਿਹੜੇ ਝੂਠ ਬੋਲਣ ਵਾਲੇ ਹੁੰਦੇ ਨੇ। ਮੈਂ ਤੁਹਾਨੂੰ ਅੱਗੇ ਵੀ ਫੋਨ ਤੇ ਵੀ 2 ਵਾਰੀ ਦੱਸਿਆ ਅਕੀਦਾ, ਮੈਂ ਹੁਣ ਵੀ ਤੁਹਾਨੂੰ ਆਖਿਆ ਕਿ ਤੁਸੀਂ ਕਿਹੜਾ ਅਕੀਦਾ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ, ਮੈਂ ਬਿਆਨ ਕਰਨ ਨੂੰ ਤਿਆਰ ਹਾਂ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਸਾਡਾ ਮੁਸਲਮਾਨਾਂ ਦਾ ਇਹ ਅਕੀਦਾ ਹੈ। ਲੇਕਿਨ ਝੂਠ ਬੋਲ ਕੇ ਤੁਸੀਂ ਪਹਿਲਾਂ ਡਾਕਟਰ ਅਹਿਮਦ ਦੀਦਾਦ ਦੇ ਉੱਤੇ ਇੱਕ ਗਲਤ ਇਲਜ਼ਾਮ ਲਗਾਇਆ, ਉਹਦਾ ਸਬੂਤ ਤੁਹਾਡੇ ਕੋਲ ਹੈ ਨਹੀਂ। ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਨਹੀਂ ਦੱਸ। ਭਾਈ ਮੇਨ ਸਟ੍ਰੀਮ ਮੁਸਲਮਾਨਾਂ ਦਾ ਜਾਂ ਤੇ ਮੈਂ ਅਕੀਦਾ ਬਿਆਨ ਕਰਨਾ ਤੁਸੀਂ ਕਬੂਲ ਕਰ ਲਿਆ ਜੇ, ਤੇ ਜਾਂ ਫਿਰ ਤੁਸੀਂ ਆਪ ਬਿਆਨ ਕਰ ਦਿਓ ਜਿਹੜਾ ਤੁਸੀਂ ਬਿਆਨ ਕਰਨਾ ਚਾਹੁੰਦੇ ਹੋ। ਉਹ ਬਿਆਨ ਕਰਕੇ ਤੇ ਜਿਹੜਾ ਤੁਸੀਂ ਵਾਅਦਾ ਕੀਤਾ ਹੈ ਕਿ ਭਾਈ ਮੈਂ ਡਾਕਟਰ ਅਹਿਮਦ ਦੀਦਾਦ ਦੇ ਅਕੀਦੇ ਦਾ ਸਬੂਤ ਦਿਆਂਗਾ, ਉਹ ਸਬੂਤ ਦੇ ਦਿਓ ਤੇ ਆਪਣਾ 500 ਯੂਰੋ ਫੜੋ, ਤੇ ਨਹੀਂ ਤੇ ਮਾਜ਼ਰਤ ਕਰੋ, ਮਾਫੀ ਮੰਗੋ। ਤੁਸੀਂ ਝੂਠਾ ਇਲਜ਼ਾਮ ਲਗਾਇਆ ਡਾਕਟਰ ਅਹਿਮਦ ਦੀਦਾਦ ਤੇ। ਅਕੀਦੇ ਦੀ ਜਿਹੜਾ ਆ ਤੁਸੀਂ ਸਵਾਲ ਬਾਰ-ਬਾਰ ਕਰਦੇ ਹੋ, ਅਕੀਦੇ ਦਾ ਕੋਈ ਲੈਣ ਦੇਣ ਨਹੀਂ ਇਸ ਗੱਲ ਨਾਲ। ਉਹਦੇ ਬਾਵਜੂਦ ਮੈਂ ਤੁਹਾਨੂੰ ਕਿਹਾ ਕਿ ਸਾਡਾ ਮੁਸਲਮਾਨਾਂ ਦਾ ਅਕੀਦਾ ਉਹੀ ਹੈ ਜਿਹੜਾ ਕੁਰਾਨ 'ਚ ਲਿਖਿਆ ਹੈ, ਵਮਾ ਕਤਲੂਹੂ ਵਮਾ ਸਲਬੂਹੂ ਵਲਾਕਿਨ ਸ਼ੁਬਿਹ ਲਹੁਮ। ਅੱਲਾਹ ਤਾਲਾ ਨੇ ਨਾ ਉਹਨਾਂ ਨੂੰ ਕਤਲ ਹੋਣ ਦਿੱਤਾ ਉਹਨਾਂ ਦੇ ਹੱਥੋਂ, ਤੇ ਨਾ ਸਲੀਬ ਚੜਨ ਦਿੱਤਾ ਹੈ। ਨਾ ਉਹ ਕਤਲ ਹੋਏ, ਨਾ ਉਹ ਸਲੀਬ ਦਿੱਤੀ ਗਈ ਉਹਨਾਂ ਨੂੰ, ਬਲਕਿ ਮਾਮਲਾ ਉਹਨਾਂ ਤੇ ਮੁਸ਼ਤਬੇ ਹੋ ਗਿਆ। ਜੋ ਕੁਰਾਨ ਦੇ ਅਲਫਾਜ਼ ਨੇ ਉਹ ਹੀ ਸਾਡਾ ਅਕੀਦਾ। ਬਾਕੀ ਜਿੰਨੀਆਂ ਗੱਲਾਂ ਨੇ ਜਿਹੜੀਆਂ ਬਨੀ ਇਸਰਾਈਲੀ ਰਵਾਇਤ ਦੀਆਂ ਨੇ ਉਹ ਸਾਡਾ ਅਕੀਦਾ ਨਹੀਂ ਹੁੰਦੀਆਂ, ਕਿਉਂਕਿ ਬਨੀ ਇਸਰਾਈਲੀ ਰਵਾਇਤ ਦੇ ਬਾਰੇ ਨਬੀ अलैहिस्सलातु वस्सलाम ਦੀ ਹਦੀਸ ਬੁਖਾਰੀ ਚ ਆਉਂਦੀ ਹੈ ਕਿ ਤੁਸੀਂ ਬਨੀ ਇਸਰਾਈਲੀ ਰਵਾਇਤ ਦੀ ਨਾ ਤਸਦੀਕ ਕਰੋ ਨਾ ਤਕਜ਼ੀਬ ਕਰੋ। ਤੇ ਉਹ ਸਾਡਾ ਅਕੀਦਾ ਕਿਸ ਤਰ੍ਹਾਂ ਹੋ ਸਕਦਾ ਹੈ ਜਿਹਦੀ ਅਸੀਂ ਨਾ ਤਸਦੀਕ ਕਰ ਸਕਨੇ ਹਾਂ ਨਾ ਤਕਜ਼ੀਬ ਕਰ ਸਕਨੇ ਹਾਂ। ਮੁਫੱਸਿਰੀਨ ਨੇ ਵਾਕਿਆ ਮੁਕੰਮਲ ਬਿਆਨ ਕਰਨ ਵਾਸਤੇ ਇੱਕ ਉਹ ਗੱਲ ਬਿਆਨ ਕੀਤੀ ਹੈ ਕਿ ਭਾਈ ਉਹਦੇ ਵਿੱਚ ਲਿਖਿਆ ਹੈ, ਇੰਜੀਲ ਬਰਨਾਬਾਸ ਚ ਲਿਖਿਆ ਹੈ ਕਿ ਉਹਨਾਂ ਦੇ ਥਾਂ ਕੋਈ ਬੰਦਾ ਹੋਰ ਸੀ, ਉਹਨੂੰ ਸਜ਼ਾਏ ਮੌਤ ਦਿੱਤੀ ਗਈ। ਕੋਈ ਹੋਰ ਕਹਿੰਦਾ, ਕੋਈ ਹੋਰ ਉਹਦੀ ਤਫਸੀਰ ਕਰਦਾ ਹੈ, ਲੇਕਿਨ ਉਹ ਤਫਸੀਰ ਦੀ ਜਿਹੜੀ ਵਜ਼ਾਹਤ ਹੈ ਜਾਂ ਤਫਸੀਲ ਹੈ ਉਹ ਸਾਡਾ ਅਕੀਦਾ ਨਹੀਂ। ਅਕੀਦਾ ਮੈਂ ਅੱਗੇ ਵੀ 3 ਵਾਰੀ ਬਿਆਨ ਕੀਤਾ ਹੈ, ਅੱਜ 4ਥੀ ਵਾਰੀ ਫਿਰ ਬਿਆਨ ਕਰ ਦਿੱਤਾ ਹੈ ਕਿ ਸਾਡਾ ਮੁਸਲਮਾਨਾਂ ਦਾ ਅਕੀਦਾ ਕੁਰਾਨ ਚ ਲਿਖਿਆ ਹੈ, ਵਮਾ ਕਤਲੂਹੂ ਵਮਾ ਸਲਬੂਹੂ ਵਲਾਕਿਨ ਸ਼ੁਬਿਹ ਲਹੁਮ। ਨਾ ਉਹਨਾਂ ਨੂੰ ਕਤਲ ਕੀਤਾ ਗਿਆ, ਨਾ ਉਹਨਾਂ ਨੂੰ ਸਲੀਬ ਦਿੱਤੀ ਗਈ, ਬਲਕਿ ਮਾਮਲਾ ਉਹਨਾਂ ਤੇ ਮੁਸ਼ਤਬੇ ਹੋ ਗਿਆ। ਬਸ ਇਹਨਾਂ ਸਾਡਾ ਅਕੀਦਾ ਹੈ। ਇਹਦੇ ਨਾਲ ਤੁਹਾਡੇ ਦਾਅਵੇ ਦਾ ਕੋਈ ਤਲਕ ਨਹੀਂ। ਤੁਹਾਡਾ ਇਹ ਦਾਅਵਾ ਸੀ ਕਿ ਤੁਸੀਂ ਇਹ ਸਾਬਤ ਕਰਨਾ ਸੀ ਮੀਰ ਸਾਹਿਬ ਕਿ ਡਾਕਟਰ ਅਹਿਮਦ ਦੀਦਾਦ ਦਾ ਅਕੀਦਾ ਹੈ ਕਿ ਈਸਾ अलैहिस्सलातु वस्सलाम ਨੂੰ ਸਲੀਬ ਤੇ ਚੜਾਇਆ ਗਿਆ, ਲੇਕਿਨ ਸਲੀਬ ਤੇ ਉਹਨਾਂ ਨੂੰ ਮੌਤ ਨਹੀਂ ਆਈ। ਇਹ ਮਿਰਜ਼ਾ ਸਾਹਿਬ ਵਾਲਾ ਅਕੀਦਾ ਡਾਕਟਰ ਅਹਿਮਦ ਦੀਦਾਦ ਦਾ। ਇਹਦਾ ਸਬੂਤ ਦੇਣ ਵਾਸਤੇ ਤੁਹਾਡਾ ਮੇਰਾ ਅਕੀਦਾ ਜਾਣਨ ਦਾ ਜਾਂ ਮੇਨ ਸਟ੍ਰੀਮ ਮੁਸਲਮਾਨ ਦਾ ਅਕੀਦਾ ਜਾਣਨ ਦਾ ਕੋਈ ਤੁਕ ਹੀ ਨਹੀਂ ਬਣਦਾ। ਦਿਓ ਸਬੂਤ ਇਸ ਗੱਲ ਦਾ ਕਿ ਡਾਕਟਰ ਅਹਿਮਦ ਦੀਦਾਦ ਨੇ ਜ਼ਿੰਦਗੀ ਦੇ ਵਿੱਚ ਕਿ ਰੱਖਿਆ ਹੋਵੇ ਮੇਰਾ ਇਹ ਅਕੀਦਾ ਹੈ ਜਿਹੜਾ ਮੁਸਲਮਾਨਾਂ ਤੋਂ ਹਟ ਕੇ ਵੇ ਕਿ ਈਸਾ अलैहिस्सलाम ਨੂੰ ਸਲੀਬ ਤੇ ਚੜਾਇਆ ਗਿਆ, ਲੇਕਿਨ ਸਲੀਬ ਤੇ ਉਹਨਾਂ ਨੂੰ ਮੌਤ ਨਹੀਂ ਆਈ। ਦਿਓ ਸਬੂਤ ਇਸ ਗੱਲ ਦਾ। ਕਿਆਮਤ ਆ ਸਕਦੀ, ਤੁਸੀਂ ਇਹਦਾ ਸਬੂਤ ਨਹੀਂ ਦੇ ਸਕਦੇ। ਭਾਈ ਦੂਜੇ ਨੇ ਵੀ ਗੱਲ ਕਰਨੀ ਹੈ ਕਿ ਤੁਸੀਂ ਕਰਦੇ ਰਹਿਣਾ। ਆਪ ਆਖਿਆ ਹੁਣ ਭਾਵੇਂ 10 ਘੰਟੇ ਲੱਗਾ ਰਹੋ, ਇੱਕੋ ਹੀ ਗੱਲ ਬਾਰ-ਬਾਰ ਦੁਹਰਾਈ ਜਾ ਰਹੇ ਹੋ, ਇੱਕੋ ਹੀ ਗੱਲ ਬਾਰ-ਬਾਰ ਦੁਹਰਾਈ ਜਾ ਰਹੇ ਹੋ। ਮੇਰੀ ਬਸ ਹੋ ਗਈ ਹੈ। ਝੂਠ ਤੇ ਝੂਠ ਮਾਰੀ ਜਾ ਰਹੇ ਹੋ, ਝੂਠ ਤੇ ਝੂਠ ਮਾਰੀ ਜਾ ਰਹੇ ਹੋ। ਇਹ ਵੀ ਝੂਠ ਹੈ ਕਿ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ। ਗੱਲ ਸੁਣੋ, ਇਹ ਵੀ ਝੂਠ ਹੈ ਕਿ ਆਹ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਜੀ ਜਿਹੜੇ ਬਣੀ ਇਸਰਾਈਲ ਦੀਆਂ ਉਹ ਰਵਾਇਤ ਨੇ ਉਹਦੀ ਨਾ ਤਸਦੀਕ ਕਰੋ ਨਾ ਤਰਦੀਦ ਕਰੋ। ਅੱਲਾਹ ਤਾਲਾ ਕੁਰਾਨ ਕਰੀਮ ਵਿੱਚ ਫਰਮਾਉਂਦਾ ਹੈ, ਮੈਂ ਮੇਰੇ ਵਿੱਚ ਨਹੀਂ ਬੋਲੋ ਹੁਣ ਮੈਂ ਨਹੀਂ ਤੁਹਾਡੇ ਚ ਬੋਲਿਆ। ਅੱਲਾਹ ਤਾਲਾ ਕੁਰਾਨ ਕਰੀਮ ਵਿੱਚ ਫਰਮਾਉਂਦਾ ਹੈ ਕਿ ਤੁਸੀਂ ਦੂਸਰਿਆਂ ਨੂੰ ਉਹ ਗੱਲ ਕਿਉਂ ਕਹਿੰਦੇ ਹੋ ਜੋ ਤੇ ਖੁਦ ਅਮਲ ਨਹੀਂ ਕਰਦੇ। ਔਰ ਅੱਲਾਹ ਤਾਲਾ ਨੂੰ ਸਖਤ ਨਾਪਸੰਦ ਹੈ ਗੱਲ ਕਿ ਤੁਸੀਂ ਦੂਜਿਆਂ ਨੂੰ ਤੇ ਗੱਲ ਕਹੋ ਔਰ ਖੁਦ ਉਸ ਤੇ ਅਮਲ ਨਾ ਕਰੋ। ਕੁਰਾਨ ਕਰੀਮ ਸਾਨੂੰ ਆਹ ਸੱਲੱਲਾਹੁ ਅਲੈहि ਵਸੱਲਮ ਦੇ ਥਰੂ ਮਿਲਿਆ। ਕੁਰਾਨ ਕਰੀਮ ਉਹਨਾਂ ਦੀ ਗੱਲਾਂ ਦੀ ਤਸਦੀਕ ਵੀ ਕਰਦਾ ਹੈ ਔਰ ਤਰਦੀਦ ਵੀ ਕਰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਸਾਨੂੰ ਖੁਦਾ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਕਹਿਣ ਕਿ ਕੁਰਾਨ ਦੀ ਇਤਬਾ ਕਰੋ
ਔਰ ਦੂਜਿਆਂ ਲੋਕਾਂ ਨੂੰ ਕਹਿਣ ਕਿ ਨਹੀਂ ਜੀ ਬਣੀ ਇਸਰਾਈਲ ਦੀ ਨਾ ਤਸਦੀਕ ਕਰਨੀ ਹੈ ਨਾ ਤਸਦੀਕ ਕਰਨੀ ਹੈ। ਇਹ ਕੁਰਾਨ ਦੇ ਖਿਲਾਫ ਹੈ ਹਦੀਸ। ਇਸ ਵਾਸਤੇ ਖੁਦਾ ਦੇ ਰਸੂਲ ਦਾ ਕਲਾਮ ਨਹੀਂ ਹੋ ਸਕਦਾ। ਕੁਰਾਨ ਤਸਦੀਕ ਵੀ ਕਰਦਾ, ਉਹਦੀ ਤਰਦੀਦ ਵੀ ਕਰਦਾ। ਇਹੋ ਹੀ ਜਿਹੜਾ ਇਹ ਤਰਦੀਦ ਨਹੀਂ ਤੇ ਹੋਰ ਕੀ ਹੈ। ਯਹੂਦੀ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਕਤਲ ਕਰ ਦਿੱਤਾ ਹੈ, ਕੁਰਾਨ ਤਰਦੀਦ ਕਰ ਰਿਹਾ। ਯਹੂਦੀ ਕਹਿੰਦੇ ਨੇ ਸਲੀਬ ਦੇ ਕੇ ਉਹਨੂੰ ਮਾਰ ਦਿੱਤਾ ਹੈ, ਕੁਰਾਨ ਉਹਦੀ ਤਰਦੀਦ ਕਰ ਰਿਹਾ। ਕੁਰਾਨ ਸਾਨੂੰ ਤੇ ਇਹ ਤਾਲੀਮ ਦੇਵੇ ਕਿ ਉਹਨਾਂ ਦੀ ਤਰਦੀਦ ਜਿਹੜੀ ਹੈ ਉਹ ਪੜ੍ਹੋ ਕੁਰਾਨ ਵਿੱਚੋਂ। ਕੁਰਾਨ ਅੱਲਾਹ ਤਾਲਾ ਖੁਦ ਤੇ ਤਰਦੀਦ ਕਰੇ, ਦੂਜਿਆਂ ਨੂੰ ਕਵੇ ਕਿ ਨਹੀਂ ਜੀ ਉਹਨਾਂ ਦੀ ਕੋਈ ਤਰਦੀਦ ਨਹੀਂ ਕਰਨੀ, ਨਾ ਕੋਈ ਤਸਦੀਕ ਕਰਨੀ ਹੈ। ਇੰਨਾ ਲਿल्लाहि व इन्ना इलैहि राजिऊन। ਇਹ ਖਿਲਾਫੇ ਕੁਰਾਨ ਅਕੀਦਾ ਹੈ। ਹਾਂ, ਉਸ ਜ਼ਮਾਨੇ 'ਚ ਜਦੋਂ ਇਹ ਕੁਰਾਨ ਦੇ ਅਹਿਕਾਮਾਤ ਨਹੀਂ ਸਨ ਆਏ ਪੂਰੀ ਤਰ੍ਹਾਂ, ਉਹਨਾਂ ਉਸ ਜ਼ਮਾਨੇ 'ਚ ਅਗਰ ਕਿਹਾ ਹੋਵੇ ਆਹ ਸੱਲੱਲਾਹੁ ਅਲੈहि ਵਸੱਲਮ ਨੇ ਤੇ ਮੰਨਣ ਦੀ ਗੱਲ ਹੈ। ਲੇਕਿਨ ਕੁਰਾਨ ਆਉਣ ਤੋਂ ਬਾਅਦ ਇਹ ਗੱਲ ਕਹਿਣੀ ਕਿ ਜੀ ਬਣੀ ਇਸਰਾਈਲ ਦੀ ਰਵਾਇਤ ਦੀ ਨਾ ਤਸਦੀਕ ਕਰੋ ਨਾ ਤਸਦੀਕ ਕਰੋ, ਖਿਲਾਫੇ ਕੁਰਾਨ ਅਕੀਦਾ ਹੈ। ਕਿਉਂਕਿ ਕੁਰਾਨ ਖੁਦ ਤਸਦੀਕ ਵੀ ਕਰ ਰਿਹਾ, ਤਰਦੀਦ ਵੀ ਕਰ ਰਿਹਾ। ਔਰ ਜਿੰਨਾ ਚਿਰ ਅਕੀਦਾ ਨਹੀਂ ਦੱਸਣਾ। ਦੂਸਰੀ ਗੱਲ, ਤੁਸੀਂ ਕਹੇ ਜੀ ਮੁਸਲਮਾਨਾਂ ਦਾ ਅਕੀਦਾ ਹੈ, ਇਹਦਾ ਮਤਲਬ ਜੋ ਕੁਰਾਨ ਜੋ ਤੁਹਾਡੀ ਤਫਸੀਰਾਂ 'ਚ ਲਿਖਿਆ ਹੈ ਉਹ ਮੁਸਲਮਾਨਾਂ ਦਾ ਅਕੀਦਾ ਨਹੀਂ, ਉਹ ਕਾਫਰਾਂ ਦਾ ਅਕੀਦਾ ਹੈ। ਕਿਉਂਕਿ ਜਾਂ ਮੁਸਲਮਾਨਾਂ ਦਾ ਅਕੀਦਾ ਜਾਂ ਕਾਫਰਾਂ ਦਾ ਅਕੀਦਾ, ਵਿਚਲੀ ਕੋਈ ਜਗ੍ਹਾ ਹੀ ਨਹੀਂ ਹੈ। ਤੁਸੀਂ ਆਪ ਖੁਦ ਤਸਲੀਮ ਕਰ ਰਹੇ ਹੋ ਕਿ ਮੁਸਲਮਾਨ ਦਾ ਅਕੀਦਾ ਇਹ ਵੇ ਜੋ ਤੁਸੀਂ ਆਇਤ ਪੜ੍ਹੀ ਹੈ। ਤੇ ਇਹਦਾ ਮਤਲਬ ਹੈ ਜੋ ਤਫਸੀਰਾਂ 'ਚ ਲਿਖਿਆ ਸਭ ਕਾਫਰਾਨਾ ਅਕਾਇਦ ਨੇ। ਤੁਸੀਂ ਹੁਣ ਤਸਲੀਮ ਕਰ ਲਿਆ ਕਿ ਸਾਡੀ ਤਫਸੀਰਾਂ ਦੇ ਵਿੱਚ ਕੁਫਰੀਆ ਅਕਾਇਦ ਲਿਖੇ ਨੇ। ठीक हो गया जी। मीर साहब ने माइक म्यूट कर लिया। अच्छा जी मीर साहब, पहले तो तुसा ये चैलेंज किया है कि मैं झूठ बोलिया है। नबी अलैहिस्सलातु वस्सलाम ने बिल्कुल नहीं फरमाया कि बनी इसराइली रवायात दी ना तस्दीक करो ना तकजीब करो। मैं कहना कि मैं सबूत पेश करना ते एहदे ते फैसला कर लैने आ। तुसा फिर नाल ही अगों नवीं गल जड़ दित्ती है, कहंदे ने कि ये हदीस जिहड़ी है ये कुरान दे खिलाफ है। क्यों कुरान दे खिलाफ है? कुरान तो उन्होंने कायद की तकजीब क्या करता है, ते अल्लाह के नबी ने क्यों आना सी कि उन्होंने किसी गल की तकजीब ना करो। भाई यो ही तो अल्लाह के नबी ने फरमाया है कि जिन्नी गल की तस्दीक करनी सी अल्लाह ताला ने कुरान च तस्दीक कर दी, जिन्नी गल की तकजीब करनी सी अल्लाह ताला ने कुरान च तकजीब कर दी है। ईसाई ते यहूदी दोवे इस गल का अकीदा रखते हैं कि ईसा अलैहिस्सलाम नूं सलीब उत्ते चढ़ा दिता गया और सलीब दे उत्ते उन्हां नूं मौत आ गई। यहूदी कहते हैं कि असां कतल कर दिता, ईसाई कहते हैं कि नहीं वो कतल होने तो बाद फौत होने तो बाद जिंदा होके दोबारा आसमान ते चले गए। लेकिन दोवे मंदे ने कि सलीब दे उत्ते चढ़ाया गया। कुरान ने तकजीब करनी सी कर दी ते आख्या वमा कतलूहु वमा सलबूहु वलाकिन शुब्बिह लहुम। ना उन्होंने कतल किया गया ना उन्होंने सलीब दी गई है, बल्कि मामला उन्होंने मुश्तबे हो गया। कुरान ने तकजीब कर दी, जेड़ियां गल्लां दी तकजीब करनी सी कुरान ने कर दी। ते अल्लाह दे नबी ने फरमाया, साहिबे कुरान ने फरमाया कि तुसी किसे गल दी मजीद ना तस्दीक करियो ना तकजीब करियो। बनी इसराइली रवायात दी ते हदीस है बुखारी दी जिहदे बारे मिर्जा साहब कहंदे ने किताब अल्लाह, ए बुखारी शरीफ है। ये उस बुखारी दी हदीस है जिहदे बारे तुहाडे खलीफा साहब कहंदे ने कि मैनू ख्वाब च अल्लाह ताला ने दस्सिया कि बुखारी दियां सारियां हदीसां सच्चियां। और सच्ची हदीस है बुखारी दी। आखो साडे खलीफा साहब झूठ बोलिया, आखो साडे मिर्जा साहब झूठ बोलिया जेड़ा उन्होंने आख्या कि असहुल किताब बाद हदीस है मंगो मेरे को हवाला मैं हुणे पेश करना। बुखारी च हदीस आंदी अल्लाह दे नबी ने फरमाया ना उन्हां गल्लां दी तस्दीक करो ना तकजीब करो। लिहाजा ये गल ते गई मुक ते किला गया ठुक। हुण बिस्मिल्लाह पढ़ के जेड़ा तुसां दावा कीता है खामोश तुसीं खामोश रहो, तुसीं खामोश रहो। जेड़ी तुसां गल कीती है हुण ओदा सबूत दे दिओ। बिस्मिल्लाह पढ़ के टाइम मुकर्रर करो। हां बोलो, कोई ना बोलना बोलो। हाँ टाइम मुकर्रर कर लो। टाइम मुकर्रर कर लो। साहब अमीर साहब को 2 मिनट ने ते तुहाडे कोई 2-2 मिनट ने। ठीक है जी, बड़ी बड़े ने 2 मिनट हो गए ना, मेरे 2 मिनट दो। हाँ जी, मैनू आखिरी गल कर लेंदे, ओदे बाद 2 मिनट तुहाडा टाइम है। मैं अर्ज करन लगा कि ये गल ते गई मुक। जे ओ कीदा साडा कुरान दे खिलाफ है, जे मुफस्सरीन ने कुफरिया कायद लिखे ने, वट सो एवर जो तुसी कहना कह लो। तुसा मैनू सिर्फ ये शर्त रखी सी अकीदा बयान कर।
ਅਕੀਦਾ ਵੀ ਮੈਂ ਬਿਆਨ ਕਰ ਦਿੱਤਾ ਹੈ, 100 ਬੰਦਾ ਮੈਂ ਸੁਣਦਾ ਥੱਲੇ ਬਹਿ ਕੇ। अकीदा भी बयान कर देता है, लेकिन उसके बावजूद न खंजर उठेगा न तलवार इनसे, ये बाजू मेरे आजमाए हुए हैं क्योंकि हाँ जी, बस खत्म हो गया। मेरी गल सुनो हुण, मेरी गल सुनो। 3 मिनट गल करनगे अमीर साहब। मेरी गल सुनो। मोहतरम तुसी तस्लीम कर लिया है कि बावजूद इस गल दे कि कुरान करीम ने तरदीद की है यहूदियों दी और ईसाइयां दे अकीदे दी, लेकिन ਇਹਦੇ ਬਾਵਜੂਦ ਉਹ ਜਿਹੜਾ ਉਹਦੇ ਖਿਲਾਫ ਗੱਲ ਕਰੇ ਉਹ ਕਾਫਰ ਹੋਇਆ ਨਾ। ਤੇ ਫਿਰ ਤੁਸੀਂ ਤਸਲੀਮ ਕਰ ਲਿਆ ਕਿ ਜਿਹੜੇ ਸਾਡੇ ਉਲਮਾ ਨੇ ਤਫਸੀਰਾਂ ਦੇ ਵਿੱਚ ਇਹ ਗੱਲ ਲਿਖੀ ਹੈ, ਜੋ ਵੀ ਲਿਖੀ ਹੈ ਉਹ ਖਿਲਾਫੇ ਕੁਰਾਨ ਹੈ, ਕਿਉਂਕਿ ਕੁਰਾਨ ਨੇ ਤਰਦੀਦ ਕਰ ਦਿੱਤੀ ਹੈ। ਉਹ ਫਿਰ ਵੀ ਲਿਖ ਰਹੇ ਨੇ ਨਹੀਂ ਜੀ ਉਹਨਾਂ ਦੀ ਬਜਾਏ ਫਲਾਣਾ ਸ਼ਖਸ ਜਿਹੜਾ ਉਹ ਫੜਿਆ ਗਿਆ, ਫਲਾਣੇ ਸ਼ਖਸ ਤੇ ਸ਼ਬੀਹ ਪਾ ਦਿੱਤੀ ਗਈ, ਹਾਲਾਂਕਿ ਤੁਸੀਂ ਖੁਦ ਤਸਲੀਮ ਕਰ ਰਹੇ ਹੋ ਕਿ ਇਹਨਾਂ ਚੀਜ਼ਾਂ ਦਾ ਕੁਰਾਨ ਵਿੱਚ ਕੋਈ ਜ਼ਿਕਰ ਨਹੀਂ। ਤੇ ਫਿਰ ਤੁਸੀਂ ਮੰਨ ਲਿਆ ਕਿ ਸਾਡੀ ਕਿਤਾਬਾਂ ਦੇ ਵਿੱਚ ਕੁਫਰੀ ਅਕਾਇਦ ਲਿਖੇ ਨੇ। ਅੱਲਾ ਅੱਲਾ ਖੈਰ ਸੱਲਾ। ਬਾਕੀ ਜਿੱਥੋਂ ਜ਼ਿਕਰ ਮੈਂ ਉਹਦਾ ਸਬੂਤ ਦੇ ਦਿੱਤਾ ਹੈ ਇਸ ਚੀਜ਼ ਦਾ ਕਿ ਇਹ ਤੁਸੀਂ ਵੀ ਹੁਣ ਵੀ ਫਿਰ ਤਾਰੀਫ ਕੀਤੀ ਹੈ ਮੇਰੀ ਗੱਲਾਂ ਦੇ ਵਿੱਚ। ਮੈਂ ਇਹ ਗੱਲ ਕਹੀ ਹੈ ਕਿ ਆਹ ਸੱਲੱਲਾਹੁ अलैहि वसल्लम ਨੇ ਅਗਰ कुरान दी तकमील तो पहला, कुरान दी बनी इसराइल दे अकायद दी तरदीद तो पहला कोई ऐसी गल कीती होवे कि वो काबिल तस्लीम है, लेकिन वो इतलाक फिर होन नहीं हो सकता, क्योंकि होन साढ़े कोल कुरान करीम मौजूद है जिहड़ा दावा कर रहा है कि मैं ईसाइयां दे यहूदियां दे जिहड़े मुख्तलिफ फिरकियां दे विच इख्तलाफात ने वो दूर करन आया वां। ਤੇ ਅੱਲਾਹ ਤਾਲਾ ਨੇ ਜਦੋਂ ਖੁਦ ਉਹਦੀ ਤਰਦੀਦ ਕਰ ਦਿੱਤੀ ਹੈ, ਉਹ ਅੱਲਾਹ ਦਾ ਰਸੂਲ ਦੂਸਰਿਆਂ ਨੂੰ ਕਿਵੇਂ ਤਾਲੀਮ ਦੇ ਸਕਦਾ ਹੈ ਕਿ ਜੀ ਤੁਸੀਂ ਉਹਨਾਂ ਦੀ ਨਾ ਤਰਦੀਦ ਕਰੋ ਨਾ ਤਸਦੀਕ ਕਰੋ? ਖੁਦ ਖੁਦਾ ਤਸਦੀਕ ਵੀ ਕਰ ਰਿਹਾ, ਤਰਦੀਦ ਵੀ ਕਰ ਰਿਹਾ। ਤੇ ਅੱਧੀ ਗੱਲ ਨਹੀਂ ਕਰਨੀ ਚਾਹੀਦੀ, ਪੂਰੀ ਗੱਲ ਕਰਨੀ ਚਾਹੀਦੀ ਹੈ। ਤੇ ਹੁਣ ਆਪਣਾ ਅਕੀਦਾ ਦੱਸੋ ਤਾਂ ਜਾਨ ਛੁਡਾਓ ਮੇਰੇ ਕੋਲੋਂ, ਵਰਨਾ ਇਹ ਤੁਹਾਡੇ ਜ਼ਿਹਨਾਂ 'ਚ ਤੁਹਾਡੀ ਨੀਂਦਰਾ ਹਰਾਮ ਕਰਕੇ ਰੱਖੇਗਾ ਇਹ ਮੁਤਾਲਬਾ ਮੇਰਾ ਕਿ ਅਕੀਦਾ ਦੱਸੋ। कुफरी अकायद तुसी मान लेने खुद कि कुरान के खिलाफ लिखे है, जो भी लिखे है साडी तफसीरां दे विच। अच्छा जी, सारी दुनिया भी वेखदी है। 2 मिनट कहंदे सी मैनू 10 सेकंड ले ने वीर साहब ने, तुसी ठीक है 2 मिनट ले सकते। ठीक है मैं 2 मिनट का गल मैं क्या कहना है कि सारे बंदे पे थल्ले 100 बंदा पे सुनदा है थल्ले। मीर साहब ने 2-3 बारी मुतालबा किया है तो मैं इन्होंने कहा मीर साहब मैं 3 दफा अगे पहले अकीदा बयान कर चुकिया तो मैं 4थी दफा फिर अकीदा बयान कर देना कि साडा यह अकीदा है। वो कहंदे ने तुहाडे अकीदे च गलती पाई जाती है, फलानी गलती पाई जाती है। दैन वट तुसी अपना अकीदा तुसा अपना दावा साबित करना है, लियाओ दावे का सबूत दिओ। जिहड़ा तुसां झूठ बोलिया डॉक्टर अहमद दी दात दे नाम ते तुसां सबूत ओहदा देना है, ना कि तुसां इहदे ते बहस करनी है मुफस्सरां ने की लिखिया ते की नहीं लिखिया। जो मर्जी लिखते रहन, उन्होंने कुफरी अकीदा लिखिया, उन्होंने शिरकी अकीदा लिखिया, उन्होंने तौहीद अकीदा लिखिया, ईमानी अकीदा लिखिया, तुहानू इहदे नाल की करदे? तुसां अपने दावे दा सबूत देना। मीर साहब तुसां झूठा दावा कीता है, झूठा बहतान लाया है डॉक्टर अहमद दी दात ते, और डॉक्टर अहमद दी दात मुनाजरे इस्लाम है। उन्हें क्रिश्चियनां नाल मुनाजरे करके इस्लाम दा झंडा उच्चा कीता है। तुसां एक गंदा बहतान लाया डॉक्टर अहमद दी दात दे उत्ते कि ओहदा ओह अकीदा सी जिहड़ा मिर्जाइयां दा अकीदा है। कतन नहीं उन्हां दा अकीदा, डॉक्टर अहमद दी दात दा अकीदा नहीं। तुसां झूठ बोलिया, या सबूत दिओ ते या इत्थे माफी मंगो। सबूत पेश करो। डॉक्टर अहमद दी दात ने कित्थे गल आखी है कि ईसा अलैहिस्सलाम नूं सलीब ते चढ़ाया गया है, लेकिन सलीब तो उन्होंने मौत नहीं आई। लियाओ सबूत पेश करो। लेकिन तुसी सबूत ते रखदे नहीं, बहाना लाया मैनूं कीदा नहीं दसदे। कीदा दस भी दित्ता ही पैंदे ने सारे पे वैसे ने कीदा नहीं पे दसदे। कीदा दसो मेरे तो जान छड़ो, किहड़ा कीदा तुसी पुछना है? ਤੁਹਾਨੂੰ ਦੱਸ ਤੇ ਦਿੱਤਾ ਸਾਡਾ ਇਹ कीदा है, ਤੁਹਾਨੂੰ ਇਹ कीदा ਚੰਗਾ ਲੱਗਦਾ ਹੈ ਮਾੜਾ ਲੱਗਦਾ ਹੈ, ਇਹਦੇ ਵਿੱਚ ਕੋਈ ਡਿਫੈਕਟ ਹੈ? ਟਾਈਮ ਹੋ ਗਿਆ, 2 ਮਿੰਟ ਹੋ ਗਏ ਨੇ। ਮੈਂ ਤੁਹਾਨੂੰ ਇਹ ਵੀ ਗੱਲ ਕਹਾਂਗਾ ਕਿ ਤੁਸੀਂ ਪਾਣੀ ਦੀ ਬੋਤਲ ਕੋਲ ਰੱਖੋ, ਠੰਡਾ ਪਾਣੀ ਪੀਓ। ਤੁਹਾਡਾ ਨਹੀਂ ਕੰਮ ਬੋਲਣਾ, ਤੁਹਾਡਾ ਨਹੀਂ ਕੰਮ ਬੋਲਣਾ, ਤੁਸੀਂ ਖਾਮੋਸ਼ ਹੋ ਜਾਓ ਬਸ। ਤੁਸੀਂ ਟਾਈਮ ਹੋ ਗਿਆ ਨਾ ਤੁਹਾਡਾ, ਮੈਂ ਤਾਂ ਬੋਲ ਰਿਹਾ। ਠੀਕ ਹੈ, ਖਾਮੋਸ਼ ਹੋ ਜਾਓ, ਟਾਈਮ ਹੋ ਗਿਆ, ਮੈਂ ਵੀ ਖਾਮੋਸ਼ ਹੋ ਗਿਆ, ਖਾਮੋਸ਼ ਹੋ ਜਾਓ। ਮੈਂ ਥੋੜੀ ਜਿਹੀ ਗੱਲ ਕਰਨਾ, ਫਿਰ ਮੇਰ ਸਾਹਿਬ ਕਰਦੇ ਨਹੀਂ 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 ਤੁਸੀਂ ਨਹੀਂ ਗੱਲ ਕਰਨੀ, ਤੁਸੀਂ ਕਿਉਂ ਗੱਲ ਕਰਨੀ? ਖਾਮੋਸ਼ ਦੇ ਬਾਰੇ ਕੋਈ ਗਲਤ ਨਾ 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 ਕਾਬਰੀਨ ਉਹ ਬੋਲ ਲੈਣ ਦੇ ਉਹਨਾਂ ਜਾ ਕੇ ਦੱਸੋ। ਸਾਡੇ ਭਾਈ ਜੀ ਮੇਰ ਸਾਹਿਬ ਵੀ ਸਾਡੇ ਮੁਅੱਜ਼ਜ਼ ਨੇ। ਉਹ ਭਾਈ ਠੀਕ ਹੈ ਤਾਹਰ ਸਾਹਿਬ, ਪਰ ਉਹ ਤੁਹਾਨੂੰ ਵੱਡੇ ਨੇ, ਤੁਹਾਨੂੰ ਬੁੱਧੀ ਉਹਨਾਂ ਗੱਲ ਕਰਨੀ ਆਉਂਦੀ ਹੈ। ਇਹ ਗੱਲ ਪਲੀਜ਼ ਤੁਸੀਂ ਨਹੀਂ ਉਹ ਤੁਸੀਂ ਖਾਮੋਸ਼ ਹੋ ਜਾਓ ਨਾ, ਮੈਂ ਪਹਿਲਾਂ ਤੁਸੀਂ ਕਾਹਨੂੰ ਵਿੱਚ ਹੁਣ ਦਖਲ ਇਸੇ ਗੱਲ ਮੈਂ ਨਾ ਆਪਣੀ ਬਰਾਤ ਤੇ ਬੁਲਾ ਸਾਹਿਬ ਮੈਂ ਗੱਲ ਕਰਨਾ ਸਾਹਿਬ ਹੁਣ 2 ਮਿੰਟ ਲੈਣ। ਲੋ ਜੀ, ਇਹ
ਮੈਂ ਇਹ ਗੱਲ ਨਹੀਂ ਸੀ ਪੁੱਛੀ ਕਿ ਆਮਰ ਨਜ਼ੀਰ ਸਾਹਿਬ ਦਾ ਕੀ, ਮੈਂ ਤੇ ਆਮਰ ਨਜ਼ੀਰ ਸਾਹਿਬ ਦਾ ਅਕੀਦੇ ਦੇ ਮੁਤਲਕ ਮੈਨੂੰ ਕੋਈ ਇਲਮ ਹੀ ਨਹੀਂ, ਤੇ ਮੈਂ ਕਿਵੇਂ ਕਹਿ ਸਕਦਾ ਕਿ ਆਮਰ ਨਜ਼ੀਰ ਸਾਹਿਬ ਦੇ ਅਕੀਦੇ ਦੇ ਖਿਲਾਫ ਹੋਣ ਲੱਗੀ ਦਾ। ਮੈਂ ਇਹ ਗੱਲ ਕੀਤੀ ਸੀ ਕਿ ਮੇਨ ਸਟ੍ਰੀਮ, ਲੇਕਿਨ ਤੁਸੀਂ ਇਹ ਤਸਲੀਮ ਕਰ ਲਿਆ ਹੈ ਕਿ ਸਾਡੀ ਕਿਤਾਬਾਂ 'ਚ ਜੋ ਲਿਖਿਆ ਹੈ ਉਹ ਕੁਫਰੀਆ ਅਕਾਇਦ ਨੇ, ਉਹ ਆਮਰ ਨਜ਼ੀਰ ਦੇ ਅਕੀਦੇ ਦੇ ਖਿਲਾਫ ਨੇ। ਇਸ ਵਾਸਤੇ ਆਮਰ ਨਜ਼ੀਰ ਦਾ ਫਤਵਾ ਚੱਲੇਗਾ, ਸਾਡੇ ਮੁਫਸਰੀਨ ਦਾ ਫਤਵਾ ਨਹੀਂ ਚੱਲੇਗਾ, ਇਮਾਮ ਸਿਯੂਤੀ ਦਾ ਨਹੀਂ ਚੱਲੇਗਾ, ਇਬਨ ਕਸੀਰ ਦਾ ਨਹੀਂ ਚੱਲੇਗਾ, ਮੁਫਤੀ मोहम्मद शफी साहब का नहीं चलेगा, शिया मुफसरीन का नहीं चलेगा, इसे फतवा चलेगा अहमद नज़ीर का। आज सुन लें सारे मुसलमान, बरेलवी, देवबंदी, शिया मुफसरीन दे मनन वाले ये गल सुन लें कि यह कह रहे हैं कि साडियां किताब है, क्योंकि तुसी कह रहे हो कि मेरा अकीदा हो ये जरा कुरान का है, यदा मतलब है आटोमैटिकली ये गल समझी जाएगी कि जरा तफसीरां च अकीदा लिखा है जिहदी तुसी दसन की जरूरत नहीं कर रहे 2 महीने तो, वो कुफरीया अकायद ने। अल्लाह दे फजलो करम नाल अज जमात अहमदिया दे नाल गुफ्तगू के नतीजे च आमर नज़ीर साहब नूं मनना पै गया कि साडी किताबां च कुफरीया अकायद लिखे ने, कुरान के खिलाफ अकायद लिखे ने, क्योंकि ये कह रहे हैं कि मेरा अकीदा होवे जेड़ा कुरान विच लिखिया है। इसदा मतलब है कि अगर इस अकीदे दे तो जायद कोई अकीदा लिखा है तो कुफरीया अकीदा है इन्हां दे नज़दीक। जी मेयर साहब अल्लाह शुक्रिया, खैर 2 मिनट हो गए ने ਤੁਹਾਡੇ। ਹਾਂਜੀ ਅਮਨ ਨਜ਼ੀਰ ਸਾਹਿਬ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਨਾ ਮੀਰ ਸਾਹਿਬ ਕਿ ਤੁਸੀਂ ਆਪਣੇ ਦਾਅਵੇ ਦਾ ਸਬੂਤ ਨਹੀਂ ਦੇਣਾ। ਦਾਅਵਾ ਤੁਸੀਂ ਇਹ ਕੀਤਾ ਹੈ ਕਿ ਡਾਕਟਰ ਅਹਿਮਦ ਦਿਦਾਦ ਦਾ ਅਕੀਦਾ ਸੀ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ, ਲੇਕਿਨ ਅੱਲਾਹ ਤਾਲਾ ਨੇ ਸਲੀਬ ਤੇ ਉਹਨਾਂ ਨੂੰ ਮੌਤ ਨਾ ਦਿੱਤੀ। ਮੈਂ ਤੁਹਾਨੂੰ ਆਖਿਆ ਸੀ ਇਸ ਗੱਲ ਦਾ ਸਬੂਤ ਦੇ ਦਿਓ ਤਾਂ ਮੈਂ ਤੁਹਾਨੂੰ ਇਹ 500 ਯੂਰੋ ਦਿਆਂਗਾ। ਉਹਦੇ ਤੋਂ ਦੌੜ ਕੇ ਤੁਸੀਂ ਅਕੀਦੇ ਵੱਲ ਜਾਂਦੇ ਹੋ, ਅਕੀਦਾ ਬਿਆਨ ਕਰੋ, ਅਕੀਦਾ ਬਿਆਨ ਕੀਤਾ, ਕਹਿੰਦੇ ਨੇ ਅਕੀਦਾ ਸਹੀ ਨਹੀਂ ਹੈ। ਬਈ ਸਹੀ ਨਹੀਂ ਹੈ ਤੇ ਤੁਸੀਂ ਸਹੀ ਬਿਆਨ ਕਰ ਦਿਓ, ਜਾਂ ਇਹਨੂੰ ਜੋ ਮਰਜ਼ੀ ਕਹਿਣਾ ਕਹਿ ਲਓ। ਜਿਹੜਾ ਅਸਲ ਮੁੱਦਾ ਹੈ ਉਹਦਾ ਜਵਾਬ ਕਿੰਨੇ ਦੇਣਾ ਹੈ? ਉਹ 500 ਯੂਰੋ ਜਿਹੜਾ ਮੇਰਾ ਫਰੈਂਕਫਰਟ ਜਮ੍ਹਾਂ ਕਰਵਾਇਆ ਜੇ ਉਹਦਾ ਜਵਾਬ ਕਿੰਨੇ ਦੇਣਾ ਹੈ? ਮੀਰ ਸਾਹਿਬ ਤੁਸੀਂ ਝੂਠ ਬੋਲਿਆ, ਡਾਕਟਰ ਅਹਿਮਦ ਦਿਦਾਦ ਉੱਤੇ ਝੂਠਾ ਇਲਜ਼ਾਮ ਲਗਾਇਆ। ਮਾਫੀ ਮੰਗੋ ਇਸ ਤੋਂ ਪਹਿਲੇ ਕਿ ਮੁਸਲਮਾਨ ਇਕੱਠੇ ਹੋ ਕੇ ਤੁਹਾਡੇ ਦਰਵਾਜ਼ੇ ਅੱਗੇ ਆ ਜਾਣ ਔਰ ਆ ਕੇ ਇਤਜਾਜ ਕਰਨ ਕਿ ਤੁਸੀਂ ਮਨਾਜ਼ਰ ਇਸਲਾਮ ਦੇ ਉੱਤੇ ਝੂਠਾ ਇਲਜ਼ਾਮ ਲਗਾਇਆ। ਜੇ ਤੁਹਾਡੇ ਕੋਲ ਸਬੂਤ ਹੈ ਤਾਂ ਸਬੂਤ ਪੇਸ਼ ਕਰੋ, ਵਰਨਾ ਬੰਦੇ ਤੁਹਾਡੇ ਦਰਵਾਜ਼ੇ ਤੇ ਆ ਕੇ ਤੁਹਾਡੇ ਕੋਲ ਮਾਫੀ ਮੰਗਾਣਗੇ। ਹੋ ਸਕਦਾ ਤੁਹਾਡੇ ਸੈਂਟਰ ਤੇ ਪਹਿਲੇ ਬੰਦੇ ਚਲੇ ਜਾਣ ਲੰਡਨ ਇਕੱਠੇ ਹੋ ਕੇ, ਤੁਸੀਂ ਨਹੀਂ ਜਾਣਦੇ ਤੁਸੀਂ ਕਿੱਡੀ ਵੱਡੀ ਬਲੰਡਰ ਕਰ ਦਿੱਤੀ ਹੈ। ਤੁਹਾਡੀ ਸਾਰੀ ਜ਼ਿੰਦਗੀ ਦਾ ਜਿਹੜਾ ਤਜਰਬਾ ਸੀ ਉਹ ਖੂਹ ਖਾਤੇ ਲਗਾ ਗਿਆ ਇੱਕ ਝੂਠ ਬੋਲਣ ਨਾਲ। ਇਹ ਗਲਤ ਬਿਆਨੀ ਜਿਹੜੀ ਤੁਸੀਂ ਕੀਤੀ ਹੈ ਡਾਕਟਰ ਅਹਿਮਦ ਦਿਦਾਦ ਦੇ ਜ਼ਿੰਮੇ ਲਾਈਏ, ਜਾਂ ਇਹਦਾ ਸਬੂਤ ਦੇ ਦਿਓ ਜਾਂ ਇਹਦਾ ਮਾਜ਼ਰਤ ਕਰ ਦਿਓ ਇਹਦੀ ਤਰਫੋਂ ਕਿ ਮੈਂ ਆਪਣੇ ਅਲਫਾਜ਼ ਵਾਪਸ ਲੈਣਾ। ਅਕੀਦੇ ਦੀ ਗੱਲ ਹੋ ਗਈ, ਜੋ ਤੁਸੀਂ ਕਹਿਣਾ ਕਹਿ ਦਿਓ, ਲੋਕ ਸੁਣ ਕੇ ਫੈਸਲਾ ਕਰ ਲੈਂਦੇ। ਮੈਂ ਕੀ ਆਖਿਆ ਤੇ ਤੁਸੀਂ ਕੀ ਆਖਿਆ, ਕਿਦਮ ਛੱਡ ਦਿਓ। ਹੁਣ ਆਓ ਅਸਲ ਮੁੱਦੇ ਦੀ ਤਰਫ ਤੇ ਦੱਸੋ ਡਾਕਟਰ ਅਹਿਮਦ ਦਿਦਾਦ ਦੇ ਅਕੀਦੇ ਦਾ ਤੁਹਾਡੇ ਕੋਲ ਕਿਹੜਾ ਸਬੂਤ ਹੈ ਜਿਹੜਾ ਤੁਸੀਂ ਉਸ ਦਿਨ ਬਲਾਲ ਸਾਹਿਬ ਨਾਲ ਗੱਲ ਕਰਦੇ ਆਖਿਆ ਸੀ ਕਿ ਮੈਂ ਸਬੂਤ ਦੇਵਾਂਗਾ, ਤੂੰ ਪੈਸੇ ਜਮ੍ਹਾਂ ਕਰਵਾ। ਜੀ ਅਮਰ ਸਾਹਿਬ ਟਾਈਮ ਹੋ ਗਿਆ ਤੁਹਾਡਾ, 2 ਮਿੰਟ ਹੋ ਗਏ ਨੇ ਜੀ। ਮੈਂ 2 ਮਿੰਟ ਨਹੀਂ ਲਾਂਗਾ, ਮੈਂ 1 ਸੈਕਿੰਡ ਲਵਾਂਗਾ ਕਿ ਆਮਰ ਨਜ਼ੀਰ ਸਾਹਿਬ, ਮੈਂ ਤੁਹਾਡਾ ਅਕੀਦਾ ਨਹੀਂ ਸੀ ਪੁੱਛਿਆ, ਤੁਸੀਂ ਬਾਰ-ਬਾਰ ਐਵੇਂ ਹੀ ਵਕਤ ਜ਼ਾਇਆ ਕਰ ਰਹੇ ਹੋ ਜੀ। ਮੈਂ ਅਕੀਦਾ ਦੱਸਦਾ, ਮੈਂ ਅਕੀਦਾ ਦੱਸਦਾ, ਇਹ ਤੁਸੀਂ ਝੂਠ ਬੋਲ ਰਹੇ ਹੋ। ਤੁਸੀਂ ਅਕੀਦਾ ਕੋਈ ਨਹੀਂ ਦੱਸਿਆ ਮੇਨ ਸਟ੍ਰੀਮ ਮੁਸਲਮਾਨਾਂ ਦਾ। ਐਡਾ ਵੱਡਾ ਝੂਠਾ ਬੰਦਾ ਮੈਂ ਅੱਜ ਤੱਕ ਦੁਨੀਆ 'ਚ ਨਹੀਂ ਵੇਖਿਆ ਕਿ ਜਿਹੜਾ ਮੂੰਹ ਤੇ ਬਹਿ ਕੇ ਝੂਠ ਬੋਲੇ। ਸਾਰੀ ਦੁਨੀਆ ਸੁਣ ਰਹੀ ਹੈ ਕਿ ਤੁਸੀਂ ਅਕੀਦਾ ਉਹਨਾਂ ਦੀ ਕਿਤਾਬਾਂ 'ਚੋਂ ਨਹੀਂ ਦੱਸਿਆ। ਜੀ ਮੈਂ ਅਕੀਦਾ ਦੱਸ ਦਿੱਤਾ, ਮੈਂ ਅਕੀਦਾ ਦੱਸਦਾ। ਅਕੀਦਾ ਦੱਸੋਗੇ ਤਾਂ ਤੁਹਾਡੀ ਜਾਨ ਛੁੱਟਣੀ ਹੈ। ਮੇਰਾ ਖਤਮ ਹੋ ਗਿਆ ਜੀ ਬਿਆਨ। ਮੇਰਾ ਤਾਂ ਖਿਆਲ ਹੈ ਹਰ ਸ਼ਾਹੀ ਖਤਮ ਹੋ ਗਈ ਹੈ ਮੀਰ ਲਤੀਫ ਸਾਹਿਬ, ਹਰ ਸ਼ਾਹੀ ਤੁਹਾਡੇ ਕੋਲ ਮੁੱਕ ਗਈ ਹੈ, ਸਾਰੇ ਦਾਣੇ ਮੁੱਕ ਗਏ ਨੇ, ਕਿਉਂਕਿ ਤੁਹਾਡੇ ਕੋਲ ਇਸ ਗੱਲ ਦਾ ਸਬੂਤ ਹੈ ਨਹੀਂ। ਜਿਹੜਾ ਇਲਜ਼ਾਮ ਤੁਸੀਂ ਡਾਕਟਰ ਅਹਿਮਦ ਦਿਦਾਦ ਦੇ ਜ਼ਿੰਮੇ ਲਗਾਇਆ ਨਾ, ਇਹਦਾ ਸਬੂਤ ਤੁਹਾਡੇ ਕੋਲ ਮੀਰ ਸਾਹਿਬ ਹੈ ਨਹੀਂ। ਮੈਂ ਅਰਜ਼ ਪਿਆ ਕਰਨਾ, ਮਾਫੀ ਮੰਗ ਲਓ, ਮੈਂ ਤੁਹਾਡੀ ਇੱਜ਼ਤ ਕਰਨਾ ਕਸਮ ਸਾਹਿਬ ਦੀ ਵਜ੍ਹਾ ਤੋਂ। ਅਮਰ ਨਜ਼ੀਰ ਸਾਹਿਬ ਬਹੁਤ ਅੱਛੀ ਮੀਰ ਸਾਹਿਬ ਨੇ ਗੱਲ ਕੀਤੀ ਹੈ, ਤੁਸੀਂ ਆਪਣਾ ਅਕੀਦਾ ਦੱਸੋ। ਤੁਸੀਂ ਖਾਮੋਸ਼ ਰਹੋ, ਤੁਸੀਂ ਖਾਮੋਸ਼, ਤੁਸੀਂ ਨਹੀਂ ਬੋਲਣਾ ਵਿੱਚ। ਜੇ ਬੋਲਣਾ ਤਾਂ ਮੈਨੂੰ ਥੱਲੇ ਲਾ ਕੇ ਤੇ ਜਿਹੜਾ ਰੌਲਾ ਪਾਣੇ ਪਾ ਲਓ। ਨਹੀਂ ਬੋਲਣਾ ਤੁਹਾਡਾ ਕੰਮ ਨਹੀਂ ਵਿੱਚ ਬੋਲਣਾ, 1 to 1 ਗੱਲ ਪਈ ਹੁੰਦੀ। ਮੀਰ ਸਾਹਿਬ ਗੱਲ ਇਹ ਹੈ ਦੀ ਰਾਹ ਹੁਣ ਖਾਮੋਸ਼ ਹੋ ਜਾਣਾ। ਮੇਰੇ ਟਾਈਮ ਚ ਕਿਉਂ ਉਹ ਯਾਰ ਜਿਹੜੇ ਤੂੰ ਜਲੂਸ ਕਰਦਾ ਨਾ ਕੱਢ ਕੇ ਕੱਢ ਲਿਆ, ਜਿਹੜਾ ਬਾਰ-ਬਾਰ ਧਮਕੀਆਂ ਦੇ ਰਿਹਾ ਜਲੂਸ ਲਿਆ, ਜਿਹੜੇ ਬੰਦੇ ਲਿਆਉਣੇ ਨਹੀਂ। ਹਾਂ ਛਿੱਤੇ ਨਾ ਪਵੋ, ਛਿੱਤੇ ਨਾ ਪਵੋ। ਮੈਂ ਵੇਖ ਲਾਂਗਾ ਕਿਹੜੇ ਬੰਦੇ ਨੇ ਲਿਆ, ਜਿੱਥੇ ਕਰਨਾ ਹੀ ਖਾਣਾ ਬੰਦੇ ਅਮਨ ਨਜ਼ੀਰ ਇੱਥੇ ਕਿਹੜਾ ਮਰਾਸੀਆਂ ਦੀ ਗੱਲਾਂ ਨਾ ਕਰ, ਮੇਰੇ ਨਾਲ ਇਲਮੀ ਗੱਲ ਹੈ ਇਹਦੇ ਕੋ ਕਰ। ਛਿੱਤੇ ਨਾ ਪਵੋ, ਤੁਸੀਂ ਨਹੀਂ ਮੇਰੇ ਨਾਲ ਮਰਾਸੀਆਂ ਦੀ ਗੱਲਾਂ ਨਹੀਂ ਕਰਨੀਆਂ।
ਮੈਂ ਕਹਿੰਦਾ ਇੱਥੇ ਤੁਸੀਂ ਕੋਈ ਬਹੁਤਾਨ ਚੂੜੀਆਂ ਪਾ ਕੇ ਬੈਠੇ ਨੇ ਬੰਦੇ। ਅੱਛਾ ਠੀਕ ਹੈ ਤੁਹਾਡੇ ਕੋਲ ਮੈਂ ਕਹਿੰਦਾ ਤੁਹਾਡੇ ਕੋਲ ਜੋ ਕਰਨਾ ਕਰ ਲਿਆ ਜੇ ਮੈਨੂੰ ਇਹ ਦੱਸੋ ਤੁਸੀਂ ਅੱਛਾ ਮੈਂ ਨਾ ਤੁਸੀਂ ਡਾਕਟਰ ਅਹਿਮਦ ਦਿਦਾਤ ਤੇ ਬਹੁਤਾਨ ਕਿਉਂ ਲਾਇਆ ਨਹੀਂ ਪਾਕਿਸਤਾਨ ਵੀ ਤੁਹਾਡੇ ਘਰ ਦਾ ਪਤਾ ਰਾਹ ਵਾਲੀ ਦਾ ਹਾਂਜੀ ਤੇ ਜੇ ਲੈ ਜਾਓ ਉਸੇ ਦਾ ਬੰਬ ਚਲਾਈ ਜੋ ਕਰਨਾ ਤੇ ਸਾਨੂੰ ਹੀ ਪਤਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਸਿੱਧਾ ਮਾਫੀ ਮੰਗੋ ਇੱਥੇ ਮਾਫੀ ਮੰਗੋ ਤੁਸੀਂ ਮਾਫੀ ਕਾਹਦੀ ਮੰਗੀ ਤੂੰ ਕਿੱਦਾਂ ਦੱਸ ਮੁਸਲਮਾਨਾਂ ਤਾਂ ਨੂੰ ਕਿਉਂ ਬਹੁਤਾਨ ਲਾਇਆ ਡਾਕਟਰ ਅਹਿਮਦ ਦਿਦਾਤ ਦੇ ਉੱਤੇ ਬੋਤਾਨ ਨਹੀਂ ਲਾਇਆ ਬੋਤਾਨ ਤੂੰ ਲਾ ਰਿਹਾ ਸਬੂਤ ਦਿਓ ਅਗਰ ਬਹੁਤਾਨ ਨਹੀਂ ਹੈ ਤੇ ਸਬੂਤ ਕਰੋ ਸਬੂਤ ਤੁਸੀਂ ਸਬੂਤ ਦਿਓ ਆਪਣਾ ਤੁਹਾਡਾ ਕੀਦਾ ਕੀ ਹੈ ਆਪਣੀ ਤਫਸੀਰਾਂ ਦੇ ਵਿੱਚ ਉਹ ਤੁਸੀਂ ਡਾਕਟਰ ਅਹਿਮਦ ਦਿਦਾਤ ਦੇ ਕਿਤੇ ਦਾ ਸਬੂਤ ਦੇਣਾ ਹੈ ਝੂਠ ਤੇ ਝੂਠ ਬੋਲੀ ਜਾਂਦਾ ਝੂਠ ਤੇ ਝੂਠ ਬੋਲੀ ਜਾਂਦਾ ਮੀਰ ਮੈਂ ਸਾਹਿਬ, ਕੀਦਾ ਦੱਸ ਦਿੱਤਾ ਇੱਕ ਲਫ਼ਜ਼ ਵੀ ਨਹੀਂ ਦੱਸਿਆ ਕਿਹੜੀ ਤਫਸੀਰ ਦਾ ਹਵਾਲਾ ਦਿੱਤਾ ਅੱਛਾ ਹੈ ਹੁਣ ਮੇਰੇ ਟਾਈਮ ਤੇ ਨਾ ਨਹੀਂ ਕਿਹੜੀ ਤਫਸੀਰ ਦਾ ਹਵਾਲਾ ਦਿੱਤਾ ਜਿਹੜਾ ਦੱਸਦਾ ਕੀਦਾ ਖਮੋਸ਼ ਆਮਰ ਨਜ਼ੀਰ ਦੀ ਹਸੀਅਤ ਕੀ ਹੈ ਰੌਲਾ ਨਾ ਪਾਓ ਮੈਂ ਕਹਿੰਦਾ ਆਮਰ ਨਜ਼ੀਰ ਦੀ ਹਸੀਅਤ ਕੀ ਆਮਰ ਮੈਂ ਕੀਦਾ ਦੱਸਦਾ ਉਹ ਕਿਹਨੇ ਪੁੱਛਿਆ ਸੀ ਤੁਹਾਡਾ ਮੇਰੀ ਕੀਦਾ ਬਾਰੇ ਕਿਉਂ ਬੋਲਣ ਲੱਗ ਪਏ ਹੋ ਮੀਰ ਸਾਹਿਬ ਤੁਸੀਂ ਇਸ ਵਾਸਤੇ ਬੋਲਣ ਡਿਆ ਪਿਆ ਕਿ ਤੁਸੀਂ ਵਕਤ ਜ਼ਾਇਆ ਕਰ ਰਹੇ ਹੋ ਮੈਂ ਵਕਤ ਜ਼ਾਇਆ ਕਰ ਰਿਹਾ ਤੇ ਭਾਵੇਂ ਮੈਂ ਵਕਤ ਨਹੀਂ ਇਹ ਧਮਕੀਆਂ ਦੇਣਾ ਜਿਹੜਾ ਹੈ ਇਹ ਕਿਹੜੇ ਇਲਮ ਦੀ ਕਿਹੜਾ ਇਲਮ ਹੈ ਉਹ ਜੀ ਮੈਂ ਜਲੂਸ ਲੈ ਆਵਾਂਗਾ ਮੀਰ ਸਾਹਿਬ ਮੇਰੀ ਗੱਲ ਸੁਣੋ ਜਲੂਸ ਲਿਆਉਣ ਹੀ ਲਿਆ ਆਇਆ ਠੀਕ ਹੈ ਨਹੀਂ ਤੂੰ ਮੈਂ ਜਲੂਸ ਲਿਆ ਪਹਿਲਾਂ ਮੈਂ ਅੱਛਾ, ਤੇਰੀ ਠੀਕ। ਕੋਈ ਗੱਲ ਨਹੀਂ ਸੁਣੀ ਪਹਿਲਾਂ ਤੂੰ ਜਲੂਸ ਲਿਆ ਜਿਹੜਾ ਲਿਆਉਣਾ ਹੈ ਮੀਰ ਸਾਹਿਬ ਹੁਣ ਰੌਲਾ ਨਾ ਉਹ ਨਹੀਂ, ਪਾਓ ਪਹਿਲਾਂ ਤੁਹਾਡੀ ਜਲੂਸ ਆਵਾਜ਼ ਲਿਆ ਤੂੰ ਜਿਹੜੇ ਧਮਕੀਆਂ ਮੈਨੂੰ ਦੇ ਰਿਹਾ ਨਾ ਅੱਛਾ ਵਾਲੀ ਬੰਬ ਸੁੱਟ ਅੱਛਾ ਤੁਸੀਂ ਮਾਫੀ ਮੰਗ ਲਓ ਤੁਸੀਂ ਮਾਫੀ ਮੰਗ ਲਓ ਨਾ ਮਾਫੀ ਮੰਗ ਲਓ ਤੂੰ ਕੌਣ ਹੈ ਮਾਫੀ ਮੰਗ ਲਓ ਤੁਸੀਂ ਕਿਉਂ ਝੂਠਾ ਇਲਜ਼ਾਮ ਲਗਾਇਆ ਡਾਕਟਰ ਅਹਿਮਦ ਤੂੰ ਦਿਦਾਤ ਝੂਠ ਤੂੰ ਮੇਰੇ ਸਾਹਮਣੇ ਕਹਿ ਕੇ ਬੋਲ ਰਿਹਾ ਲਿਆ ਆਵਾਂ ਜਿਹੜਾ ਧਮਕੀਆਂ ਦੇਣਾ ਪਿਆ ਮੀਰ ਸਾਹਿਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਰਾਸੀਆਂ ਅਗਰ ਮੈਨੂੰ ਜੋ ਮੇਰੀ ਗੱਲ ਗੱਲ ਹੀ ਹੋਵੇਗੀ ਇਹਦਾ ਤੂੰ ਧਮਕਾਣਾ ਜਿਵੇਂ ਮੈਂ ਮਰਾਸੀ ਆ ਇੱਥੇ ਬੈਠਾ ਮੀਰ ਸਾਹਿਬ ਤੁਸੀਂ ਮਾਫੀ ਮੰਗ ਲਓ ਤੇ ਗੱਲ ਮੁੱਕ ਜਾਂਦੀ ਸਮਝਿਆ ਉਹ ਮਾਫੀ ਮੈਂ ਤੇਰੀ ਗੱਲਾਂ ਨੂੰ ਡਰ ਜਾਂਦਾ ਤੁਸੀਂ ਮਰਾਸੀਆਂ ਤੋਂ ਵੀ ਗਏ ਗੁਜ਼ਰੇ ਹੋ ਕਿਉਂਕਿ ਜਿਹੜਾ ਬੰਦਾ ਝੂਠਾ ਨਾ ਜਿਹੜੇ ਝੂਠੇ ਨੇ ਮੀਰ ਸਾਹਿਬ ਜਿਹੜੇ ਝੂਠੇ ਹੁੰਦੇ ਨੇ ਉਹਨਾਂ ਤੇ ਅੱਲਾ ਦੀ ਲਾਨਤ ਹੁੰਦੀ ਪਹਿਲਾਂ ਜਲੂਸ ਲਿਆ ਤੂੰ ਅੱਛਾ ਇੰਜ ਨਾ ਕਰੋ ਗੱਲ ਮੇਰਾ ਟਾਈਮ ਹੈ ਤੇ ਮੈਨੂੰ ਦਬ ਕੇ ਬੋਲਣਾ ਵੀ ਆਉਂਦਾ ਹੈ ਮੀਰ ਸਾਹਿਬ ਮੈਨੂੰ ਦਬ ਕੇ ਬੋਲਣਾ ਵੀ ਆਉਂਦਾ ਖਮੋਸ਼ ਹੋ ਜਾਓ ਮੈਨੂੰ ਦਬ ਕੇ ਬੋਲਣਾ ਵੀ ਆਉਂਦਾ ਮੇਰੇ ਟਾਈਮ 'ਚ ਖਮੋਸ਼ ਹੋਣਾ ਤੁਹਾਡੀ ਆਵਾਜ਼ ਮੈਂ ਨਿਕਲਣ ਨਹੀਂ ਦੇਣੀ ਮੈਂ ਹੁਣ ਨਹੀਂ ਤੁਸੀਂ ਬੋਲ ਨਹੀਂ ਸਕਣਾ ਮੇਰੇ ਤੋਂ ਉੱਚਾ ਤੁਸੀਂ ਬੋਲ ਨਹੀਂ ਸਕਦੇ ਮੀਰ ਸਾਹਿਬ ਮੈਂ ਤੁਹਾਨੂੰ ਕਹਿੰਦਾ ਖਮੋਸ਼ ਹੋ ਜਾਓ ਤੁਸੀਂ ਝੂਠਾ ਇਲਜ਼ਾਮ ਕਿਉਂ ਲਾਇਆ ਡਾਕਟਰ ਅਹਿਮਦ ਦਿਦਾਤ ਤੇ ਮਾਫੀ ਮੰਗੋ ਇੱਥੇ ਨਾ ਇਲਮੀ ਯਤੀਮ ਬੰਦਾ ਤੂੰ ਨਾ ਤੈਨੂੰ ਇਲਮ ਹੈ ਨਾ ਮੌਤ ਹੈ ਨਾ ਮੌਤ ਹੈ ਉਹ ਗੱਲ ਕਰਦੀ ਨਾ ਫਿਰ ਜਿਹਦੀ ਵਜ੍ਹਾ ਤੋਂ ਫਿਰ ਲਾਜਵਾਬ ਹੋ ਜਾਂਦੇ ਆ ਜਲੂਸ ਹੁਣ ਪਹਿਲਾਂ ਜਲੂਸ ਹੀ ਲਿਆਏਗਾ ਤੂੰ ਤੁਸੀਂ ਸਮਝਦੇ ਹੋ ਪਾਕਿਸਤਾਨ ਨੇ ਜੋ ਮਰਜ਼ੀ ਧਮਕੀਆਂ ਦਿਓ ਜੱਜਾਂ ਨੂੰ ਧਮਕੀਆਂ ਦਿਓ ਮਨਾ ਲਓ ਧੌਣ ਤੇ ਗੋਡਾ ਰੱਖ ਕੇ ਇਹ ਇਲਮੀ ਗੱਲ ਹੈ ਜੀ ਉਹ ਜੇ ਤੁਹਾਡੇ ਘਰ ਬੰਦੇ ਇਕੱਠੇ ਹੋ ਜਾਣਗੇ ਇਹ ਕਿਹੜੇ ਕੁਰਾਨ ਦੀ ਆਇਤ ਹੈ ਜਿਹੜੀ ਤੂੰ ਪੜ੍ਹ ਰਿਹਾ ਮੇਰੇ ਸਾਹਮਣੇ ਜਿਹੜੇ ਇਲਮੀ ਯਤੀਮ ਹੁੰਦੇ ਨੇ ਉਹ ਇਹੋ ਜਿਹੀ ਗੱਲਾਂ ਕਰਦੇ ਨੇ ਹਾਂਜੀ ਅਨਮਿਊਟ ਕਰੋ ਜੀ ਅਮਨ ਨਜ਼ੀਰ ਸਾਹਿਬ ਕਿਉਂ ਮਿਊਟ ਕਰਤਾ ਮੈਨੂੰ ਇਹਨਾਂ ਖੁਦ ਨਹੀਂ ਸੋਚਦੇ ਇਹ ਕਹਿ ਕੀ ਰਹੇ ਮਿਹਰਬਾਨੀ ਹਾਈਪਰ ਨਹੀਂ ਹੋਣਾ ਗੱਲ ਨਹੀਂ ਤੁਸੀਂ ਖਮੋਸ਼ ਰਹਿਣਾ ਉਹਨਾਂ ਨੂੰ ਖਮੋਸ਼ ਤੁਸੀਂ ਕਰਾਇਆ ਵੀ ਮੇਰਾ ਟਾਈਮ ਹੈ ਨਾ ਬੋਲੋ ਵਿੱਚ ਆਓ ਹੁਣ ਖਮੋਸ਼ ਨੇ ਨਾ ਤੇ ਤੂੰ ਗੱਲ ਖਮੋਸ਼ ਚੰਗੇ ਨੇ ਉਹ ਤਾਂ ਮੈਨੂੰ ਬੋਲਣ ਨਹੀਂ ਪੈਂਦਾ ਰੋਲਾ ਵੀ ਪਾਉਂਦੇ ਨੇ ਮੈਂ ਤਾਂ ਆਵਾਜ਼ ਉੱਚੀ ਕੀਤੀ ਤਮੀਜ਼ ਹੋਣੀ ਚਾਹੀਦੀ ਅਗਰ ਉਹ ਖਮੋਸ਼ ਰਵਣ ਨਹੀਂ ਮੇਰੇ ਨਾਲ ਕਰੋ ਕੋਈ ਬਦਮਾਸ਼ੀ ਨਹੀਂ ਪਿਆ ਕਰਦਾ ਤੁਹਾਨੂੰ ਪਿਆ ਕਹਿੰਦੇ ਆ ਤੁਸੀਂ ਮਾਫੀ ਮੰਗਣੀ ਹੈ ਮੀਰ ਸਾਹਿਬ ਤੁਸੀਂ ਝੂਠ ਬੋਲਿਆ ਤੁਸੀਂ ਮਾਫੀ ਮੰਗਣੀ ਹੋਰ ਕੀ ਹੈ ਧਮਕੀਆਂ ਦੇਣਾ ਤੁਸੀਂ ਝੂਠ ਨਹੀਂ ਬੋਲਿਆ ਤੁਸੀਂ ਝੂਠਾ ਇਲਜ਼ਾਮ ਕਿਉਂ ਲਾਇਆ ਤੁਸੀਂ ਝੂਠਾ ਇਲਜ਼ਾਮ ਕਿਉਂ ਲਾਇਆ ਡਾਕਟਰ ਅਹਿਮਦ ਦਿਦਾਤ ਤੁਸੀਂ ਡਾਕਟਰ ਅਹਿਮਦ ਦਿਦਾਤ ਉੱਤੇ ਇਲਜ਼ਾਮ ਕਿਉਂ ਲਾਇਆ ਗੱਲ ਤੂੰ ਕਿਉਂ ਕੀਤੀ ਹੈ ਮੈਂ ਜੋ ਵੀ ਕੀਤੀ ਹੈ ਤੁਸੀਂ 2 ਮਹੀਨੇ ਤੋਂ ਉੱਤੇ ਹੋ ਗਏ ਤੁਸੀਂ ਝੂਠ ਬੋਲ ਕੇ ਡਾਕਟਰ ਅਹਿਮਦ ਦਿਦਾਤ ਦੇ ਜ਼ੁਮੇ ਇਲਜ਼ਾਮ ਲਗਾ ਕੇ ਤੇ ਤੁਸੀਂ ਕੀ ਕੱਟੀ ਹੈ ਮੂੰਹ ਕਾਲਾ ਕਰਾ ਤੁਹਾਡੀ ਮੀਰ ਸਾਹਿਬ ਤੁਹਾਡੀਆਂ ਫੋਟੋਆਂ ਟੰਗੀਆਂ ਨੇ ਬਿਹਤਰ ਹੈ ਫੋਟੋਆਂ ਜਿੱਥੇ ਮਰਜ਼ੀ ਟੰਗ ਲੈ
ਬਿਹਤਰ ਇਹ ਹੈ ਕਿ ਤੁਸੀਂ ਮਾਫੀ ਮੰਗ ਲਓ। ਮੇਰੀ ਫੋਟੋ ਤੁਸੀਂ ਝੂਠ ਬੋਲ ਕੇ ਉਹ ਖਮੋਸ਼ ਤਾਹਰ ਸਾਹਿਬ ਖਮੋਸ਼ ਤਾਹਰ ਸਾਹਿਬ ਤੁਸੀਂ ਖਮੋਸ਼ ਰਹਿਣਾ ਹੈ। ਮੈਂ ਮੀਰ ਸਾਹਿਬ ਦੀ ਗੱਲ ਮੀਰ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਮੇਰੀ ਗੱਲ ਸੁਣੋ ਨਾ ਕਰੇ ਰਿਸ਼ਤਾ ਦੇਵੇ ਜਿਹਦਾ ਦਿਲ ਕਰੇ ਨਾ ਦੇਵੇ ਹੈ ਕੀ ਕਿਹਾ ਜੇ ਮੈਂ ਕਿਹਾ ਫੋਟੋ ਲਾ ਕੇ ਥੱਲੇ ਲਿਖ ਦਿਓ ਜੀ ਇਹ ਮੁੰਡੇ ਦੀ ਸ਼ਕਲ ਵੇਖ ਲਓ ਜਿਹਨੇ ਕੁੜੀ ਦੇਣੀ ਹੈ ਦੇਵੇ ਜਿਹਨੇ ਨਹੀਂ ਦੇਣੀ ਨਾ ਦੇਵੇ। ਬਿਲਕੁਲ ਅੱਛਾ ਹੁਣ ਗਾਲਾਂ ਤੇ ਆ ਗਏ ਹੋ ਫੋਟੋ ਲਾ ਹੁਣ ਗਾਲਾਂ ਤੇ ਆ ਗਏ ਹੋ ਹੁਣ ਗਾਲਾਂ ਕੱਢਣ ਤੇ ਆ ਗਏ ਹੋ। ਵਾਲੀ ਗੱਲਾਂ ਜਿਹੜੀ ਨਾ ਕਿਸੇ ਹੋਰ ਨਾਲ ਜਾ ਕੇ ਕਰ ਇਹ ਗਾਲਾਂ ਕਿਉਂ ਕੱਢੋ ਖਮੋਸ਼ ਹੋ ਜਾ ਤਾਹਰ ਸਾਹਿਬ ਨਹੀਂ ਤਾਂ ਤੁਸੀਂ ਹੋਰ ਮੈਂ ਇਹ ਗਾਲਾਂ ਨੇ ਗਾਲਾਂ ਤੇ ਕੱਢਦੇ ਹੋ ਨਾ ਲੋਕਾਂ ਦੀਆਂ ਕੁੜੀਆਂ ਨੂੰ ਪੇ ਪੁੰਨਦੇ ਹੋ ਵਿੱਚ ਮਕਸਦ ਮੈਨੂੰ ਦੱਸੋ ਫੋਟੋ ਕਿਉਂਕਿ ਤੁਸੀਂ ਮੈਂ ਦੱਸਣਾ ਕਿਉਂ ਫੋਟੋ ਲਾਈ ਫੋਟੋ ਇਸ ਗੱਲੇ ਲਾਈ ਹੈ ਫੋਟੋ ਇਸ ਗੱਲੇ ਤੁਹਾਡੀ ਟੰਗੀ ਹੈ ਕਿ ਤੁਸੀਂ ਝੂਠ ਬੋਲਿਆ ਰਿਸ਼ਤਾ ਦਰਕਾਰ ਤੁਹਾਡੇ ਕੋਲ ਸਬੂਤ ਹੈ ਨਹੀਂ ਤੁਸੀਂ ਝੂਠ ਬੋਲਿਆ ਉਦੋਂ ਲਾਈ ਜਾਂਦੀ ਹੈ ਜਦੋਂ ਰਿਸ਼ਤਾ ਦਰਕਾਰ ਹੋਵੇ। ਮੀਰ ਸਾਹਿਬ ਮੈਂ ਫਿਰ ਤੁਹਾਨੂੰ ਪੁੱਠਾ ਜਵਾਬ ਦਿਆਂਗਾ ਤੇ ਤੁਹਾਡੇ ਕੋਲ ਹਜ਼ਮ ਨਹੀਂ ਹੋਏਗਾ। ਤੁਸੀਂ ਰਿਸ਼ਤਿਆਂ ਦੀ ਗੱਲ ਨਾ ਕਰੋ ਤੁਸੀਂ ਆਪਣੀ ਇੱਜ਼ਤ ਕਰਵਾਓ। ਤੁਸੀਂ ਬਜ਼ੁਰਗ ਆਦਮੀ ਹੋ ਤੁਸੀਂ ਝੂਠ ਬੋਲਿਆ ਤੇ ਤੁਸੀਂ ਉਸ ਝੂਠ ਦੀ ਮਾਫੀ ਮੰਗਣੀ। ਬਜ਼ੁਰਗ ਆਦਮੀ ਹੋ ਤੇ ਮੈਂ ਤੁਹਾਨੂੰ ਧਮਕੀਆਂ ਵੀ ਦਿਆਂਗਾ। ਤੁਸੀਂ ਮਾਫੀ ਮੰਗਣੀ ਬਸ ਨਹੀਂ ਅਮਨ ਨਜ਼ੀਰ ਇੱਥੇ ਮਾਜ਼ਰਤ ਕਰ ਲਓ ਮੇਰੇ ਸਾਹਮਣੇ ਨਵੀਂ ਵੀਡੀਓ ਬਣਾਉਣ ਦੀ ਲੋੜ ਨਹੀਂ। ਕੰਮ ਸਾਰਾ ਮੇਰੀ ਗੱਲ ਸੁਣ ਮੈਂ ਖਮੋਸ਼ ਹੋ ਜਾਤਾ ਇੱਥੇ ਤੁਸੀਂ ਮੇਰੀ ਗੱਲ ਸੁਣੋ ਪਿੰਡ ਛੱਡ ਕੇ ਮੀਰ ਸਾਹਿਬ ਫਤਿਹਪੁਰ ਮੇਰਾ ਪਿੰਡ ਮਲਕਪੁਰ ਮੇਰਾ ਪਿੰਡ ਜੱਗ ਪਤਾ ਕਰ ਲਓ ਮੈਂ ਕੋ ਦੌੜ ਕੇ ਆਇਆ ਮੈਂ ਕੋ ਨਸ ਕੇ ਅੱਛਾ ਚਲੋ ਨਾਨਕੇ ਵੀ ਉੱਥੇ ਨੇ ਦਾਦਕੇ ਮੇਰੇ ਉੱਥੇ ਹੀ ਨੇ ਓਹੋ ਮੇਰੇ ਨਾਨਕੇ ਦਾਦਕੇ ਤਬਸਮ ਨੂੰ ਪੁੱਛਿਓ ਵਾਲਾ ਮੈਂ ਝੂਠ ਬੋਲਣਾ ਪਿਆ ਮੇਰੇ ਬੂਏ ਕੇ ਬੰਦੇ ਲਿਆ ਭਾਈ ਤੁਹਾਡੇ ਬੂਏ ਕੇ ਜਲੂਸ ਆਵੇਗਾ ਤੇ ਤੁਹਾਡੀ ਫਿਰ ਬੇਇੱਜ਼ਤੀ ਹੋਵੇਗੀ। ਮੇਰੇ ਬੂਏ ਤੇ ਬੰਦੇ ਲਿਆ ਜਿਹੜੇ ਲਿਆਉਣੇ ਜਿਹੜੀ ਫਿਰ ਤੁਹਾਡੇ ਪੱਲੇ ਕੱਖ ਨਹੀਂ ਰਹੇਗਾ ਫਿਰ ਸਾਰੇ ਮਰਜ਼ਾਈਆਂ ਦੀ ਬੇਇੱਜ਼ਤੀ ਹੋਵੇਗੀ। ਅਗਰ ਨਸ਼ ਨਾ ਹੋਣ ਬਿਹਤਰ ਹੈ ਕਿ ਤੁਸੀਂ ਇੱਥੇ ਮਾਫੀ ਮੰਗੋ। ਕਿੱਧਰ ਭਬਗੀਆਂ ਮੀਰ ਸਾਹਿਬ ਤੁਸੀਂ ਇੱਥੇ ਹੀ ਮਾਫੀ ਮੰਗ ਲਓ। ਹਾਂ ਅਫਸਰ ਅੰਦਰ ਜਾਣ ਦੀ ਲੋੜ ਹੀ ਨਹੀਂ। ਤੁਸੀਂ ਝੂਠ ਕਿਉਂ ਬੋਲਿਆ ਤਾਹਰ ਸਾਹਿਬ ਤੁਸੀਂ ਚੁੱਪ ਕਰਨਾ ਕਿ ਨਹੀਂ ਕਰਨ ਦੋ ਬੰਦੇ ਗੱਲ ਕਰਨੀ ਤੁਹਾਡੇ ਚੋਂ ਖਮੋਸ਼ ਰਹੋ। ਨਹੀਂ ਤਾਂ ਗੱਲ ਗਲਤ ਨਾ ਕਰ ਤੂੰ ਖਮੋਸ਼ ਰਹੋ ਨਾ ਮੈਨੂੰ ਮੀਰ ਸਾਹਿਬ ਨੇ ਗੱਲ ਕਰਨ ਦੇ ਗਲਤ ਕਰਾਂ ਸਹੀ ਕਰਾਂ ਉਹਨਾਂ ਦੀ ਰਿਸਪੈਕਟ ਕਰਨੀ ਗਲਤ ਗੱਲ ਰਿਸਪੈਕਟ ਕਰਨੀ ਉਹ ਪੈਗੰਬਰ ਨੇ ਰਿਸਪੈਕਟ ਕਰਨੀ ਝੂਠ ਬੋਲ ਕੇ ਇਹਰਾ ਫੇਰੀਆਂ ਕਰਕੇ ਤੇ ਰਿਸਪੈਕਟ ਕਰਵਾਈ ਦੀ ਹੈ। ਝੂਠਿਆਂ ਦੀ ਕੌਣ ਰਿਸਪੈਕਟ ਕਰਦਾ ਹੈ? ਝੂਠਿਆਂ ਦੇ ਬੇਈਮਾਨਾਂ ਦੀ ਲੋਕ ਰਿਸਪੈਕਟ ਨਹੀਂ ਕਰਦੇ। ਝੂਠਿਆਂ ਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਲੋਕ ਖੋਤੇ ਦੇ ਬਣਦੇ ਨੇ। ਮੀਰ ਸਾਹਿਬ ਦੇ ਮੀਰ ਸਾਹਿਬ ਮਾਫੀ ਮੰਗੋ। ਬੰਦੇ ਲੈ ਆਵਾਂਗਾ ਤੁਹਾਡੇ ਮੀਰ ਸਾਹਿਬ ਮਾਫੀ ਮੰਗੋ ਤੁਸੀਂ ਮਾਫੀ ਦੇਖਾ ਨਾ ਮੈਂ ਜਿਹੜੇ ਤੂੰ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਬੰਦੇ ਤੁਹਾਡੇ ਬੂਹੇ ਤੇ ਨਾ ਆਉਣ ਤੇ ਮਾਫੀ ਮੰਗੋ। ਤੁਸੀਂ ਕਿਉਂ ਝੂਠ ਬੋਲਿਆ ਮੀਰ ਸਾਹਿਬ ਤੁਸੀਂ ਝੂਠ ਕਿਉਂ ਬੋਲਿਆ ਮੈਨੂੰ ਇਹ ਦੱਸੋ ਝੂਠ ਕਿਉਂ ਬੋਲਿਆ ਹੈ? ਤੂੰ ਬੰਦੇ ਲਿਆਉਣੇ ਨਾ ਅਸੀਂ ਆ ਜਾਂਦੇ ਤੇਰੇ ਕੋਲ ਬਿਲਕੁਲ ਆ ਜਾਓ ਬਿਲਕੁਲ ਇੱਥੇ ਆ ਕੇ ਮਾਫੀ ਮੰਗਣੀ ਇਟਲੀ ਆ ਕੇ ਮਾਫੀ ਮੰਗਣੀ ਤੋਂ ਰਹੀ ਹੈ 2-3 ਦਿਨਾਂ ਬਾਅਦ ਤੋਂ ਆ ਕੇ ਮਾਫੀ ਮੰਗ ਲਓ ਮੈਨੂੰ ਯਾਰ ਮਾਫੀ ਮੀਰ ਸਾਹਿਬ ਮੰਗਣੀ ਹੈ ਤਾਹਰ ਸਾਹਿਬ ਉੱਥੇ ਆ ਜਾਂਦੇ ਆ ਉਹ ਤੁਸੀਂ ਕੀ ਕਰਨਾ ਆ ਕੇ ਮੈਂ ਮੀਰ ਸਾਹਿਬ ਨੂੰ ਮਾਫੀ ਖਮੋਸ਼ ਹੋ ਜਾਓ ਬੰਦੇ ਆ ਜਾਣਗੇ। ਮੀਰ ਸਾਹਿਬ ਮੇਰੀ ਗੱਲ ਸੁਣੋ ਤੁਸੀਂ 2 ਮਹੀਨਿਆਂ ਦਾ ਅਗਾਂ ਪਿਛਾਂ ਸ਼ੁਰੂ ਕੀਤੇ ਹੈ ਅੱਜ ਜਾਂ ਮਾਫੀ ਮੰਗੋ ਜਾਂ ਸਬੂਤ ਦਿਓ। ਪਿੰਡ ਖੁਦ ਨਾਤੇ ਫਿਰਦੇ ਨੇ ਮਾਫੀ ਕਾਦੀ ਮੰਗੀ ਮੈਂ ਪਿਆਨਾ ਉਹ ਤਾਹਰ ਚੁੱਪ ਕਰਨਾ ਕਿ ਨਹੀਂ ਕਰਨਾ ਚੁੱਪ ਕਰਨਾ ਦਿੰਦਾ ਪਾਕਿਸਤਾਨ ਖਮੋਸ਼ ਹੋ ਜਾ ਜੇ ਤੂੰ ਇਹ ਗੱਲਾਂ ਕਰਦੀਆਂ ਨੇ ਧਮਕੀਆਂ ਦੇ ਮੈਂ ਜਿਹੜੀ ਮਰਜ਼ੀ ਗੱਲ ਕਰਾਂ ਉਹਦੇ ਮੂੰਹ 'ਚ ਜ਼ੁਬਾਨ ਨਹੀਂ ਆਇਆ ਉਹ ਗੁੰਗਾ ਥੱਥਾ ਉਹਨੂੰ ਬੋਲਣ ਦੇ ਰਿਸਪੈਕਟ ਨਾਲ ਗੱਲ ਕਰਨੀ ਹੈ। ਰਿਸਪੈਕਟ ਝੂਠਿਆਂ ਦੀ ਰਿਸਪੈਕਟ ਹੁੰਦੀ ਹੈ ਜਿਹੜੇ ਝੂਠੇ ਉਹਨਾਂ ਦੀ ਰਿਸਪੈਕਟ ਨਹੀਂ ਹੁੰਦੀ। ਜਿੰਨਾ ਝੂਠ ਬੋਲੇ ਉਹਨਾਂ ਦੀ ਰਿਸਪੈਕਟ ਕੋਈ ਨਹੀਂ ਕਰਦਾ। ਮੈਂ ਤਾਂ ਰਿਸਪੈਕਟ ਕਰਨ ਲੱਗੇ ਆਪਣੇ ਰਿਸ਼ਤੇਦਾਰ ਦੀ ਵਜ੍ਹਾ ਤੋਂ ਮੈਂ ਤਾਂ ਤਬਸਮ ਸਾਹਿਬ ਦੀ ਵਜ੍ਹਾ ਤੋਂ ਰਿਸਪੈਕਟ ਕਰਨ ਲੱਗੇ ਆ ਗਾਲਾਂ ਤੇ ਉਹ ਕੱਢਣ ਲੱਗੇ ਨੇ। ਨਜ਼ਰ ਨਹੀਂ ਖਮੋਸ਼ ਹੋ ਜਾ ਤੂੰ ਖਮੋਸ਼ ਹੋ ਜਾ ਮੀਰ ਸਾਹਿਬ ਤੁਸੀਂ ਇਹ ਗੱਲ ਆਖੀ ਸੀ ਕਿ ਡਾਕਟਰ ਅਹਿਮਦ ਦੀਦਾਦ ਦਾ ਇਹ ਕੀਤਾ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ ਕਿੱਥੇ ਸਬੂਤ ਉਹਦਾ ਕੱਢੋ ਸਬੂਤ ਕੱਢੋ ਨਹੀਂ ਤਾਂ ਮਾਫੀ ਮੰਗ ਲਓ। ਇੱਥੇ ਮਾਫੀ ਮੰਗੋ ਕੋਈ ਲੋੜ ਨਹੀਂ ਨਵੀਂ ਵੀਡੀਓ ਬਣਾਉਣ ਦੀ। ਇੱਥੇ 100 ਬੰਦਾ ਪਿਆ ਵੇਖਦਾ ਸਭ ਦੇ ਸਾਹਮਣੇ ਤੁਸੀਂ ਮਾਫੀ ਮੰਗ ਲਓ ਅਪਲੋਡ ਹੋ ਜਾਏਗੀ ਵੀਡੀਓ। ਇਹ ਵੀ ਵੇਂਦੇ ਨਾ ਤੇਰੀ ਜਿਹੜੀ ਜ਼ੁਬਾਨ ਹੈ ਇਸਤੇਮਾਲ ਤੂੰ ਕਰਨ ਡਿਆ ਉਹ ਵੀ ਮੈਂ ਕਿਹੜੀ ਜ਼ੁਬਾਨ ਇਸਤੇਮਾਲ ਕਰਨ ਡਿਆ ਮੈਂ ਇੰਨਾ ਹੀ ਪੇ ਕਹਿੰਦਾ ਨਾ ਯਾਰ ਸਬੂਤ ਦੇ ਦਿਓ ਤੇ ਗੱਲ ਮੁੱਕ ਜਾਏਗੀ। ਲੰਬੇ ਨਹੀਂ ਹੁੰਦੇ
ਜੇ ਸਬੂਤ ਨਹੀਂ ਹੈ ਤਾਂ ਮਾਫੀ ਮੰਗ ਲਓ, ਇੰਨੀ ਮੈਂ ਗੱਲ ਪਿਆ ਕਹਿਣਾ, ਮੈਂ ਕੀ ਪਿਆ ਕਹਿਣਾ ਵਾ, ਮੀਰ ਕਿਹੜੀ ਮੈਂ ਨਜਾਇਜ਼ ਗੱਲ ਪਿਆ ਦੇ ਨਾਲ ਗੱਲ ਕਰਨੀ ਜਿਹੜੀ ਕਰਨੀ ਹੈ ਬਸ। ਮੈਂ ਰਿਸਪੈਕਟ ਨਾਲ ਹੀ ਪਿਆਨਾ ਵੀ ਤੁਸੀਂ ਸਬੂਤ ਦਿਓ, ਜੇ ਸਬੂਤ ਨਹੀਂ ਤਾਂ ਮਾਜ਼ਰਤ ਕਰ ਲਓ। ਟੁੱਟ ਜਾ ਉਹਦੇ ਕੋਲੋਂ। ਕਿਉਂਕਿ ਮੇਰੀ ਗੱਲ ਸੁਣੋ ਨਾ, ਤੁਸੀਂ ਖਮੋਸ਼ ਹੋ। ਮੀਰ ਸਾਹਿਬ ਜਿਹੜਾ ਨੇ ਨਾ, ਹਾਈਜੈਕ ਕਰਕੇ ਲੋਕਾਂ ਨੂੰ ਮੀਰ ਸਾਹਿਬ ਜਿਹੜਾ ਨਾ ਅਹਿਮਦ ਦਿਦਾਤ, ਉਹ ਕੱਲਾ ਕੋਈ ਮੇਰਾ ਕੋਈ ਰਿਸ਼ਤੇਦਾਰ ਨਹੀਂ, ਉਹ तमाम ਮੁਸਲਮਾਨਾਂ ਦਾ ਇੱਕ ਉਹ ਵਕੀਲ ਸੀ। ਉਸ ਬੰਦੇ ਦੇ ਉੱਤੇ ਤੁਸੀਂ ਝੂਠੀ ਤੋਹਮਤ ਲਾਈ ਹੈ ਤੇ ਤੁਸੀਂ ਮਾਫੀ ਮੰਗ ਲਓ, ਮੁਸਲਮਾਨਾਂ ਦਾ ਦਿਲ ਠੰਡਾ ਹੋ ਜਾਏਗਾ। ਨਹੀਂ ਤੇ ਮੁਸਲਮਾਨ ਤੇ ਜ਼ਾਹਿਰ ਤੁਹਾਡੇ ਦਰਵਾਜ਼ੇ ਤੇ ਆਵਣਗੇ। ਐਨੀ ਗੱਲ ਹੈ, ਕੋਈ ਬੁਰੀ ਗੱਲ ਤੇ ਮੈਨੂੰ ਕੀ ਹੈ। ਉਹ ਟਾਈਮ ਦੀ ਨਹੀਂ ਆ ਸਕਦੇ ਕਿਸੇ ਦੇ ਦਰਵਾਜ਼ੇ ਤੇ। ਤੂੰ ਬੰਦਾ ਦੱਸ ਕਿਹੜਾ ਕਿਹੜਾ ਮੈਂ ਲੈ ਕੇ ਓ ਯਾਰ ਚੁੱਪ ਕਰ ਜਾ, ਤੂੰ ਤੇ ਚੁੱਪ ਕਰ ਜਾ ਭਾਈਆ, ਤੂੰ ਤੇ ਚੁੱਪ ਕਰ ਜਾ। ਆਪਣੀ ਬਰਾੜ ਦਾ ਨਜਾਇਜ਼ ਫਾਇਦਾ ਨਾ ਲੈ, ਆਪਣੀ ਬਰਾੜ ਦਾ ਨਜਾਇਜ਼ ਫਾਇਦਾ ਨਾ ਲੈ। ਬਰਾੜ ਨਹੀਂ ਹੈ, ਬਰਾੜ ਗਈ ਖੂਹ ਚ। ਬਰਾੜ ਮੈਂ ਲੰਨ ਭੇਜਣਾ ਇਹੋ ਜਿਹੀਆਂ ਬਰਾੜਾਂ ਜਿੱਥੇ ਸਾਡੇ ਬੰਦਿਆਂ ਦੇ ਤੋਂ ਆ ਕੇ ਬਿਸਤੀ ਕਰੇ। ਯਾਰ ਬਿਸਤੀ ਉਹ ਆਪ ਮੰਗਦੇ, ਅੱਧੇ ਮਿੰਟ ਲੱਗਦੇ, ਮੇਰੀ ਗੱਲ ਸੁਣ, ਅੱਧਾ ਮਿੰਟ ਲੱਗਦਾ ਮਾਫੀ ਮੰਗਦੇ ਆ, ਬੰਦੇ ਅੱਧਾ ਮਿੰਟ ਲੱਗਦਾ ਮਾਫੀ ਮੰਗਦੇ ਆ, ਬਿਸਤੀ ਆਪ ਕਰਾਉਣ ਲੱਗੇ ਆ। ਸਾਰੇ ਮਰਜ਼ਈਆਂ ਦੀ ਬਿਸਤੀ ਉਹ ਆਪ ਕਰਵਾਉਣ ਲੱਗੇ ਆ, ਬਿੱਗੀ ਬਿੱਲੀ ਬਣ ਕੇ। ਮਾਫੀ ਮੰਗ ਲੈ ਫਿਰ ਆਰਾਮ ਨਾਲ, ਤੂੰ ਆਪਣਾ ਕੀਤਾ ਮਾਫੀ ਮੰਗੋ। ਮੀਰ ਸਾਹਿਬ ਮਾਫੀ ਮੰਗੋ। ਅਕੀਦਾ ਮੈਂ ਦੱਸਿਆ, ਅਕੀਦਾ ਮੈਂ ਦੱਸ ਦਿੱਤਾ, ਹੁਣ ਮਾਫੀ ਰਹਿ ਗਈ ਹੈ। ਮਾਫੀ ਮੰਗੋ ਮੀਰ ਸਾਹਿਬ, ਮੀਰ ਸਾਹਿਬ ਮਾਫੀ ਮੰਗੋ। ਤੁਸੀਂ ਝੂਠੀ ਤੋਹਮਤ ਲਾਏ ਮਨਾਜ਼ਰ ਇਸਲਾਮ ਤੇ ਡਾਕਟਰ ਅਹਿਮਦ ਦਿਦਾਤ ਤੇ ਝੂਠੀ ਤੋਹਮਤ ਲਾ ਕੇ ਜਾਣਾ ਨਾ ਪਾਣਾ। ਹੁਣ ਮਾਫੀ ਮੰਗੋ ਅੱਜ ਅੱਤੀ ਸਾਹਿਬ ਦੇ ਸਾਹਮਣੇ, ਜਲਦੀ ਕਰੋ। ਮਾਈਕ ਪੁੱਟੋ, ਮਾਈਕ ਪੁੱਟੋ ਤੇ ਮਾਫੀ ਮੰਗੋ ਬਸ। ਗੱਲ ਗਲਤ ਪਾਸੇ ਨਾ ਖੜੋ। ਮੈਂ ਹੁਣ ਉਹ ਕਿਹੜੇ ਗਲਤ ਪਾਸੇ, ਮੈਂ ਕੀ ਕਹਿਣ ਲੱਗਿਆ? ਉਹ ਮੇਰੀ ਗੱਲ ਸੁਣ, 1 ਘੰਟੇ ਦੀ ਰਿਕਾਰਡਿੰਗ ਹੋ ਗਈ, ਮੈਂ ਇਹਨਾਂ ਨੂੰ ਕਿਹਾ ਮਾਫੀ ਮੰਗੋ ਜਾਂ ਸਬੂਤ ਦਿਓ, ਜਾਂ ਸਬੂਤ ਦੇ ਦੇਣ, ਭੇਜਨੇ ਅਸੀਂ ਇਹੋ ਜਿਹੀਆਂ ਰਿਕਾਰਡਿੰਗਾਂ ਦੇ, ਜਾਂ ਸਬੂਤ ਦੇ ਦੇਣ। ਜੇ ਸਬੂਤ ਨਹੀਂ ਤਾਂ ਫਿਰ ਮਾਫੀ ਮੰਗ ਲੈਣ। ਸਾਨੂੰ ਰਿਕਾਰਡਿੰਗਾਂ ਦੀ ਕਾਦੀ ਧਮਕੀ ਦੇਣ ਦੇ ਆ? ਤੇ ਫਿਰ ਜਾਂ ਸਬੂਤ ਦੇ ਦੇਣ ਜਾਂ ਮਾਫੀ ਮੰਗੋ, ਹੋਰ ਕਿਹੜਾ ਹੱਲ ਹੈ? ਯਾਰ ਤੂੰ ਚੁੱਪ ਕਰ ਜਾ, ਓ ਯਾਰ ਤੂੰ ਤਾਂ ਚੁੱਪ ਕਰ ਜਾ ਨਾ। ਇਹਨਾਂ ਦੀ ਬੋਲਤੀ ਕਿਉਂ ਬੰਦ ਹੋ ਗਈ ਹੈ? ਮੀਰ ਸਾਹਿਬ ਦੀ ਬੋਲਤੀ ਕਿਉਂ ਬੰਦ ਹੋ ਗਈ ਹੈ? ਪੈਸੇ ਮੀਰ ਸਾਹਿਬ ਮਾਈਕ ਪੁੱਟੋ, ਬਣਾਣਾ ਹੀ ਆ ਪੈਸੇ। ਮਾਈਕ ਪੁੱਟੋ, ਮੈਂ ਕੱਲ ਦਿੰਨਾ। ਮਾਈਕ ਪੁੱਟੋ, ਮਾਈਕ ਪੁੱਟੋ, ਮਾਫੀ ਮੰਗੋ। ਮਾਈਕ ਪੁੱਟੋ, ਮਾਫੀ ਮੰਗੋ ਤੇਰੇ ਕੋਲ। ਬਸ 2 ਮਿੰਟ ਚ ਗੱਲ ਇਹ ਮਨਾਜ਼ਰ ਹੁੰਦਾ ਸੀ ਮੇਰੇ ਸਾਹਮਣੇ ਆ, ਇਹ ਮਨਾਜ਼ਰ ਆਦਾ ਸੀ ਮੇਰੇ ਸਾਹਮਣੇ ਆ। ਐਨੇ ਜੋ ਇਹ ਪੁੱਤਰ ਝੂਠ ਬੋਲਣ ਵਾਲੇ ਦੁਨੀਆ ਦੇ ਉੱਤੇ ਕਦੇ ਕਾਮਯਾਬ ਨਹੀਂ ਹੋ ਸਕਦੇ। ਇਹ ਝੂਠੇ ਤੇ ਬੇਈਮਾਨ ਨੇ। ਮਿਰਜ਼ਾਈ 100 ਸਾਲ ਦਾ ਝੂਠ ਬੋਲਣ ਲੱਗੇ ਨੇ। ਪਾਕਟ ਬੁੱਕਾਂ ਭਰੀਆਂ ਨੇ ਝੂਠ ਬੋਲ ਬੋਲ ਕੇ। ਪਾਕਟ ਬੁੱਕਾਂ ਦੇ ਵਿੱਚ ਵੀ ਤੁਸੀਂ ਝੂਠ ਬੋਲੇ ਨੇ ਕਿ ਫਲਾਣਾ ਬੰਦਾ ਸਾਡਾ ਨਹੀਂ ਕਰ। ਤਮੀਜ਼ ਦੇ ਨਾਲ ਗੱਲ ਕਰ। ਮਾਈਕ ਕਿਉਂ ਮਿਊਟ ਕੀਤਾ ਮੇਰਾ? ਆ ਮੇਰੀ ਗੱਲ ਸੁਣੋ, ਮੀਰ ਸਾਹਿਬ ਇਲਮੀ ਤੌਰ ਤੇ ਤੁਹਾਨੂੰ ਘੰਟਾ ਹੋਇਆ ਤੁਹਾਡੇ ਕੋਲ ਇਲਮੀ ਤੌਰ ਤੇ ਪੁੱਛਣੇ ਪਿਆ ਕਿ ਤੁਹਾਡੇ ਕੋਲ ਉਸ ਝੂਠ ਦਾ ਸਬੂਤ ਕੀ ਹੈ। ਟੀਮ ਹੋ ਤੁਸੀਂ 1 ਘੰਟਾ ਹੋਇਆ ਸਬੂਤ ਮੰਗਦੇ ਆ ਤੇ 2 ਮਹੀਨੇ ਹੋ ਗਏ ਨੇ ਸਬੂਤ ਮੰਗਦੇ ਆ। ਉਹੀ ਧਮਕੀਆਂ ਤੋਂ ਉਤਰਦਾ, ਉਹੀ ਬਦਮਾਸ਼ੀ ਕਰਦਾ। ਉਹ ਧਮਕੀਆਂ ਦੀ ਲੋੜ ਹੀ ਨਹੀਂ, ਤੁਸੀਂ ਸਬੂਤ ਦੇ ਦਿਓ ਜਾਂ ਮਾਫੀ ਮੰਗ ਲਓ। ਮੈਂ ਕਹਿੰਦਾ ਸਬੂਤ, ਧਮਕੀ ਦੀ ਜ਼ਰੂਰਤ ਹੀ ਨਹੀਂ ਪੈਂਦੀ ਨਾ। ਤੇ ਅਕੀਦਾ ਦੱਸਣ ਦੀ ਬਜਾਏ ਧਮਕੀਆਂ ਦੇ ਰਹੇ ਨੇ ਮੈਨੂੰ। ਅਕੀਦਾ ਮੈਂ ਪਹਿਲਾਂ ਦੱਸਿਆ, ਅਕੀਦਾ ਦੱਸਣ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ। ਤੁਸੀਂ ਜਿਹੜੀ ਗੱਲ ਵਿੱਚ ਬੋਲਦਾ ਨਹੀਂ। ਤੁਸੀਂ ਹੁਣ ਮਾਫੀ ਮੰਗਣੀ ਜਾਂ ਸਬੂਤ ਦੇਣਾ, ਬਸ ਦੱਸੋ ਕੀ ਕਰਨਾ ਜੇ? ਹਰ ਗੱਲ ਦੇ ਵਿੱਚ ਮਾਫੀ ਦੀ ਗੱਲ ਨਹੀਂ ਬਾਰ-ਬਾਰ ਕਰਨੀ। ਮਾਫੀ ਦੀ ਗੱਲ ਜਾ ਕੇ ਆਪਣੀ ਤੁਸੀਂ ਮੈਨੂੰ ਮੇਰੇ ਮਾਫੀ ਮੰਗੀ, ਮੈਂ ਮਾਫੀ ਮੰਗਣੀ ਹੈ ਦੇਖੋ। ਬੰਦੇ ਇਕੱਠੇ ਕਰਕੇ ਲਿਆਓ। ਬਦਤਮੀਜ਼ੀ ਤੇ ਨਹੀਂ ਹੋਣਾ, ਬਸ ਲੈ ਕੇ ਜਾਓ। ਹੁਣ ਅਮਨ ਜੀ ਤਾਂ ਕਿ ਤੁਹਾਨੂੰ ਇੱਥੇ ਜੱਜ ਉਹ ਨਹੀਂ ਬੈਠੇ ਜਿਹਨੇ ਧੌਣ ਤੇ ਗੋਡਾ ਰੱਖ ਕੇ ਮਨਵਾ ਲੋਗੇ। ਚੱਲ ਥੱਲੇ, ਇਹ ਯੂਰਪ ਹੈ। ਹਾਂ